ਭਗਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਇੰਡੀਆ ਤੋਂ ਜਰਮਨਜੀਤ ਸਿੰਘ ਜੀ ਅਤੇ ਦਿਲਰਾਜ ਜੀ। ਜਰਮਨਜੀਤ, ਦਿਲਰਾਜ ਜੀ, ਤੁਹਾਡੇ ਦੋਵਾਂ ਦਾ ਸ਼ੋਅ ਵਿੱਚ ਸਵਾਗਤ ਹੈ। ਬਹੁਤ ਧੰਨਵਾਦ ਹਰਪ੍ਰੀਤ ਜੀ। ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਾਂਗੇ। ਅਸੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਹੁਣ ਚੱਕਦੇ ਟੀਵੀ ਨੂੰ ਐਂਡਰੋਇਡ ਐਪ ਤੇ ਵੀ ਦੇਖ ਸਕਦੇ ਹੋ। ਐਂਡਰੋਇਡ ਦੀ ਐਪ ਡਾਊਨਲੋਡ ਕਰਨ ਵਾਸਤੇ ਤੁਸੀਂ ਗੂਗਲ ਪਲੇ ਤੋਂ ਚੱਕਦੇ ਟੀਵੀ ਦੀ ਐਪ ਡਾਊਨਲੋਡ ਕਰਕੇ 24 ਘੰਟੇ ਚੱਕਦੇ ਟੀਵੀ ਦਾ ਆਨੰਦ ਮਾਣ ਸਕਦੇ ਹੋ। ਦੁਨੀਆ ਜਿੱਥੇ ਮਰਜ਼ੀ ਤੁਸੀਂ ਹੋ, ਚੱਕਦੇ ਟੀਵੀ ਦੀ ਨਾਲ ਤੁਸੀਂ ਜੁੜ ਸਕਦੇ ਹੋ। ਤੂੰ ਨਹੀਂ ਅਸੀਂ ਆਈਫੋਨ ਤੇ ਅਤੇ ਸੈਮਸੰਗ ਟੀਵੀ ਦੀ ਐਪ ਵੀ ਕੱਢਾਂਗੇ, ਜਿਹਦੇ ਨਾਲ ਤੁਸੀਂ ਸੈਮਸੰਗ ਟੀਵੀ ਜਾਂ ਫਿਰ ਆਈਫੋਨ ਦੇ ਉੱਤੇ ਵੀ ਚੱਕਦੇ ਟੀਵੀ ਨੂੰ ਦੇਖ ਸਕਦੇ ਹੋ। ਦਿਲਰਾਜ ਜੀ, ਤੁਸੀਂ ਕੁਝ ਦੱਸਣਾ ਚਾਹੋਗੇ ਦਰਸ਼ਕਾਂ ਨੂੰ ਐਪ ਬਾਰੇ? ਬਿਲਕੁਲ ਹਰਪ੍ਰੀਤ ਜੀ, ਚੱਕਦੇ ਟੀਵੀ ਨੇ ਜਿਹੜਾ ਇਹ ਐਪ ਸ਼ੁਰੂ ਕੀਤਾ ਵਾ, ਇਹਦਾ ਕਾਫੀ ਜਗ੍ਹਾ ਉਤਸ਼ਾਹ ਵਾ। ਮੈਂ ਜਲੰਧਰ ਵਿੱਚ ਰਹਿੰਦਾ ਵਾ ਤੇ ਜਦੋਂ ਅਸੀਂ ਇੱਥੇ ਪ੍ਰਮੋਸ਼ਨ ਸ਼ੁਰੂ ਕੀਤੀ ਸੀ, ਜਿਹੜੀ ਪੰਜਾਬ ਦੀ ਲੋਕਲ ਟੀਮ ਹੈ, ਤੇ ਕਾਫੀ ਜਾਣਿਆਂ ਨੂੰ ਮਿਲਿਆ ਸੀ ਜਾ ਕੇ। ਇੱਥੇ ਵੀ ਲੋਕਾਂ ਨੇ ਕਾਫੀ ਡਾਊਨਲੋਡ ਕੀਤਾ ਵਾ ਫ੍ਰੀ ਆਫ ਕਾਸਟ। ਤੁਸੀਂ ਚੱਕਦੇ ਟੀਵੀ ਦਾ ਆਨੰਦ ਜਦੋਂ ਮਰਜ਼ੀ ਮਾਣ ਸਕਦੇ ਹੋ। ਚੱਕਦੇ ਟੀਵੀ ਹਰ ਤਰ੍ਹਾਂ ਦੀ ਕੈਟਾਗਰੀ ਉਹਦੇ ਵਿੱਚ ਰੱਖਦਾ ਵਾ। ਅਸੀਂ ਆਉਣ ਵਾਲੇ ਟਾਈਮ ਤੇ ਥੋੜਾ ਜਿਹਾ ਹੋਰ ਇਹਨੂੰ ਅੱਗੇ ਇੱਕ ਐਡਵਾਂਸ ਵਰਜ਼ਨ ਲੈ ਕੇ ਜਾਵਾਂਗੇ, ਜਿਹਦੇ ਵਿੱਚ ਦਰਸ਼ਕਾਂ ਨੂੰ ਅਸੀਂ ਨਾਲ ਦੇ ਨਾਲ ਅਪਡੇਟ ਵੀ ਕਰਦੇ ਰਵਾਂਗੇ। ਜਿਹਦੇ ਵਿੱਚ ਚੱਕਦੇ ਟੀਵੀ ਦਾ ਜਿਹੜਾ ਐਪ ਹੈਗਾ ਵਾ, ਉਹਦੇ ਵਿੱਚ 3-4 ਚੀਜ਼ਾਂ ਚੱਲਣਗੀਆਂ। ਜਿਹੜਾ ਇੱਕ ਐਂਟਰਟੇਨਮੈਂਟ ਚੱਕਦੇ ਟੀਵੀ ਚੱਲਦਾ, ਉਹ ਤਾਂ ਚੱਲਦਾ ਹੀ ਚੱਲਦਾ। ਨਾਲ ਦੀ ਨਾਲ 24 ਘੰਟੇ ਪੰਜਾਬੀ ਨਿਊਜ਼ ਹਜੇ ਤੱਕ ਕੋਈ ਨਹੀਂ ਕਰਦਾ, ਅਸੀਂ ਉਹ ਸ਼ੁਰੂ ਕਰਾਂਗੇ। ਨਾਲ ਦੀ ਨਾਲ ਗਾਣੇ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਤੇ ਅਸੀਂ ਆਪਣੇ ਜਿਹੜੇ ਵਿਊਅਰਸ ਹੈਗੇ ਆ ਉਹਨਾਂ ਨੂੰ ਇਹਦੀ ਅਪਡੇਸ਼ਨ ਦਿੰਦੇ ਰਵਾਂਗੇ। ਪਰ ਹਜੇ ਉਹਦੇ ਤੇ ਐਂਟਰਟੇਨਮੈਂਟ ਚੈਨਲ ਪਲੱਸ ਨਿਊਜ਼ ਚੈਨਲ ਜਿਹੜਾ ਇੱਕ ਹੈਗਾ ਵਾ, ਇੱਕੋ ਚੈਨਲ ਹੈ ਚੱਕਦੇ ਟੀਵੀ, ਉਹ ਚੱਲਦਾ ਹੈ। ਤੇ ਸਾਰੇ ਦਰਸ਼ਕਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਉਹ ਐਪ ਡਾਊਨਲੋਡ ਕਰੋ ਤੇ ਉਹਦਾ ਵਧੇਰੇ ਤੋਂ ਵਧੇਰੇ ਆਨੰਦ ਮਾਣੋ। ਨਾਲ ਅਸੀਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ, ਛੇਤੀ ਹੀ ਚੱਕਦੇ ਟੀਵੀ ਇੱਕ ਹੋਰ ਨਵਾਂ ਚੈਨਲ ਲਾਂਚ ਕਰਨ ਜਾ ਰਿਹਾ ਹੈ। ਜਿਹੜਾ 24 ਘੰਟੇ ਨਿਊਜ਼ ਦਾ ਚੈਨਲ ਹੋਊਗਾ। ਪਹਿਲਾ ਪੰਜਾਬੀ ਨਿਊਜ਼ ਚੈਨਲ ਹੋਊਗਾ ਜਿਹੜਾ ਕਿ 24 ਘੰਟੇ ਤੁਹਾਨੂੰ ਪੰਜਾਬ ਦੀਆਂ ਤੇ ਅੰਤਰਰਾਸ਼ਟਰੀ ਦੀਨ ਦੁਨੀਆ ਦੀਆਂ ਖਬਰਾਂ ਵਿਖਾਉਂਦਾ ਰਹੂਗਾ। ਇਹਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ, ਚੱਕਦੇ ਟੀਵੀ ਸਿਰਫ ਇੱਕ ਪੰਜਾਬੀ ਚੈਨਲ ਹੈ ਇਸ ਟਾਈਮ ਜਿਹੜਾ ਨਿਊਜ਼ ਸਟੂਡੀਓ 24 ਘੰਟੇ ਖੁੱਲਾ ਰਹਿੰਦਾ ਹੈ। ਤਾਂ 24 ਘੰਟੇ ਸਾਡੀ ਨਿਊਜ਼ ਟੀਮ ਨਿਊਜ਼ ਕਵਰ ਕਰਦੀ ਹੈ ਤਾਂ ਕਿ ਤੁਹਾਨੂੰ ਛੇਤੀ ਤੋਂ ਛੇਤੀ ਨਿਊਜ਼ਾਂ ਵਿਖਾਈਆਂ ਜਾ ਸਕਣ। ਹੋਰ ਕੁਝ ਐਡ ਕਰਨਾ ਚਾਹੋਗੇ ਦਿਲਰਾਜ ਸਿੰਘ ਜੀ? ਬਿਲਕੁਲ ਹਰਪ੍ਰੀਤ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ 24 ਘੰਟੇ ਸਾਡਾ ਜਿਹੜਾ ਸਟੂਡੀਓ ਹੈਗਾ ਉਹ ਖੁੱਲਾ ਰਹਿੰਦਾ। ਬਿਲਕੁਲ 24 ਘੰਟੇ ਖੁੱਲਾ ਰਹਿੰਦਾ। ਸਭ ਤੋਂ ਪਹਿਲੇ ਬ੍ਰੇਕ ਜਿਹੜੀ ਨਿਊਜ਼ ਕਰਦੇ ਆ, ਉਹ ਮੈਨੂੰ ਹਜੇ ਤੱਕ ਇਹੀ ਲੱਗ ਰਿਹਾ ਕਿ ਚੱਕਦੇ ਟੀਵੀ ਇਸ ਵੇਲੇ ਕਰ ਰਿਹਾ ਹੈਗਾ, ਕਿਉਂਕਿ ਹੋਰ ਕੋਈ ਵੀ ਚੈਨਲ ਵੱਡੇ ਤੋਂ ਵੱਡਾ ਹੋਵੇ ਜਾਂ ਛੋਟੇ ਤੋਂ ਛੋਟਾ ਹੋਵੇ, ਕੋਈ ਵੀ ਚੈਨਲ ਨਹੀਂ ਕਰਦਾ ਪਿਆ ਇਸ ਵੇਲੇ 24 ਘੰਟੇ ਪੰਜਾਬੀ ਨਿਊਜ਼। ਹਿੰਦੀ ਦੇ ਤਾਂ ਬੇਸ਼ੁਮਾਰ ਹੋਣੇ ਆ, ਪਰ ਪੰਜਾਬੀ ਨਿਊਜ਼ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਫੋਕਸ ਹੈ ਉਹ ਪੰਜਾਬ ਤੇ ਆਧਾਰਿਤ ਰਹਿੰਦਾ ਹੈਗਾ। ਅਸੀਂ ਟੀਮ ਵੀ ਇੱਥੇ ਪੰਜਾਬ ਵਿੱਚ ਵੀ ਟੀਮ ਕਾਫੀ ਵਧਾ ਲਈ ਹੈ ਕਿ 2017 ਦੀਆਂ ਇਲੈਕਸ਼ਨਸ ਆਉਂਦੀਆਂ ਪਈਆਂ, ਕਿਉਂਕਿ ਜਿਹੜੇ NRA ਵੀਰ ਸਾਡੇ ਕੈਨੇਡਾ ਤੇ ਅਮਰੀਕਾ, ਨਾਰਥ ਅਮਰੀਕਾ ਪੂਰੇ ਰੀਜਨ ਵਿੱਚ ਰਹਿੰਦੇ ਆ, ਉਹ ਬੜਾ ਸਰੋਕਾਰ ਰੱਖਦੇ ਹੈਗੇ ਆ ਪੰਜਾਬ ਦੀਆਂ ਇਲੈਕਸ਼ਨ ਨਾਲ, ਪੰਜਾਬ ਦੇ ਹਰ ਉਹ ਮੁੱਦੇ ਨਾਲ। ਤੇ ਅਸੀਂ ਕੋਸ਼ਿਸ਼ ਵੱਧ ਤੋਂ ਵੱਧ ਚੱਕਦੇ ਟੀਵੀ ਦੀ ਪੂਰੀ ਟੀਮ ਡੈਡੀਕੇਟ ਹੋ ਕੇ ਕੋਸ਼ਿਸ਼ ਇਹੀ ਕਰੇਗੀ ਕਿ ਪੰਜਾਬ ਦੀ ਹਰ ਖਬਰ ਜਲਦੀ ਤੋਂ ਜਲਦੀ ਆਪਣੇ ਵਿਊਅਰਸ ਤੱਕ, ਆਪਣੇ ਦਰਸ਼ਕਾਂ ਤੱਕ ਪਹੁੰਚਾਈ ਜਾਵੇ। ਥੈਂਕ ਯੂ ਦਿਲਰਾਜ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਊਗੀ। ਸਾਡੀ ਐਂਡਰੋਇਡ ਐਪ ਜ਼ਰੂਰ ਤੁਸੀਂ ਦੇਖਿਓ ਤੇ ਉਹਦੇ ਬਾਰੇ ਕੋਈ ਵੀ ਤੁਸੀਂ ਸੁਝਾਅ ਜਾਂ ਸੁਜੈਸ਼ਨ ਦੇਣਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਫੋਨ ਨੰਬਰ ਜਾਂ ਫਿਰ ਈਮੇਲ ਜਾਂ ਫਿਰ WhatsApp ਤੇ ਸਾਡੇ ਨਾਲ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ। ਗੱਲਬਾਤ ਸ਼ੁਰੂ ਕਰਾਂਗੇ ਅੱਜ ਦੀ ਡਿਬੇਟ ਨੰਬਰ 1 ਤੋਂ। ਡਿਬੇਟ ਨੰਬਰ 1 'ਚ ਅਸੀਂ ਇੱਕ ਬੜਾ ਹੀ ਇੰਪੋਰਟੈਂਟ ਮੁੱਦਾ ਡਿਸਕਸ ਕਰਨ ਚੱਲੇ ਹਾਂ। ਕਈ ਵਾਰ ਇਹ ਮੁੱਦਾ ਡਿਸਕਸ ਕੀਤਾ ਵਾ, ਪਰ ਅੱਜ ਫਾਈਨਲੀ ਲੋਕ ਸਭਾ ਤੋਂ ਇਹ ਬਿੱਲ ਪਾਸ ਹੋ ਗਿਆ ਕਿ ਮੈਂ ਗੱਲ ਕਰ ਰਿਹਾ ਹਾਂ SGPC ਦੀ ਵੋਟਿੰਗ ਰਾਈਟਸ ਦਾ। ਕਈ ਸਾਲਾਂ ਤੋਂ ਇਹ ਮੁੱਦਾ ਲਟਕਿਆ ਹੋਇਆ ਸੀ ਕਿ SGPC ਜਿਹੜੀ ਇਲੈਕਸ਼ਨ ਆ ਉਹ 'ਚ ਸਿਰਫ ਅੰਮ੍ਰਿਤਧਾਰੀ ਸਿੱਖ ਵੋਟ ਪਾਉਣਗੇ ਜਾਂ ਫਿਰ ਸਹਿਜਧਾਰੀ ਸਿੱਖ ਵੀ ਵੋਟ ਪਾਉਣਗੇ। ਪਰ ਬਾਦਲ ਸਰਕਾਰ ਨੇ ਮੋਦੀ ਸਰਕਾਰ ਨਾਲ ਮਿਲ ਕੇ ਇਸ ਲਾਅ ਵਿੱਚ ਅਮੈਂਡਮੈਂਟ ਕਰਾ ਦੀ ਹੈ। ਰਾਜ ਸਭਾ ਤੋਂ ਪਾਸ ਹੋ ਚੁੱਕਿਆ, ਕੱਲ ਲੋਕ ਸਭਾ ਤੋਂ ਹੀ ਪਾਸ ਹੋ ਗਿਆ। ਹੁਣ ਸਿਰਫ ਰਾਸ਼ਟਰਪਤੀ ਦੇ ਹਸਤਾਖਰ ਹੋਣੇ ਬਾਕੀ ਹੈ। ਰਾਸ਼ਟਰਪਤੀ ਦੇ ਹਸਤਾਖਰ ਹੁੰਦੇ ਹੀ ਇਹ ਬਿੱਲ ਲਾਅ ਬਣ ਜਾਊਗਾ ਤੇ SGPC ਦੀ ਇਲੈਕਸ਼ਨ ਵਿੱਚ ਸਿਰਫ ਅੰਮ੍ਰਿਤਧਾਰੀ ਸਿੱਖ ਵੋਟ ਪਾ ਸਕਣਗੇ। ਲਗਭਗ 70 ਲੱਖ ਤੋਂ 1 ਕਰੋੜ ਦੀ ਆਬਾਦੀ ਜੋ ਸਹਿਜਧਾਰੀ ਸਿੱਖਾਂ ਦੀ ਹੈ, ਉਮੀਦ ਇਹ ਕੀਤੀ ਜਾ ਰਹੀ ਕਿ ਉਹ ਸ਼ਾਇਦ ਇਹ 'ਚ ਵੋਟ ਨਹੀਂ ਪਾਉਣਗੇ।
70 ਲੱਖ ਤੋਂ 1 ਕਰੋੜ ਦੇ ਵਿੱਚ ਜਿਹੜੀ ਸਹਿਜਧਾਰੀ ਸਿੱਖਾਂ ਦੀ ਆਬਾਦੀ ਆ ਉਹ ਐਸਜੀਪੀਸੀ ਦੇ ਇਲੈਕਸ਼ਨ ਵਿੱਚ ਵੋਟ ਨਹੀਂ ਪਾ ਸਕਣਗੇ। ਜੇ ਇਸ ਬਿੱਲ ਉੱਤੇ ਪ੍ਰਤੀਕਰਮ ਦੀ ਗੱਲ ਕਰੀਏ ਤੇ ਬਾਦਲ ਸਾਹਿਬ ਤੇ ਐਸਜੀਪੀਸੀ ਦੇ ਮੈਂਬਰਾਂ ਨੇ ਦਾ ਬੜਾ ਸਵਾਗਤ ਕੀਤਾ ਵਾ। ਦੂਜੇ ਪਾਸੇ ਕਾਂਗਰਸ ਤੇ ਦੂਜੀਆਂ ਪਾਰਟੀਆਂ ਨੇ ਇਸ ਬਿੱਲ ਦੀ ਨਿੰਦਾ ਕੀਤੀ ਆ। ਕੁਝ ਲੋਕਾਂ ਨੇ ਤੇ ਇਹਨੂੰ ਬਾਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਵੀ ਕਹਿਤਾ, ਕਿਉਂਕਿ ਕਿਤੇ ਨਾ ਕਿਤੇ ਬਾਦਲ ਸਾਹਿਬ ਆਪਣੇ ਫਾਇਦੇ ਵਾਸਤੇ ਇਹ ਬਿੱਲ ਵਿੱਚ ਅਮੈਂਡਮੈਂਟ ਕਰਾਉਣ ਦੇ ਨੇ। ਅਸੀਂ ਚਾਹੇ ਮੰਨੀਏ ਚਾਹੇ ਅਸੀਂ ਨਾ ਮੰਨੀਏ, ਇਹ ਉਹੀ ਬਾਦਲ ਸਾਹਿਬ ਆ ਜਿਹਨੂੰ ਬਾਹਰ ਬੈਠੇ ਬਹੁਤ ਸਾਰੇ ਲੋਕ ਬੁਰਾ ਭਲਾ ਆਉਂਦੇ ਆ, ਪਰ ਜਦੋਂ ਐਸਜੀਪੀਸੀ ਦੀ ਇਲੈਕਸ਼ਨ ਵਿੱਚ ਵੋਟਿੰਗ ਰਾਈਟ ਦੀ ਗੱਲ ਆਈ ਤੇ ਸਹਿਜਧਾਰੀ ਨੂੰ ਬਾਹਰ ਕੀਤਾ ਗਿਆ, ਉਦੋਂ ਕਾਫੀ ਲੋਕ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੇ ਇਹਦੇ ਹੱਕ ਵਿੱਚ, ਬਾਦਲ ਸਾਹਿਬ ਦੇ ਹੱਕ ਵਿੱਚ ਗੱਲ ਕੀਤੀ। ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਇਆ ਕਿ ਜਦੋਂ ਗੁਰਦੁਆਰਾ ਕਮੇਟੀ ਦੀ ਵੋਟਾਂ ਪਾਉਣੀਆਂ ਹੋਣ, ਉਹਦੀ ਵੋਟਿੰਗ ਰਾਈਟ ਦਾ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਸਿਰਫ ਇਹ ਕਹਿਣਾ ਕਿ ਜੋ ਅੰਮ੍ਰਿਤਧਾਰੀ ਸਿੱਖ ਆ ਉਹਨਾਂ ਤੋਂ ਰਹੂਗਾ। ਮੈਨੂੰ ਇਹ ਲੌਜਿਕ ਅੱਜ ਤੱਕ ਸਮਝ ਨਹੀਂ ਆਇਆ ਕਿ ਉੱਥੇ ਕੋਈ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜਾ ਕਿ ਅੰਮ੍ਰਿਤਧਾਰੀ ਸਿੰਘਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਮੈਂਬਰ ਨੂੰ ਵੋਟ ਪਾਉਣੀ ਹੈ ਕਿਹੜੇ ਨੂੰ ਨਹੀਂ ਪਾਉਣੀ, ਕਿ ਉਹ ਟ੍ਰੇਨਿੰਗ ਸਹਿਜਧਾਰੀ ਸਿੱਖਾਂ ਨੂੰ ਨਹੀਂ ਦਿੱਤੀ ਜਾਂਦੀ। ਕਈ ਲੋਕ ਗੁਰਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕਾਂ ਲੈ ਕੇ ਤੁਹਾਨੂੰ ਸਮਝਾਉਣਗੇ ਤੇ ਸ਼ਾਇਦ ਇਸ ਬਿੱਲ ਦੇ ਪੱਖ ਵਿੱਚ ਗੱਲ ਕਰਨਗੇ, ਪਰ ਸੱਚ ਇਹ ਆ ਕਿਤੇ ਵੀ ਇਹ ਨਹੀਂ ਲਿਖਿਆ। ਐਸਜੀਪੀਸੀ ਨਾਮ ਦਾ ਜਾਂ ਇਦਾਂ ਦੀ ਸੰਸਥਾ ਬਣਾਉਣਾ, ਇਹ ਗੱਲਾਂ ਗੁਰਬਾਣੀ 'ਚ ਹੈ ਨਹੀਂ। ਇਹ ਹੁਣ ਪੋਲੀਟੀਕਲ ਮੁੱਦਾ ਵਾ, ਇਹਨੂੰ ਗੁਰਬਾਣੀ ਨਾਲ ਸਾਨੂੰ ਨਹੀਂ ਜੋੜਨਾ ਚਾਹੀਦਾ। ਜਿਹੜੀ ਸਾਡੀ ਪੋਪੂਲੇਸ਼ਨ ਇੰਡੀਆ ਵਿੱਚ, ਅਸੀਂ ਆਲਰੇਡੀ ਮਾਈਨੋਰਿਟੀ ਆ, 2% ਦੇ ਕੋਲ ਪੋਪੂਲੇਸ਼ਨ ਆ। ਕੁਝ ਲੀਡਰਾਂ ਨੇ ਇਹ ਵੀ ਗੱਲ ਕੀਤੀ ਕਿ ਮਾਈਨੋਰਿਟੀ ਨੂੰ ਡਿਵਾਈਡ ਕਰਨ ਦਾ ਕੰਮ ਕੀਤਾ ਜਾ ਰਿਹਾ, ਮਾਈਨੋਰਿਟੀ ਨੂੰ ਸਬ ਮਾਈਨੋਰਿਟੀਜ਼ ਡਿਵਾਈਡ ਕੀਤਾ ਜਾ ਰਿਹਾ ਵਾ। ਆਰਐਸਐਸ ਵਰਗੇ ਗਰੁੱਪਾਂ ਨੇ ਇਹਦੇ ਨਾਲ ਕਾਫੀ ਖੁਸ਼ ਹੋਏ, ਪਰ ਸਾਡੇ ਕਾਫੀ ਸਿੱਖ ਨੇ ਜਿਨ੍ਹਾਂ ਨੇ ਇਹਦੀ ਪ੍ਰਸ਼ੰਸਾ ਕੀਤੀ ਤੇ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ ਹੁਣ ਪਤਾ ਨਹੀਂ ਐਸਜੀਪੀਸੀ ਵਿੱਚ ਕੀ ਫੇਰ ਬਦਲ ਹੋ ਜਾਊਗਾ। ਮੈਂ ਜ਼ਰੂਰ ਵੇਖਣਾ ਚਾਹੂੰਗਾ ਆਉਣ ਵਾਲੇ ਸਮੇਂ ਵਿੱਚ। ਮੈਂ ਖਾਸ ਕਰਕੇ ਅਸੀਂ ਇੱਥੇ ਨਿਗਾਹ ਰੱਖਾਂਗੇ ਕਿ ਐਸਜੀਪੀਸੀ ਜਿਹੜੀ ਇਲੈਕਸ਼ਨ ਹੁੰਦੀ ਹੈ ਜਿਹਦੇ ਵਿੱਚ ਸਿਰਫ ਅੰਮ੍ਰਿਤਧਾਰੀ ਵੋਟਾਂ ਪਾਉਂਦੇ ਨੇ, ਪਹਿਲੀ ਗੱਲ ਤੇ ਇਹਦਾ ਇਲੈਕਸ਼ਨ ਰਿਜ਼ਲਟ ਕੀ ਹੁੰਦਾ ਹੈ। ਮੈਂ ਕੁਆਇਟ ਸ਼ੋਰ ਹਾਂ ਇਲੈਕਸ਼ਨ ਰਿਜ਼ਲਟ ਬਾਦਲ ਸਾਹਿਬ ਦੇ ਫੇਵਰ ਵਿੱਚ ਹੋਊਗਾ। ਦੂਜੀ ਗੱਲ, ਐਸਜੀਪੀਸੀ ਦੇ ਕੰਮਕਾਜ ਕੀ ਫਰਕ ਪੈਂਦਾ ਹੈ ਤੇ ਕੀ ਇੰਪਰੂਵਮੈਂਟਸ ਹੁੰਦੀ ਆ। ਅੱਜ ਭਗਵੰਤ ਮਾਨ ਸਾਹਿਬ ਨੇ ਜਾਂ ਹੋਰ ਕੁਝ ਲੀਡਰ ਨੇ ਇਸ ਬਿੱਲ ਉੱਤੇ ਕਮੈਂਟ ਕਰਦੇ ਹੋਏ, ਇਹਦੇ ਪੱਖ ਵਿੱਚ ਨਾ ਬੋਲਦੇ ਹੋਏ ਕਈ ਕਮਿਊਨਿਟੀ ਨੂੰ ਡਿਵਾਈਡ ਕਰਨ ਦੀਆਂ ਗੱਲਾਂ ਕੀਤੀਆਂ। ਖਾਸ ਕਰਕੇ ਹੈਰਾਨੀ ਤੋਂ ਉਦੋਂ ਹੋਈ ਜਦੋਂ ਕਿਸੇ ਨੇ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਤੱਕ ਦਾ ਨਾਂ ਦਿੱਤਾ। ਆਓ ਗੱਲਬਾਤ ਕਰਦੇ ਹਾਂ ਆਪਣੇ ਪੈਨਲਿਸਟ ਨਾਲ, ਉਹਨਾਂ ਦੇ ਵਿਚਾਰ ਲੈਂਦੇ ਹਾਂ। ਦਿਲਰਾਜ ਸਿੰਘ ਜੀ, ਜਰਮਨਜੀਤ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਹਫਤੇ ਦੀ ਸਭ ਤੋਂ ਪਹਿਲਾਂ ਇਹ ਕਹਾਂਗਾ ਕਿ ਇਹ ਜਿਹੜਾ ਬਿੱਲ ਪਾਸ ਹੋਇਆ ਵਾ, ਜਦੋਂ ਇਸ ਤੋਂ ਪਹਿਲਾਂ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਹੋਇਆ ਸੀ ਉਦੋਂ ਵੀ ਆਪਾਂ ਇਸ ਮੁੱਦੇ ਤੇ ਗੱਲ ਕੀਤੀ ਸੀ, ਉਦੋਂ ਵੀ ਕਾਫੀ ਇਹ ਮੁੱਦਾ ਉੱਠਿਆ ਸੀ। ਪਰ ਹੁਣ ਇਹ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ। ਹੁਣ ਇਸ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਏਗਾ, ਜਿਵੇਂ ਤੁਸੀਂ ਕਿਹਾ ਕਿ ਹੁਣ ਇਸ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗੇਗੀ ਤੇ ਕਾਨੂੰਨ ਬਣ ਜਾਏਗਾ। ਪਰ ਇਹ ਮੈਨੂੰ ਲੱਗਦਾ ਹੈ ਜਿਹੜਾ ਕਾਨੂੰਨ ਬਣੇਗਾ ਇਹ ਸਿੱਖ ਧਰਮ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ ਬਹੁਤ ਹੀ ਵੱਡੀ ਗੜਬੜੀ ਪੈਦਾ ਕਰਦਾ ਹੈ, ਕਿਉਂਕਿ ਸਿੱਖਾਂ ਦੇ ਵਿੱਚ ਅੱਜ ਤੱਕ ਸਾਰਿਆਂ ਧਰਮਾਂ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਕਈ ਨਾ ਕਈ ਉਪ ਜਾਤਾਂ, ਛੋਟੀਆਂ ਜਾਤਾਂ, ਵੱਡੀਆਂ ਜਾਤਾਂ ਹੈਗੀਆਂ, ਪਰ ਸਿੱਖਾਂ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਸੀ। ਕਿਉਂਕਿ ਸਿੱਖਾਂ ਦੇ ਵਿੱਚ ਸਾਰੇ ਇੱਕ ਜਗ੍ਹਾ ਬਹਿੰਦੇ ਸੀ, ਇੱਕ ਜਗ੍ਹਾ ਸਾਰੇ ਪੰਗਤ 'ਚ ਰੋਟੀ ਛਕਦੇ ਸੀ, ਲੰਗਰ ਛਕਦੇ ਸੀ, ਸਾਰੀ ਜਗ੍ਹਾ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਇੱਕੋ ਜਿਹਾ ਸੀ। ਪਰ ਹੁਣ ਇਹਨਾਂ ਨੇ ਸਿਰਫ ਸ਼੍ਰੋਮਣੀ ਕਮੇਟੀ ਦੇ ਵਿੱਚ ਆਪਣੀਆਂ ਵੋਟਾਂ ਦੇ ਖਾਤਰ, ਆਪਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀਆਂ ਵੋਟਾਂ ਦੇ ਖਾਤਰ ਉਹਨਾਂ ਤੇ ਕਬਜ਼ਾ ਬਰਕਰਾਰ ਰੱਖਣ ਦੀ ਖਾਤਰ ਇਹੋ ਜਿਹਾ ਬਿੱਲ ਪਾਸ ਕਰਵਾ ਲਿਆ ਕਿ ਉਹ ਚਾਹੁੰਦੇ ਨੇ ਕਿ ਸ਼੍ਰੋਮਣੀ ਕਮੇਟੀ ਤੇ ਉਹਨਾਂ ਦਾ ਸਦਾ ਹੀ ਕਬਜ਼ਾ ਰਹੇ, ਸਿਰਫ ਕਿ ਉਹ ਚਾਹੁੰਦੇ ਨੇ ਕਿ ਅੰਮ੍ਰਿਤਧਾਰੀ ਹੀ ਵੋਟਾਂ ਪਾ ਸਕਣ। ਹੁਣ ਜਿਨ੍ਹਾਂ ਨੂੰ ਇਹ ਸਹਿਜਧਾਰੀ ਕਹਿੰਦੇ ਨੇ, ਸਾਡੇ ਵਰਗੇ ਜਿਹੜੇ ਪਤਿਤ ਸਿੱਖ ਨੇ ਜਾਂ ਜਿਹਨਾਂ ਨੂੰ ਸਹਿਜਧਾਰੀ ਕਹਿੰਦੇ ਨੇ, ਉਹਦੇ ਵਿੱਚ ਕਾਂਗਰਸੀ ਵੀ ਆਉਂਦੇ ਨੇ, ਦੂਜੀਆਂ ਪਾਰਟੀਆਂ ਦੇ ਵੀ ਆਉਂਦੇ ਨੇ, ਪਰ ਹੁਣ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ, ਕਿਉਂਕਿ ਇਹਨਾਂ ਨੂੰ ਉਹ ਡਰ ਬਿਲਕੁਲ ਹੁਣ ਖਤਮ ਹੋ ਗਿਆ ਹੈ ਕਿ ਹਾਂ ਕਿ ਵੋਟ ਨਹੀਂ ਪਾ ਸਕਦੇ, ਸਿਰਫ ਇਹਨਾਂ ਨੂੰ ਜਿਹੜੇ ਵੋਟ ਪਾ ਸਕਦੇ ਨੇ ਉਹ ਇਹਨਾਂ ਦੇ ਬੰਦੇ ਹੋਣਗੇ। ਹੁਣ ਜੇਕਰ ਗੱਲ ਕੀਤੀ ਜਾਵੇ ਕਿ ਜਿਹੜਾ ਬਿੱਲ ਪਾਸ ਕੀਤਾ ਗਿਆ ਤੇ ਕਈਆਂ ਨੇ ਕਿੰਤੂ ਪਰੰਤੂ ਕੀਤਾ ਹੈ, ਪਰ ਕੁਝ ਕੁ ਲੋਕਾਂ ਨੇ, ਮੁੱਠੀ ਭਰ ਲੋਕਾਂ ਨੇ ਇਹਦਾ ਸਵਾਗਤ ਕੀਤਾ ਹੈ। ਉਹ ਸਵਾਗਤ ਉਹਨਾਂ ਹੀ ਕੀਤਾ ਹੈ ਜਿਹੜੇ ਲਗਾਤਾਰ, ਜਿਵੇਂ ਭਗਵੰਤ ਮਾਨ ਨੇ ਕਿਹਾ ਹੈ ਕਿ ਗੁਰੂ ਕੀ ਗੋਲਕ ਦੇ ਵਿੱਚੋਂ ਹੱਥ ਪਾਉਂਦੇ ਨੇ ਤੇ ਆਪਣਾ ਢਿੱਡ ਭਰਦੇ ਨੇ। ਇਹ ਉਹਨਾਂ ਲੋਕਾਂ ਨੇ ਖੁਸ਼ੀ ਮਨਾਈ ਹੈ। ਬਾਕੀ ਜਿਹਨਾਂ ਨਿੰਦਾ ਕੀਤੀ ਆ ਉਹ ਤਾਂ ਚਾਹੁੰਦੇ ਹੀ ਨਹੀਂ ਹੈ ਕਿ ਇਹ ਬਿੱਲ ਪਾਸ ਹੋਵੇ। ਸੋ ਮੈਂ ਇਹੀ ਕਹਾਂਗਾ ਕਿ ਇਹ ਜੋ ਕੁਝ ਵੀ ਹੋਇਆ ਹੈ ਇਹ ਸਿਰਫ ਇੱਕ ਹਮੇਸ਼ਾ ਗੱਲ ਪੰਜਾਬ ਦੇ ਵਿੱਚ ਆਉਂਦੀ ਹੈ ਸਾਹਮਣੇ ਕਿ ਬਾਦਲ ਸਰਕਾਰ ਵਜ਼ਾਰਤ 'ਚ ਹੋਵੇ ਨਾ ਹੋਵੇ, ਪੰਜਾਬ ਦੀ ਸੱਤਾ 'ਚ ਹੋਵੇ ਨਾ ਹੋਵੇ, ਲੇਕਿਨ ਉਹਦੇ ਪੈਰਲਲ ਇੱਕ ਉਹਨਾਂ ਦੀ ਸਰਕਾਰ ਚੱਲਦੀ ਰਹਿੰਦੀ ਹੈ ਤੇ ਉਹ ਹੈ ਸ਼੍ਰੋਮਣੀ ਕਮੇਟੀ ਦੀ।
ਹੁਣ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਬਾਦਲ ਸਰਕਾਰ ਸ਼੍ਰੋਮਣੀ ਕਮੇਟੀ ਦੀ ਸਰਕਾਰ ਛੱਡਣਾ ਨਹੀਂ ਚਾਹੁੰਦੀ, ਉਹ ਤੇ ਕਿਸੇ ਤਰੀਕੇ ਨਾਲ ਆਪਣੇ ਹੱਥ ਕੰਡੇ ਅਪਣਾ ਕੇ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੀ ਹੈ। ਤੇ ਇਹ ਹੱਥ ਕੰਡਿਆਂ ਦੇ ਵਿੱਚ ਇੱਕ ਹੋਰ ਉਹਨਾਂ ਦਾ ਇੱਕ ਅਗਲਾ ਕਦਮ ਹੈ ਜੋ ਉਹਨਾਂ ਨੇ ਬਿੱਲ ਪਾਸ ਕਰਵਾ ਕੇ ਪੂਰਾ ਕਰ ਲਿਆ। ਰਾਜ ਜੀ। ਹਰਪ੍ਰੀਤ ਜੀ ਬਿਲਕੁਲ ਮੈਂ ਜਰਮਨਜੀਤ ਦੀਆਂ ਕੁਝ ਗੱਲਾਂ ਨਾਲ ਸਹਿਮਤ ਹੈਗਾ ਵਾਂ। ਬੜੀਆਂ ਵਧੀਆ ਗੱਲਾਂ ਕੀਤੀਆਂ ਕਿ ਜਿਹੜੇ ਬੰਦੇ ਨੇ ਆਪਣੀਆਂ ਰੋਟੀਆਂ ਸੇਕਣੀਆਂ ਬਸ ਉਹੀ ਜ਼ਿਆਦਾ ਖੁਸ਼ ਨੇ। ਆਪਾਂ ਬਾਦਲ ਸਾਹਿਬ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ, ਇਹਦੇ ਵਿੱਚ ਤਾਂ ਕੋਈ ਵੀ ਦੋ ਰਾਏ ਨਹੀਂ ਹੈਗੀ ਕਿ ਇਹਨਾਂ ਨੇ ਇਹ ਜਿਹੜਾ ਬਿੱਲ ਪਾਸ ਕਰਵਾਇਆ ਵਾ ਇਹ ਸਿਰਫ ਤੇ ਸਿਰਫ ਆਪਣੇ ਨਿੱਜੀ ਸਵਾਰਥ ਕਰਕੇ ਕਰਵਾਇਆ ਵਾ। ਇਹਨਾਂ ਨੇ ਇਹ ਇਸ ਕਰਕੇ ਕਰਵਾਇਆ ਵਾ ਕਿ SGPC ਤੇ ਹਮੇਸ਼ਾ ਹੀ ਬਾਦਲ ਸਾਹਿਬ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਕਾਬਜ਼ ਰਵੇ। ਇਹਦੇ ਵਿੱਚ ਕੁਛ ਵੀ ਸਿੱਖੀ ਨਾਲ ਰਿਲੇਟਡ ਨਹੀਂ ਹੈਗਾ। ਕਈ ਬੰਦੇ ਕਹਿੰਦੇ ਨੇ ਕਿ ਗੁਰਬਾਣੀ ਦੇ ਵਿੱਚ ਤੁਕਾਂ ਵਾ ਹਰ ਬੰਦੇ ਨੂੰ ਸਿੱਖ ਬਣਨਾ ਚਾਹੀਦਾ, ਮੈਂ ਵੀ ਐਗਰੀ ਨਾ, ਹਰ ਬੰਦੇ ਨੂੰ ਸਿੱਖ ਬਣਨਾ ਚਾਹੀਦਾ, ਪਰ ਉਹਦੇ ਲਈ ਸਿਰਫ ਇੱਕ ਵੋਟ ਪਾਣਾ ਜਾਂ ਵੋਟ ਨਾ ਪਾਣ ਕਰਕੇ ਕੋਈ ਸਿੱਖ ਨਹੀਂ ਬਣੇਗਾ। ਤੁਹਾਨੂੰ ਲੋਕਾਂ ਨੂੰ ਐਜੂਕੇਟ ਕਰਨਾ ਪਏਗਾ, ਤੁਹਾਨੂੰ ਲੋਕਾਂ ਨੂੰ ਸਮਝਾਉਣਾ ਪਏਗਾ ਕਿ ਅਸਲੀ ਗੁਰੂ ਦਾ ਸਿੱਖ ਕੌਣ ਹੈਗਾ ਵਾ। ਉਹ ਜ਼ਿਆਦਾ ਵਧੀਆ ਤਰੀਕਾ ਵਾ। ਜੇ ਇੱਕ ਬੰਦਾ ਜਿਹੜਾ ਸਹਿਧਾਰੀ ਹੈ, ਪਹਿਲੀ ਗੱਲ ਤਾਂ ਸਹਿਧਾਰੀਆਂ ਪਤਿਤ ਵਰਡ ਆਪਣੇ ਕਿਤੇ ਵੀ ਨਹੀਂ ਹੈਗਾ, ਅੱਜ ਤੱਕ ਕਿਸੇ ਗੁਰੂ ਸਾਹਿਬ ਨੇ ਵੀ ਨਹੀਂ ਕਿਹਾ ਹੋਣਾ, ਨਾ ਕਿਸੇ ਹੋਰ ਗਿਆਨੀ ਧਿਆਨੀ ਨੇ ਕਿਹਾ ਹੋਣਾ, ਇਹ ਅਸੀਂ ਲੋਕਾਂ ਨੇ ਆਪਣੇ ਆਪ ਹੀ ਬਣਾ ਲਿਆ। ਇਹ ਹੁਣੇ ਤੋਂ ਹੀ ਵਰਡ ਥੋੜੇ ਸਾਲਾਂ ਤੋਂ ਨਿਕਲ ਕੇ ਸਾਹਮਣੇ ਆਇਆ ਵਾ। ਦੂਜੀ ਗੱਲ, ਜਦੋਂ ਵੀ ਇੱਕ ਸਹਿਧਾਰੀ ਸਿੱਖ ਜੇ ਵੋਟ ਨਹੀਂ ਵੀ ਪਾਉਂਦਾ, ਜੇ ਉਹ ਗੁਰਦੁਆਰੇ ਜਾ ਸਕਦਾ ਵਾ, ਮੱਥਾ ਟੇਕ ਸਕਦਾ ਵਾ, ਸਾਰਾ ਕੁਝ ਕਰ ਸਕਦਾ, ਏਦਾਂ ਤਾਂ ਉਹਨੇ ਸਿਰਫ ਵੋਟ ਕਰਕੇ ਤਾਂ ਨਹੀਂ ਸਿੱਖੀ ਅਪਣਾਉਣੀ ਹੈ, ਵੋਟ ਕਰਕੇ ਤਾਂ ਨਹੀਂ ਉਹਨੇ ਅੰਮ੍ਰਿਤ ਛਕਣਾ, ਉਹਨੂੰ ਐਜੂਕੇਟ ਕਰਨਾ ਪੈਣਾ ਵਾ। ਏਦਾਂ ਦੇ ਹੋਰ ਉਪਰਾਲੇ ਕਰਨੇ ਚਾਹੀਦੇ ਆ। ਤੇ ਜਿਹੜੇ ਲੋਕ ਅੱਖਾਂ ਬੰਦ ਕਰਕੇ ਅੱਜ ਬਾਦਲ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਾਰੀਫ ਕਰਦੇ ਪਏ ਆ ਕਿ ਜਿਹੜਾ ਬਿੱਲ ਪਾਸ ਹੋਇਆ ਬਹੁਤ ਵਧੀਆ ਕੀਤਾ, ਉਹਨਾਂ ਨੂੰ ਥੋੜਾ ਜਿਹਾ ਇਹ ਸੋਚਣ ਦੀ ਲੋੜ ਹੈਗੀ ਹੈ ਕਿ ਜਦੋਂ ਆਪਾਂ ਐਜੂਕੇਸ਼ਨ ਦੇਵਾਂਗੇ ਜਾਂ ਹੋਰ ਲੋਕਾਂ ਨੂੰ ਸਮਝਾਵਾਂਗੇ, ਉਦੋਂ ਜ਼ਿਆਦਾ ਲੋਕ ਜ਼ਿਆਦਾ ਟਰਾਂਸਫਾਰਮ ਹੋਣਗੇ, ਜ਼ਿਆਦਾ ਲੋਕ ਅੰਮ੍ਰਿਤਧਾਰੀ ਸਿੱਖ ਬਣਨਗੇ, ਸੱਚੇ ਸਿੱਖ ਬਣਨਗੇ, ਜਾਂ ਏਦਾਂ ਦਾ ਕੁਝ ਕਰਕੇ ਸੱਚੇ ਸਿੱਖ ਬਣਨਗੇ। ਇਹਦੇ ਹੱਥ ਵਿੱਚ ਮੈਂ ਹੋਰ ਗੱਲ ਜੋੜਨਾ ਚਾਹਾਂਗਾ ਕਿ ਇੱਕ ਮੈਂ ਜਿਹੜੀ ਗੱਲ ਕਰਦੇ ਆ ਕਿ ਮੇਰੇ ਲਈ ਮੇਰੀ ਉਮਰ ਛੋਟੀ ਹੈ, ਲੇਕਿਨ ਮੈਂ ਇਹ ਛੋਟਾ ਮੂੰਹ ਵੱਡੀ ਗੱਲ ਹੋਵੇਗੀ, ਪਰ ਮੈਂ ਫਿਰ ਵੀ ਇਹ ਗੱਲ ਕਹਾਂਗਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਅੰਮ੍ਰਿਤਧਾਰੀ ਆ ਉਹ ਸਿੱਖ ਆ। ਅੰਮ੍ਰਿਤਧਾਰੀ ਵੀ ਕਈ ਇਹੋ ਜਿਹੇ ਹੈਗੇ ਨੇ ਜਿਹੜੇ ਕਈ ਬਜਰ ਕੁਰਤੀਆਂ ਕਰਦੇ ਨੇ, ਜਿਹੜੇ ਕਿ ਅੰਦਰ ਛਿਪੇ ਕਈਆਂ ਜਿਹੜੇ ਕਰਦੇ ਹੋਣਗੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਹੋਊਗੀ ਕਿ ਉਹ ਕਿਹੜੀਆਂ ਗਲਤੀਆਂ ਕਰਦੇ ਨੇ। ਪਰ ਕਈ ਅਜਿਹੇ ਸਾਡੇ ਵਰਗੇ ਜਿਨ੍ਹਾਂ ਨੇ ਕੇਸ ਕਟਵਾਏ ਹੋਏ ਨੇ, ਉਹ ਵੀ ਕਈ ਅਜਿਹੇ ਕਹਿਣ ਦਾ ਮਤਲਬ ਕਿ ਰੱਬ ਨੂੰ ਮੰਨਣ ਵਾਲੇ ਨੇ, ਕੁਛ ਵੀ ਨਸ਼ਾ ਨਹੀਂ ਕਰਦੇ, ਸਿਰਫ ਉਹਨਾਂ ਨੇ ਕੇਸ ਕਟਵਾਏ ਹੋਏ ਨੇ। ਤੇ ਉਹ ਉਹਨਾਂ ਅੰਮ੍ਰਿਤਧਾਰੀਆਂ ਨੂੰ ਮੇਰੇ ਹਿਸਾਬ ਨਾਲ 100 ਗੁਣਾ ਚੰਗੇ ਨੇ ਜਿਹੜੇ ਇਹੋ ਜਿਹੀਆਂ ਅੰਮ੍ਰਿਤ ਛਕ ਕੇ ਬਜਰ ਕੁਰੀਤੀਆਂ ਕਰਦੇ ਨੇ ਤੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਉਹਨਾਂ ਅੰਮ੍ਰਿਤਧਾਰੀਆਂ ਨੂੰ। ਪਰ ਮੈਂ ਰਾਜ ਜੀ ਐਂਡ ਜਰਮਨ ਜੀ, ਆਈ ਡੋਂਟ ਥਿੰਕ ਕਿ ਤੁਹਾਨੂੰ ਇਹ ਚੀਜ਼ ਡਿਸਕਸ ਕਰਨੀ ਚਾਹੀਦੀ ਆ ਕਿ ਅੰਮ੍ਰਿਤਧਾਰੀ ਦੇ ਕਰੈਕਟਰ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਇਹ ਪੋਲੀਟੀਕਲ ਇਸ਼ੂ ਆ। ਤੁਸੀਂ ਜੇ ਦੀ ਟਾਈਮਿੰਗ ਦੇਖੋ, ਇਸ ਬਿੱਲ ਦੀ ਟਾਈਮਿੰਗ ਦੇਖੋ, ਇਹ ਬਿੱਲ ਕਦੋਂ ਪਾਸ ਕਰਾਇਆ ਜਾ ਰਿਹਾ? ਜਦੋਂ 2017 ਦੀਆਂ ਇਲੈਕਸ਼ਨਾਂ ਕੋਲ ਆ ਰਹੀਆਂ ਨੇ। 2017 ਦੀ ਜੇ ਇਲੈਕਸ਼ਨਾਂ ਦੀ ਗੱਲ ਕਰੀਏ, ਅਸੀਂ ਸਾਰੇ ਜਾਣਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਵਧੀਆ ਸਥਿਤੀ 'ਚ ਇਸ ਟਾਈਮ ਪੰਜਾਬ ਵਿੱਚ ਨਹੀਂ ਦਿਖ ਰਹੀ ਆ। ਅਮਰਿੰਦਰ ਸਿੰਘ ਜੀ ਕਾਂਗਰਸ ਵਾਪਸ ਪ੍ਰਧਾਨ ਬਣ ਚੁੱਕੇ ਨੇ, ਕੰਮ ਕਰ ਰਹੇ ਨੇ, ਪਰ ਆਪ ਪਾਰਟੀ ਦੇ ਹੋਣ ਦੇ ਕਾਰਨ ਕਾਂਗਰਸ ਦੇ ਵੀ ਕਿਤੇ ਨੰਬਰ ਕੋਈ ਖਾਸ ਵਧੀਆ ਨਹੀਂ ਦਿਖ ਰਹੇ। ਕੁੱਲ ਮਿਲਾ ਕੇ ਤਿੰਨ ਧੜ ਇਸ ਟਾਈਮ ਪੰਜਾਬ ਵਿੱਚ ਬਣ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਬੀਜੇਪੀ ਨੂੰ, ਜੋ ਉਹਨਾਂ ਦੀ ਭਾਈਵਾਲ ਪਾਰਟੀ ਆ। ਜੇ ਪੰਜਾਬ ਜਿੱਤਣਾ ਹੈ ਤਾਂ ਉਹਨਾਂ ਨੇ ਹੁਣ ਤੋਂ ਹੀ ਸਟ੍ਰੈਟਜੀ ਉਸ ਤਰ੍ਹਾਂ ਬਣਾਉਣੀ ਸ਼ੁਰੂ ਕਰਤੀ ਆ। ਬਾਦਲ ਸਾਹਿਬ ਨੂੰ ਪਤਾ ਹੈ ਕਿ ਬੀਜੇਪੀ ਸੈਂਟਰ 'ਚ ਆ, ਤੇ ਅਸੀਂ ਜੇ ਲਾਅ ਨਾਲ ਚੇਂਜਸ ਕਰਕੇ ਆਉਣ ਵਾਲੀ ਇਲੈਕਸ਼ਨ ਵਿੱਚ 2017 ਦੀ ਇਲੈਕਸ਼ਨ ਵਿੱਚ ਕੋਈ ਫਾਇਦਾ ਚੱਕ ਸਕਦੇ ਆ ਤਾਂ ਸਾਨੂੰ ਚੱਕਣਾ ਚਾਹੀਦਾ ਵਾ। ਇਹ ਸਰਾਸਰ ਤੇ ਸਿਰਫ ਪੋਲੀਟੀਕਲ ਮੂਵ ਆ ਤੇ ਸਿਰਫ 2017 ਦੀ ਇਲੈਕਸ਼ਨਾਂ ਨੂੰ ਧਿਆਨ 'ਚ ਰੱਖ ਕੇ ਇਹ ਲਾਅ ਬਣਾਇਆ ਗਿਆ ਵਾ। ਇੱਕ ਗੱਲ ਮੈਂ ਹੋਰ ਜ਼ਰੂਰ ਦੱਸ ਦੇਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ, ਬੜੀ ਹੈਰਾਨੀ ਹੋਊਗੀ ਤੁਹਾਨੂੰ ਜਦੋਂ ਤੁਸੀਂ 2 ਤੋਂ 3 ਮਹੀਨੇ ਪਹਿਲਾਂ SGPC ਦੀ ਇਲੈਕਸ਼ਨਾਂ ਹੁੰਦੀਆਂ ਵੇਖੋਗੇ, ਤਾਂ ਖਾਸ ਕਰਕੇ ਪੂਰੀ ਪਲਾਨਿੰਗ ਨਾਲ ਕਰਾਈਆਂ ਜਾਣਗੀਆਂ। 2 ਤੋਂ 3 ਮਹੀਨੇ ਪਹਿਲਾਂ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ, ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ, ਇਹਨਾਂ ਦੋਵਾਂ ਦਾ ਕੀ ਰੋਲ ਰਹਿੰਦਾ, ਇਹ ਦੋਵਾਂ ਕੀ ਰੋਲ ਪਲੇ ਕਰਦੀਆਂ ਨੇ, ਇਹ ਬੜਾ ਹੀ ਇੰਪੋਰਟੈਂਟ ਮੁੱਦਾ ਹੋਊਗਾ। ਕੁਝ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਸੀ, ਕੁਝ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਕੁਝ ਧਾਰਮਿਕ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ
ਕਿ ਜੇ ਅਸੀਂ 2017 ਜਿੱਤਦੇ ਹਾਂ ਉਸ ਤੋਂ ਬਾਅਦ ਅਸੀਂ ਐਸਜੀਪੀਸੀ ਇਲੈਕਸ਼ਨ ਵਿੱਚ ਤੁਹਾਡੀ ਮਦਦ ਕਰਾਂਗੇ। ਪਰ ਹੁਣ ਕਿਉਂਕਿ ਇਲੈਕਸ਼ਨਾਂ ਪਹਿਲਾਂ ਆ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਨੂੰ ਡਿਸਾਈਡ ਕਰਨਾ ਪਊਗਾ ਕਿ ਉਹ ਐਸਜੀਪੀਸੀ ਇਲੈਕਸ਼ਨ ਵਿੱਚ ਕੁੱਦਣਾ ਚਾਹੂਗੀ ਜਾਂ ਨਹੀਂ ਕੁੱਦੂਗੀ। ਜੇ ਕੁੱਦਦੇ ਨੇ ਤਾਂ ਸ਼ਾਇਦ ਤਾਂ ਵੀ ਉਹਨਾਂ ਦਾ ਨੁਕਸਾਨ, ਜੇ ਨਹੀਂ ਕੁੱਦਦੇ ਨੇ ਸ਼ਾਇਦ ਤਾਂ ਵੀ ਉਹਨਾਂ ਦਾ ਨੁਕਸਾਨ। ਉਧਰ ਕੈਪਟਨ ਸਾਹਿਬ ਨੂੰ ਵੀ ਕਾਫੀ ਕੈਪਟਨ ਸਾਹਿਬ ਨੂੰ ਵੀ ਸਾਰੇ ਡਿਸੀਜਨ ਲੈਣੇ ਪੈਣਗੇ ਕਿ ਕਾਂਗਰਸ ਐਸਜੀਪੀਸੀ ਇਲੈਕਸ਼ਨ ਵਿੱਚ ਹਿੱਸਾ ਲਊਗੀ ਜਾਂ ਨਹੀਂ ਲਊਗੀ। ਹਾਂਜੀ ਜਰਮਨ ਜੀ। ਹਰਪ੍ਰੀਤ ਜੀ ਜੀ ਮੈਂ ਤੁਹਾਨੂੰ ਯਾਦ ਦਿਵਾ ਦੇਵਾਂ ਕਿ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਸੀ ਉਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਹੋਈਆਂ ਸੀ, ਉਦੋਂ ਵੀ ਇੰਨੀ ਇਹਨਾਂ ਦੀ ਇੱਕ ਚਾਲ ਸੀ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਵਾ ਲਈ ਜਾਵੇ 2-3 ਮਹੀਨੇ ਪਹਿਲਾਂ, ਕਿ ਜਦੋਂ ਇਹਨਾਂ ਨੂੰ ਪਤਾ ਸੀ ਕਿ ਅਸੀਂ ਜਿੱਤ ਜਾਣਾ ਹੈ ਤੇ ਉਹਦੀ ਇੱਕ ਹਵਾ ਬਣ ਜਾਏਗੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ। ਉਸ ਤੋਂ ਬਾਅਦ ਵੀ ਉਹ ਇਲੈਕਸ਼ਨ ਜਿੱਤਣ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਾਮਯਾਬ ਰਹੇ ਸੀ ਤੇ ਹੁਣ ਵੀ ਇਹਨਾਂ ਦੀ ਇਹੀ ਗੱਲ ਸੀ। ਹੁਣ ਇਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੇ ਕੁਝ ਜਿਵੇਂ ਕੁਝ ਇਸ਼ੂ ਇਹੋ ਜਿਹੇ ਹੋ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਕਾਲੀ ਦਲ ਦੀ ਸਾਖ ਥੋੜੀ ਜਿਹੀ ਖਰਾਬ ਹੋ ਗਈ ਪੰਜਾਬ ਦੇ ਵਿੱਚ, ਹੋਰ ਵੀ ਨਸ਼ੇ ਨੂੰ ਲੈ ਕੇ ਮੁੱਦਿਆਂ ਨੂੰ, ਜਿਹੜੇ ਉਹ ਮੁੱਦਿਆਂ ਨੂੰ ਧਿਆਨ ਭਟਕਾ ਕੇ ਲੋਕਾਂ ਨੂੰ ਧਾਰਮਿਕ ਮੁੱਦਿਆਂ ਤੇ ਲੈ ਆਏ ਨੇ। ਇੱਕ ਤਾਂ ਇਹਨਾਂ ਨੇ ਸਹਿਜਧਾਰੀ ਬਿੱਲ ਦੇ ਵਿੱਚ ਜੋ ਵੀ ਇਹ ਸਹਿਜਧਾਰੀ ਲੋਕਾਂ ਨੂੰ ਜਾਂ ਕਹਿੰਦੇ ਨੇ ਕਿ ਬਿੱਲ ਦੇ ਵਿੱਚ ਅਮੈਂਡਮੈਂਟ ਕਰਵਾ ਕੇ ਉਹਨਾਂ ਨੂੰ ਬਾਹਰ ਕਰਤਾ ਹੈ ਵੋਟਿੰਗ ਦੇ ਹੱਕ ਤੋਂ, ਉਹਨਾਂ ਨੂੰ ਅਧਿਕਾਰ ਕੋਲ ਹੈ। ਇੱਕ ਉਹਨਾਂ ਨੇ ਜਿਹੜੀ ਕੱਲ ਗੱਲ ਹੋਈ ਸੀ ਸੁਬਰਾਮਨੀਅਮ ਸਵਾਮੀ ਨੇ ਜਾਂ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਹੈ ਕਿ ਸਾਨੂੰ 84 ਦੇ ਜਿਹੜੇ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਹਦੀਆਂ ਫਾਈਲਾਂ ਜਨਤਕ ਕਰਾਂਗੇ। ਇਹ ਬਿਲਕੁਲ ਹੀ ਇਹ ਇੱਕ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵਾਸਤੇ ਹੀ ਤਿਆਰੀ ਕਰਦੇ ਪਏ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਦੀ ਗੱਲ ਜਦੋਂ ਇਹ ਇਲੈਕਸ਼ਨ ਜਿੱਤ ਜਾਣਗੇ ਇਹਨਾਂ ਨੂੰ ਇਹੀ ਲੱਗਦਾ ਕਿ ਸਾਡੇ ਹੱਕ 'ਚ ਹਵਾ ਬਣ ਜਾਵੇਗੀ, ਉਸ ਤੋਂ ਬਾਅਦ ਅਸੀਂ ਆਸਾਨੀ ਦੇ ਨਾਲ ਜਿਹੜੀਆਂ 2017 ਦੀ ਚੋਣਾਂ ਉਹਦੇ ਵਿੱਚ ਉਤਰਾਂਗੇ। ਸਿਰਫ ਇਹ ਜੋ ਵੀ ਕੁਝ ਹੋ ਰਿਹਾ ਜਿਵੇਂ ਤੁਸੀਂ ਕਿਹਾ ਕਿ ਇਹ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਹੀ ਕੀਤਾ ਜਾ ਰਿਹਾ ਹੈ। ਦੇਖੋ ਜਰਮਨ ਜੀ, ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈਗੀ ਕਿ ਇਹ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਹੀ ਕੀਤਾ ਜਾ ਰਿਹਾ ਹੈ। ਪਰ ਆਪਾਂ ਇੱਕ ਚੀਜ਼ ਇਹ ਵੀ ਲੈ ਕੇ ਚੱਲੀਏ ਕਿ ਬਾਦਲ ਸਾਹਿਬ ਜਾਂ ਉਹ ਸਿੱਖ ਜਥੇਬੰਦੀਆਂ ਜਿਹੜੇ ਬਾਦਲ ਸਾਹਿਬ ਨੂੰ ਸਪੋਰਟ ਕਰਦੀਆਂ ਪਈਆਂ ਜਾਂ ਐਸਜੀਪੀਸੀ, ਉਹ ਸਾਰੇ ਇਹਨੂੰ ਇਲੈਕਸ਼ਨ ਦਾ ਤਾਂ ਕੋਈ ਰੋਲ ਹੀ ਨਹੀਂ ਕਹਿੰਦੇ। ਉਹ ਇਹਨੂੰ ਸਿਰਫ ਇਹ ਸਹਿਰਾ ਬੰਦੇ ਪਏ ਹੈਗੇ ਆਪਣੇ ਸਿਰ ਕਿ ਹਾਂ ਅਸੀਂ ਚਾਹੁੰਦੇ ਹਾਂ ਕਿ ਸਿਰਫ ਅੰਮ੍ਰਿਤਧਾਰੀ ਸਿੱਖ ਹੀ ਆਣ, ਅੰਮ੍ਰਿਤਧਾਰੀ ਸਿੱਖ ਜਿਹੜੇ ਹੈਗੇ ਆ ਉਹ ਇਲੈਕਸ਼ਨ ਲੜਨ ਤੇ ਉਹੀ ਵੋਟਿੰਗ ਰਾਈਟ ਪਾ ਸਕਣ ਤੇ ਉਹੀ ਪੰਥ ਨੂੰ ਸਹੀ ਢੰਗ ਦੇ ਨਾਲ, ਸੁਚੇਰੂ ਢੰਗ ਦੇ ਨਾਲ ਐਸਜੀਪੀਸੀ ਦੀ ਅਗਵਾਈ ਕਰ ਸਕਣ। ਪਹਿਲੀ ਚੀਜ਼। ਦੂਜੀ ਚੀਜ਼, ਤੁਸੀਂ ਹਰਪ੍ਰੀਤ ਜੀ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਜੇ ਵੋਟਾਂ ਪਹਿਲੇ ਹੁੰਦੀਆਂ ਤੇ ਕਿੱਦਾਂ ਸਪੋਰਟ ਕਰਨਗੇ, ਕਿੱਦਾਂ ਨਹੀਂ ਸਪੋਰਟ ਕਰਨਗੇ। ਅੱਜ ਤਕਰੀਬਨ 6 ਮਹੀਨੇ ਰਹਿੰਦੇ ਆ। ਜੇ ਆਪਾਂ ਐਸਜੀਪੀਸੀ ਦੀ ਇਲੈਕਸ਼ਨ ਲੈ ਕੇ ਚੱਲੀਏ ਅਕਤੂਬਰ ਜਾਂ ਨਵੰਬਰ ਵਿੱਚ ਹੋਏਗੀ, ਜਿਹਦੇ ਪੂਰੇ ਚਾਂਸਿਸ ਹੈ ਅਕਤੂਬਰ ਵਿੱਚ ਹੀ ਹੋਏਗੀ, ਕਿਉਂਕਿ 10 ਨਵੰਬਰ ਨੂੰ ਗੁਰਬਖਸ਼ ਖਾਲਸਾ ਵਾ, ਉਸ ਤੋਂ ਪਹਿਲੇ ਹੀ ਕਰਨਗੇ। ਮੈਂ ਅੱਜ ਇਸ ਚੈਨਲ ਦੇ ਮਾਧਿਅਮ ਨਾਲ ਅੱਜ ਕਹਿਣਾ ਪਿਆ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਜੇ 2017 ਵਿਧਾਨ ਸਭਾ ਤੋਂ ਪਹਿਲੇ ਇਲੈਕਸ਼ਨ ਹੁੰਦੀ ਹੈ ਤੇ ਉਹਨਾਂ ਦੋਨਾਂ ਚੋਂ ਕੋਈ ਵੀ ਇਹ ਇਲੈਕਸ਼ਨ ਨਹੀਂ ਲੜੇਗਾ। ਇਹ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਸਿਮਰਨਜੀਤ ਸਿੰਘ ਮਾਨ ਵਾਲਾ ਵਿੰਗ ਹੀ ਲੜੇਗਾ। ਬਾਕੀ ਮੈਂ 2000% ਸ਼ੋਰ ਹਾਂ ਕਿ ਉਹਨਾਂ ਦੋਨਾਂ ਚੋਂ ਕੋਈ ਵੀ ਇਹ ਇਲੈਕਸ਼ਨ ਨਹੀਂ ਲੜੇਗਾ। ਇਹ ਤਾਂ ਦਿਲਰਾਜ ਜੀ ਸ਼ੁਰੂ ਤੋਂ ਗੱਲ ਆਈ ਹੈ ਕਿ ਕਾਂਗਰਸ ਪਾਰਟੀ ਜਾਂ ਦੂਜੀ ਪਾਰਟੀ ਕੋਈ ਜਿਹੜੀ ਗੈਰ ਸਿੱਖ ਪਾਰਟੀ ਆ ਉਹ ਇਲੈਕਸ਼ਨ ਨਹੀਂ ਲੜਦੀ, ਪਰ ਉਹ ਕਿਸੇ ਨਾ ਕਿਸੇ ਪਾਰਟੀਆਂ ਜਿਵੇਂ ਸਿਮਰਨਜੀਤ ਸਿੰਘ ਮਾਨ ਲੜੇਗਾ ਤਾਂ ਉਹਨੂੰ ਬਾਹਰੋਂ ਸਮਰਥਨ ਤਾਂ ਕਰ ਸਕਦੀਆਂ ਨੇ। ਇਹੋ ਜਿਹੀ ਗੱਲ ਤਾਂ ਹੈਗੀ ਓਪਨ ਹੋ ਕੇ ਸਮਰਥਨ ਕਰਨਾ 3-4-6 ਮਹੀਨੇ ਪਹਿਲੇ ਮੈਨੂੰ ਥੋੜਾ ਜਿਹਾ ਡਾਊਟ ਹੈਗਾ ਇਹਦੇ ਵਿੱਚ। ਡਾਊਟ ਕਿਉਂ? ਮੈਨੂੰ ਯਕੀਨ ਹੈ ਕਿ ਜਿੱਦਾਂ ਆਮ ਆਦਮੀ ਪਾਰਟੀ ਦਾ ਕਿਹਾ ਜਾ ਰਿਹਾ ਸੀ ਕਿ ਕੁਝ ਸਿੱਖ ਜਥੇਬੰਦੀਆਂ ਨੂੰ ਸਪੋਰਟ ਕਰੇਗੀ, ਓਪਨਲੀ ਸਪੋਰਟ ਕਰੇਗੀ ਤੇ ਜਿਹੜੀਆਂ ਸਿੱਖ ਜਥੇਬੰਦੀਆਂ 2017 ਇਲੈਕਸ਼ਨ ਵਿੱਚ ਉਹਨੂੰ ਸਪੋਰਟ ਕਰਨਗੀਆਂ। ਪਰ ਹੁਣ ਜੇ ਇਲੈਕਸ਼ਨ ਪਹਿਲੇ ਹੁੰਦੀ ਹੈ ਤੇ ਆਮ ਆਦਮੀ ਪਾਰਟੀ ਕੋਈ ਵੀ ਰਿਸਕ ਨਹੀਂ ਲਏਗੀ। ਮੈਂ ਯਾਦ ਦਵਾ ਦੇਵਾਂ ਆਪਣੇ ਵਿਊਅਰਸ ਨੂੰ ਵੀ ਕਿ ਖਡੂਰ ਸਾਹਿਬ ਦੀ ਇਲੈਕਸ਼ਨ ਸਿਰਫ ਇਸੇ ਰਿਸਕ ਦੇ ਚੱਕਰ ਵਿੱਚ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਨਹੀਂ ਲੜੀ, ਨਹੀਂ ਤੇ ਲੜ ਸਕਦੇ ਸੀਗੇ। ਜਿਹੜੀ ਇੱਕ ਹਵਾ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੀ, ਉਹ ਕਦੀ ਵੀ ਤੋੜਨਾ ਨਹੀਂ ਚਾਹਣਗੇ। ਮੈਂ 100% ਸ਼ੋਰ ਹਾਂ ਕਿ ਉਹ ਕਦੀ ਵੀ ਕਿਸੇ ਵੀ ਜਥੇਬੰਦੀ ਨੂੰ ਸਪੋਰਟ ਨਹੀਂ ਕਰਨਗੇ ਜੇ 2017 ਇਲੈਕਸ਼ਨ ਤੋਂ ਪਹਿਲੇ ਇਹ ਵਾਲੀ ਐਸਜੀਪੀਸੀ ਦੀ ਇਲੈਕਸ਼ਨ ਹੋ ਜਾਂਦੀ ਹੈ। ਇੱਕ ਬੜੀ ਇੰਪੋਰਟੈਂਟ ਗੱਲ ਤੁਸੀਂ ਜਰਮਨਜੀਤ ਸਿੰਘ ਜੀ ਹੁਣੇ ਜਰਮਨਜੀਤ ਸਿੰਘ ਜੀ ਤੁਸੀਂ ਹੁਣੇ ਸੁਬਰਾਮਨੀਅਮ ਸਵਾਮੀ ਦੀ ਗੱਲ ਕੀਤੀ, ਬੜਾ ਹੀ ਇੰਪੋਰਟੈਂਟ ਮੁੱਦਾ ਤੁਸੀਂ ਛੇੜਿਆ, ਪਰ ਇਹਨੂੰ ਵੀ ਥੋੜਾ ਜਿਹਾ ਬਰੀਕੀ ਨਾਲ ਵੇਖਣ ਦੀ ਲੋੜ ਆ। ਸੁਬਰਾਮਨੀਅਮ ਸਵਾਮੀ ਜੋ ਕਿ ਲਵਲੀ ਯੂਨੀਵਰਸਿਟੀ ਚ ਆਉਂਦੇ ਆ ਤੇ ਬਲੂ ਸਟਾਰ ਆਪਰੇਸ਼ਨ ਦੇ ਨਾਲ ਫਾਈਲਾਂ ਨੂੰ ਜਨਤਕ ਕਰਨ ਦੀ ਗੱਲ ਕਰਦੇ ਆ। ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਸੁਬਰਾਮਨੀਅਮ ਸਵਾਮੀ ਕੌਣ ਨੇ ਤੇ ਉਹ ਕਦੋਂ ਗੱਲ ਕਰਦੇ ਆ। ਸੁਬਰਾਮਨੀਅਮ ਸਵਾਮੀ ਨੂੰ ਹੁਣੇ ਰਾਜ ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ ਵਾ ਬੀਜੇਪੀ ਵੱਲੋਂ। ਪੰਜਾਬ ਜਾਂਦੇ ਨੇ, ਲਵਲੀ ਯੂਨੀਵਰਸਿਟੀ ਵਿੱਚ ਗੱਲ ਕਰਦੇ ਹੋਏ ਬਲੂ ਸਟਾਰ ਆਪਰੇਸ਼ਨ ਦੀ ਫਾਈਲ ਨੂੰ ਜਨਤਕ ਕਰਾਉਣ ਦੀ ਗੱਲ ਕਰਦੇ ਨੇ। ਉਹਨਾਂ ਦੇ ਬਿਲਕੁਲ ਬਾਅਦ ਸੀ ਹਰਸਿਮਰਤ ਕੌਰ ਬਾਦਲ ਵੀ ਬਲੂ ਸਟਾਰ ਆਪਰੇਸ਼ਨ ਦੀਆਂ ਫਾਈਲਾਂ ਨੂੰ ਜਨਤਕ ਕਰਾਉਣ ਦੀ ਗੱਲ ਕਰਦੀ ਹੈ।
ਕੱਲ ਦੀ ਗੱਲ ਕਰੀਏ ਤੇ ਮੱਕੜ ਸਾਹਿਬ ਵੀ ਇਹੀ ਗੱਲ ਕਰਦੇ ਆ, ਕਿਤੇ ਨਾ ਕਿਤੇ ਜਿਹੜਾ ਸਾਰਾ ਮਾਹੌਲ ਆ ਉਹਨੂੰ ਚੇਂਜ ਕੀਤਾ ਜਾ ਰਿਹਾ। ਬਲੂ ਸਟਾਰ ਆਪਰੇਸ਼ਨ ਦੀ ਜੇ ਫਾਈਲਾਂ ਜਨਤਕ ਹੁੰਦੀਆਂ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਿੱਖਾਂ ਦੇ ਇਮੋਸ਼ਨਸ ਨਾਲ ਖੇਡਿਆ ਜਾਊਗਾ। ਸਾਰਾ ਮਾਹੌਲ ਜਿਹੜਾ ਵਾ, ਚਾਹੇ ਐਸਜੀਪੀਸੀ ਦੇ ਵੋਟਿੰਗ ਰਾਈਟ ਦਾ ਹੋਵੇ, ਚਾਹੇ ਬਲੂ ਸਟਾਰ ਦੀ ਆਪਰੇਸ਼ਨ ਦੀਆਂ ਫਾਈਲਾਂ ਨੂੰ ਜਨਤਕ ਕਰਨ ਦਾ ਗੱਲ ਹੋਵੇ, ਸਿਰਫ ਤੇ ਸਿਰਫ 2017 ਦੀਆਂ ਇਲੈਕਸ਼ਨ ਨੂੰ ਧਿਆਨ ਚ ਰੱਖ ਕੇ ਇੱਕ ਵਧੀਆ ਸਟ੍ਰੈਟਜੀ ਦੇ ਹਿਸਾਬ ਨਾਲ ਇਹ ਸਾਰੇ ਕੰਮ ਕੀਤੇ ਜਾ ਰਹੇ ਨੇ। ਬੀਜੇਪੀ ਤੇ ਅਕਾਲੀ ਦਲ ਕੋਈ ਵੀ ਵਾਹ ਨਹੀਂ ਛੱਡ ਰਹੀ। ਮੈਂ ਇਹ ਨਹੀਂ ਕਹਿ ਰਿਹਾ ਇਹ ਸਭ ਕਰਨ ਨਾਲ ਬੀਜੇਪੀ ਤੇ ਅਕਾਲੀ ਦਲ ਪੰਜਾਬ ਦੀ ਇਲੈਕਸ਼ਨ ਜਿੱਤ ਜਾਣਗੇ, ਪਰ ਉਹ ਸਾਰੇ ਪੱਤੇ ਜੋ ਬੀਜੇਪੀ ਤੇ ਅਕਾਲੀ ਦਲ ਦੇ ਇਸ ਟਾਈਮ ਹੱਥ 'ਚ ਨੇ ਉਹ ਖੇਡ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੰਜਾਬ ਦੀ ਇਲੈਕਸ਼ਨ ਜਿੱਤੀਏ। ਥੋੜਾ ਜਿਹਾ ਤੁਹਾਨੂੰ ਮੋਦੀ ਸਾਹਿਬ ਤੇ ਜ਼ਰੂਰ ਨਿਗਾਹ ਮਾਰਨੀ ਚਾਹੀਦੀ ਹੈ। ਮੋਦੀ ਸਾਹਿਬ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਉਸ ਤੋਂ ਬਾਅਦ ਇੱਕ ਵੇਵ ਕਹਿ ਰਹੇ ਸੀ ਕਿ ਮੋਦੀ ਸਾਹਿਬ ਦਾ ਇੱਕ ਹਵਾ ਚੱਲ ਪਈ ਹੈ ਪੂਰੇ ਇੰਡੀਆ ਵਿੱਚ। 3 ਸਟੇਟਾਂ 'ਚ ਇਲੈਕਸ਼ਨ ਹੋਈਆਂ, ਮੋਦੀ ਸਾਹਿਬ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੀਜੇਪੀ ਨੂੰ ਜਿੱਤ ਮਿਲੀ। ਉਸ ਤੋਂ ਬਾਅਦ ਥੋੜਾ ਜਿਹਾ ਗੱਲ ਕਰੀਏ ਜਿੱਥੋਂ ਮੋਦੀ ਸਾਹਿਬ ਦੀ ਹਵਾ ਠੰਡੀ ਹੋਣ ਦੀ ਗੱਲ ਕਰੀਏ, ਦਿੱਲੀ 'ਚ ਇਲੈਕਸ਼ਨ ਹੋਈ, ਬੜੀ ਬੁਰੀ ਤਰ੍ਹਾਂ ਬੀਜੇਪੀ ਨੂੰ ਮਾਤ ਮਿਲੀ, ਤਾਂ ਹਵਾ ਨੂੰ ਠੰਡੀ ਹੋਣ ਦੀ ਗੱਲ ਕੀਤੀ ਜਾ ਰਹੀ ਸੀ। ਉਸ ਤੋਂ ਬਾਅਦ ਅਸੀਂ ਆ ਜਾਈਏ ਬਿਹਾਰ ਤੇ। ਬਿਹਾਰ ਇਲੈਕਸ਼ਨ ਹੋਈ, ਉੱਥੇ ਵੀ ਸਾਨੂੰ ਦੇਖਣ ਨੂੰ ਮਿਲਿਆ ਕਿ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਈਵਨ ਦੋ ਕਿ ਮੋਦੀ ਸਾਹਿਬ ਤੇ ਅਮਿਤ ਸ਼ਾਹ ਨੇ ਪੂਰਾ ਜ਼ੋਰ ਲਾਤਾ ਉਹ ਇਲੈਕਸ਼ਨ ਜਿੱਤਣ ਤੇ, ਪਰ ਬੀਜੇਪੀ ਨੂੰ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ। ਅਸਾਮ ਦੇ ਵਿੱਚ ਆਲਰੇਡੀ ਇਲੈਕਸ਼ਨ ਚੱਲ ਰਹੀ ਹੈ, ਉਸ ਤੋਂ ਬਾਅਦ ਤਮਿਲਨਾਡੂ, ਯੂਪੀ ਤੇ ਕੁਝ ਪ੍ਰਾਂਤਾਂ ਵਿੱਚ ਇਲੈਕਸ਼ਨ ਆ। ਬੀਜੇਪੀ ਨੂੰ ਕਿਤੇ ਨਾ ਕਿਤੇ ਸਾਰੇ ਹੀ ਸਟੇਟਾਂ 'ਚ ਇਲੈਕਸ਼ਨ ਹਾਰਨ ਦਾ ਡਰ ਆ। ਸ਼ਾਇਦ ਇੱਕ ਅੱਧੇ ਸਟੇਟ ਜਿੱਤ ਜਾਏ, ਪਰ ਜਿਹੜਾ ਪੰਜਾਬ ਆ 2017 ਹੋਣਾ ਵਾ, ਜੇ ਪੰਜਾਬ ਜਿੱਤਦੇ ਨੇ ਐਟਲੀਸਟ ਜਿਹੜੀ 2019 'ਚ ਇੰਡੀਆ 'ਚ ਫਿਰ ਤੋਂ ਇਲੈਕਸ਼ਨ ਹੋਣੀ ਆ, ਉਦੋਂ ਤੱਕ ਮੋਦੀ ਸਾਹਿਬ ਤੇ ਬੀਜੇਪੀ ਪਾਰਟੀ ਆਪਣੀ ਸਾਖ, ਆਪਣੀ ਇਮੇਜ ਇੰਡੀਆ ਸ਼ਾਇਦ ਇਹਨਾਂ ਨੂੰ ਪੰਜਾਬ ਦੀ ਇਲੈਕਸ਼ਨ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਮੈਂ ਇਹ ਨਹੀਂ ਕਹਿ ਰਿਹਾ ਕਿ ਦੂਜੇ ਸਟੇਟਾਂ ਦੀ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨਗੇ, ਯੂਪੀ ਦਾ ਵੀ ਪੂਰਾ ਜ਼ੋਰ ਲਾਇਆ ਜਾਊਗਾ, ਕਿਉਂਕਿ ਯੂਪੀ ਦੀਆਂ ਜਿੰਨੀਆਂ ਸੀਟਾਂ ਲੋਕ ਸਭਾ ਵਿੱਚ ਆ ਉਨੀਆਂ ਸ਼ਾਇਦ ਕਿਤੋਂ ਦੀਆਂ ਨਹੀਂ ਹੈ। ਪਰ ਪੰਜਾਬ ਦੀ ਇਲੈਕਸ਼ਨ ਮੋਦੀ ਸਾਹਿਬ ਵਾਸਤੇ, ਬਾਦਲ ਸਾਹਿਬ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਓਵਰਆਲ ਬਹੁਤ ਹੀ ਇੰਪੋਰਟੈਂਟ ਆ। ਤੇ ਜੋ ਵੀ ਇਸ ਟਾਈਮ ਪੰਜਾਬ ਦੇ ਵਿੱਚ ਤੁਹਾਨੂੰ ਰੂਲਸ ਰੈਗੂਲੇਸ਼ਨ ਦੇਖਣ ਨੂੰ, ਚੇਂਜਸ ਦੇਖਣ ਨੂੰ ਮਿਲ ਰਹੇ ਨੇ, ਜਾਂ ਫਿਰ ਜੋ ਗੱਲਾਂ ਹੋ ਰਹੀਆਂ ਨੇ, ਸਾਰਾ ਕੁਝ 2017 ਦੀ ਇਲੈਕਸ਼ਨ ਨੂੰ ਧਿਆਨ 'ਚ ਰੱਖ ਕੇ ਕੀਤਾ ਜਾ ਰਿਹਾ ਹੈ। ਹਾਂਜੀ ਆਰਤੀ ਜੀ, ਬਿਲਕੁਲ ਇਹ ਜੋ ਵੀ ਹੈ 2017 ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਜੋ ਵੀ ਹੋ ਰਿਹਾ ਸਭ ਕੁਝ ਹੋ ਰਿਹਾ। ਜੇਕਰ ਗੱਲ ਕੀਤੀ ਭਾਜਪਾ ਦੀ, ਜਿਵੇਂ ਤੁਸੀਂ ਕਿਹਾ ਹੈ ਕਿ ਭਾਜਪਾ ਦੀ ਪਹਿਲਾਂ ਇੰਨੀ ਹਵਾ ਸੀ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ, ਉਸ ਤੋਂ ਬਾਅਦ ਹਵਾ ਇੰਨੀ ਠੰਡੀ ਹੋ ਗਈ ਕਿ ਦਿੱਲੀ ਦੇ ਵਿੱਚ ਬੁਰੀ ਤਰ੍ਹਾਂ ਹਾਰੇ, ਬਿਹਾਰ ਦੇ ਵਿੱਚ ਬੁਰੀ ਤਰ੍ਹਾਂ ਹਾਰੇ। ਤੁਸੀਂ ਦੇਖੋ ਕਿ ਚਾਹੇ ਉਹ ਬਿਹਾਰ ਦੀ ਗੱਲ ਹੋਵੇ, ਚਾਹੇ ਮਹਾਰਾਸ਼ਟਰ ਦੀ ਹੋਵੇ, ਮਹਾਰਾਸ਼ਟਰ ਦੇ ਵਿੱਚ ਵੀ ਉਹਨਾਂ ਨੇ ਧਾਰਮਿਕ ਮੁੱਦੇ ਉਠਾਏ, ਉਹ ਜਿੱਤ ਗਏ। ਉਹਨਾਂ ਨੇ ਆਪਣੀ ਸ਼ਿਵ ਸੈਨਾ ਜਿਹੜੀ ਭਾਜਪਾ ਪਾਰਟੀ ਸੀ ਉਹਨਾਂ ਨਾਲ ਤੋੜ ਛੋੜਾ ਕਰਕੇ ਉਹਨਾਂ ਨਾਲ ਉਹ ਬਕਾਇਦਾ ਹੋ ਗਏ, ਇਕੱਲੇ ਹੋ ਗਏ, ਏਕਲਾ ਹੋ ਕੇ ਚੱਲੇ। ਉਹਨਾਂ ਦੀ ਇੱਕ ਮੰਗ ਸੀ ਸਾਰੇ ਕਿ ਇਕੱਲਿਆਂ ਲੜਦੀਆਂ। ਪੰਜਾਬ ਦੇ ਵਿੱਚ ਵੀ ਇਹ ਮੰਗ ਉੱਠ ਰਹੀ ਸੀ, ਪਰ ਇੱਥੇ ਬੀਜੇਪੀ ਨੇ ਆਪਣਾ ਜਿਹੜਾ ਅੰਦਰੂਨੀ ਸਰਵੇ ਕਰਵਾਇਆ ਹੈ ਕਿ ਜਿਹੜੇ ਅੰਦਰੂਨੀ ਸੂਤਰਾਂ ਦੇ ਮੁਤਾਬਕ ਉਹਨਾਂ ਨੂੰ ਇਸ ਵਾਰ ਲੋਕ ਮੂੰਹ ਨਹੀਂ ਲਗਾ ਰਹੇ ਬੀਜੇਪੀ ਨੂੰ, ਪੰਜਾਬ ਦੇ ਵਿੱਚ ਖਾਸ ਕਰਕੇ। ਤੇ ਇੱਥੇ ਇਹਨਾਂ ਨੇ ਇੱਥੇ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਉਹ ਵੀ ਬੀਜੇਪੀ ਦੇ ਬਿਨਾਂ ਨਹੀਂ ਬਣ ਸਕਦੀ, ਤੇ ਬੀਜੇਪੀ ਅਕਾਲੀ ਦਲ ਨਾਲ ਉਹਨਾਂ ਨੂੰ ਕੋਈ ਵੋਟ ਨਹੀਂ ਪਾ ਸਕਦਾ। ਇਸੇ ਕਰਕੇ ਇਹਨਾਂ ਨੇ ਫਿਰ ਇਕੱਠਿਆਂ ਚੱਲਣ ਦਾ, ਗੱਠਜੋੜ ਕਾਇਮ ਰੱਖਣ ਦਾ ਜਿਹੜਾ ਫਿਰ ਨਾਅਰਾ ਦਿੱਤਾ ਜਾ ਰਿਹਾ ਹੈ ਕਿ 9 ਮਾਰਚ ਵਾਲੀ ਪਾਰਟੀ ਆ, ਤੇ ਉਹ ਇਹ ਸਾਰਾ ਫਿਰ ਕਹੀ ਜਾ ਰਹੇ ਨੇ। ਨਹੀਂ ਤਾਂ ਜੇ ਇੱਥੇ ਇਹਨਾਂ ਨੂੰ ਲੱਗਦਾ ਹੁੰਦਾ ਥੋੜਾ ਬਹੁਤ ਵੀ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਕੋਈ ਆਧਾਰ ਹੈਗਾ ਤਾਂ ਉਹ ਇਕੱਲਿਆਂ ਚੋਣ ਲੜ ਸਕਦੇ ਸੀ, ਪਰ ਨਹੀਂ, ਇਹਨਾਂ ਨੂੰ ਲੱਗਦਾ ਹੈ ਕਿ ਬੀਜੇਪੀ ਦਾ ਹੁਣ ਕੋਈ ਆਧਾਰ ਨਹੀਂ ਹੈਗਾ। ਪਿਛਲੇ 9 ਸਾਲਾਂ ਦੇ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਸ਼ਹਿਰਾਂ ਦੇ ਵਿੱਚ, ਕਿਉਂਕਿ ਦੇਖਿਆ ਜਾਵੇ ਤਾਂ ਬੀਜੇਪੀ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੀ ਥੋੜੀ ਸਟਰੋਂਗ ਸੀ, ਪਰ ਉੱਥੇ ਵੀ ਕੋਈ ਜ਼ਿਆਦਾ ਜੀ ਮੈਂ ਤੁਹਾਨੂੰ ਇੱਥੇ ਟੋਕਣਾ ਚਾਹੂੰਗਾ, ਮੈਂ ਇੱਥੇ ਜਰਮਨ ਜੀ ਕੋਈ ਜ਼ਿਆਦਾ ਆਧਾਰ ਨਹੀਂ ਹੈਗਾ। ਜਰਮਨ ਜੀ ਤੁਹਾਨੂੰ ਮੈਂ ਟੋਕਣਾ ਚਾਹੂੰਗਾ, ਜਰਮਨ ਜੀ ਮੈਂ ਇੱਕ ਮਾੜਾ ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹੂੰਗਾ। ਤੇ ਸੰਦੀਪ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੰਦੀਪ ਜੀ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਸੰਦੀਪ ਜੀ, ਗੱਲਬਾਤ ਚੱਲ ਰਹੀ ਸੀ ਐਸਜੀਪੀਸੀ ਵੋਟਿੰਗ ਰਾਈਟ ਦੇ ਵਾਸਤੇ ਜੋ ਬਾਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਅਮੈਂਡਮੈਂਟ ਕਰਾਈ ਗਈ ਹੈ, ਉਹਦੇ ਬਾਰੇ ਗੱਲਬਾਤ ਚੱਲ ਰਹੀ ਸੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਗੱਲ ਕਈ ਵਾਰੀ ਸਪਸ਼ਟ ਕੀਤੀ, ਅੱਜ ਫੇਰ ਸਪਸ਼ਟ ਕਰ ਦਿੰਦਾ ਹਾਂ। ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਜੋ ਕੁਝ ਵੀ ਹੋਵੇ ਜਾਂ ਕੁਝ ਵੀ ਹੋਵੇ ਜਾਂ ਕੁਝ ਵੀ ਨਾ ਹੋਵੇ, ਉਹਦੇ ਨਾਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਜਾਂ ਸਿੱਖ ਇਸ਼ੂਜ਼ ਨੂੰ ਕਿੰਨਾ ਕੁ ਇੰਪੈਕਟ ਪੈਂਦਾ ਆ ਜਾਂ ਨਹੀਂ ਪੈਂਦਾ, ਉਹ ਕੋਈ ਮੁੱਦਾ ਨਹੀਂ ਆ। ਦੁਨਿਆਵੀ ਤੌਰ ਦੇ ਉੱਤੇ
ਅਸੀਂ ਇਸ ਚੱਕਰਵਿਊਹ ਵਿੱਚ ਫਸ ਚੁੱਕੇ ਹਾਂ। ਸੋ ਜਦੋਂ ਅਸੀਂ ਇੱਕ ਚੱਕਰਵਿਊਹ 'ਚ ਫਸ ਚੁੱਕੇ ਹਾਂ ਤੇ ਸਾਨੂੰ ਮਜਬੂਰੀ ਵਸ ਸ਼੍ਰੋਮਣੀ ਕਮੇਟੀ ਨੂੰ ਅਪਣਾਉਣਾ ਪੈ ਰਿਹਾ ਆ। ਸਿੱਖ ਸਹਿਜਧਾਰੀਆਂ ਦਾ ਜਿਹੜਾ ਇਸ਼ੂ ਆ, ਸਹਿਜਧਾਰੀ ਕੋਈ ਸ਼ਬਦ ਹੀ ਨਹੀਂ ਆ। ਸਹਿਜਧਾਰੀ ਦੀ ਕੋਈ ਡੈਫੀਨੇਸ਼ਨ ਨਾ ਸਿੱਖ ਇਤਿਹਾਸ ਦੇ ਵਿੱਚ ਆਉਂਦੀ ਆ ਤੇ ਨਾ ਗੁਰਮਤ ਅਨੁਕੂਲ ਆ। ਸੋ ਜਿਸ ਚੀਜ਼ ਦੀ ਪਰਿਭਾਸ਼ਾ ਗੁਰਬਾਣੀ ਅਨੁਕੂਲ ਨਾ ਹੋਵੇ, ਜਿਸ ਚੀਜ਼ ਦੀ ਪਰਿਭਾਸ਼ਾ ਇਤਿਹਾਸਕ ਤੱਥਾਂ ਦੇ ਨਾਲ ਮੇਲ ਨਾ ਖਾਂਦੀ ਹੋਵੇ, ਉਹਦੇ ਉੱਤੇ ਡਿਬੇਟ ਹੀ ਹੋਣੀ ਮੈਨੂੰ ਲੱਗਦਾ ਮੈਨੇ ਨਹੀਂ ਰੱਖਦੀ। ਸਹਿਜਧਾਰੀਆਂ ਦਾ ਇਸ਼ੂ ਜਾਣ ਬੁੱਝ ਕੇ ਖੜਾ ਕੀਤਾ ਗਿਆ ਆ, ਜੋ ਕਿ ਕੋਈ ਮੁੱਦਾ ਹੀ ਨਹੀਂ ਆ। ਮੈਂ ਅੱਜ ਇਸ ਸ਼ੋਰਿਟੀ ਨਾਲ ਕਹਿ ਰਿਹਾ ਆ ਕਿ ਪੰਜਾਬ 'ਚ ਵਸਦੇ ਉਹਨਾਂ ਭਰਾਵਾਂ ਤੋਂ ਜ਼ਰੂਰ ਪੁੱਛ ਲੈਣਾ ਚਾਹੀਦਾ, ਇੱਕ ਵਾਰੀ ਸਾਨੂੰ ਆਪਣੇ ਚੈਨਲ ਵੱਲੋਂ ਇੱਕ ਸਰਵੇ ਕਰਨਾ ਚਾਹੀਦਾ ਆ ਕਿ ਜਿਹੜੇ ਲੋਕ ਸਿੱਖੀ ਸਰੂਪ ਦੇ ਵਿੱਚ ਨਹੀਂ ਨੇ, ਕਿ ਉਹ ਚਾਹੁੰਦੇ ਨੇ, ਕਿੰਨੇ % ਲੋਕ ਉਹਨਾਂ ਵਿੱਚੋਂ ਚਾਹੁੰਦੇ ਨੇ ਕਿ ਉਹ ਵੋਟ ਪਾਉਣ। ਪਹਿਲੀ ਗੱਲ। ਦੂਸਰੀ ਗੱਲ, ਕਿੰਨੇ % ਲੋਕ, ਕਿ ਦੇਖੋ ਸਿੰਪਲ ਜੀ ਗੱਲ ਆ ਕਿ ਜਦੋਂ ਜਿਸ ਬੰਦੇ ਕੋਲੇ ਵੋਟ ਪਾਉਣ ਦਾ ਅਧਿਕਾਰ ਆ, ਉਹਦੇ ਕੋਲੇ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਆ। ਅਗਰ MLA ਦੀ ਇਲੈਕਸ਼ਨ ਹੋਵੇ, ਅਗਰ ਮੈਂ ਵੋਟ ਪਾ ਸਕਦਾ ਤਾਂ ਮੈਂ MLA ਦੀ ਇਲੈਕਸ਼ਨ ਲੜ ਸਕਦਾ। ਅਗਰ ਮੈਂ ਵੋਟ ਪਾ ਸਕਦਾ ਤਾਂ ਮੈਂ MP ਦੀ ਇਲੈਕਸ਼ਨ ਲੜ ਸਕਦਾ। ਅਗਰ ਮੈਂ ਵੋਟ ਪਾ ਸਕਦਾ ਤਾਂ ਮੈਂ ਸਰਪੰਚੀ ਦੀ ਇਲੈਕਸ਼ਨ ਲੜ ਸਕਦਾ। ਅਗਰ ਮੈਂ ਵੋਟ ਪਾ ਸਕਦਾ ਤਾਂ ਮੈਂ ਸਿਟੀ ਕਾਉਂਸਲਰ ਦੀ ਇਲੈਕਸ਼ਨ ਲੜ ਸਕਦਾ, ਵਗੈਰਾ ਵਗੈਰਾ ਵਗੈਰਾ। ਸੋ ਜਿਸ ਚੀਜ਼ ਦੀ ਵੋਟ ਪਾਉਣ ਦਾ ਅਧਿਕਾਰ ਮੈਨੂੰ ਆ, ਉਹਦੀ ਇਲੈਕਸ਼ਨ ਲੜਨ ਦਾ ਅਧਿਕਾਰ ਵੀ ਮੈਨੂੰ ਆ। ਸੋ ਇਹ ਵੀ ਸੋਚ ਲੈਣਾ ਚਾਹੀਦਾ ਆ, ਇਹਦੇ ਬਾਰੇ ਵੀ ਸਾਨੂੰ ਵਿਚਾਰ ਕਰਨੀ ਚਾਹੀਦੀ ਆ ਕਿ ਜਿਹੜੇ ਆਪਣੇ ਆਪ ਨੂੰ ਜਾਂ ਜਿਹੜੇ ਸ਼ਰਾਰਤੀ ਅਨਸਰ ਇਸ ਸਹਿਜਧਾਰੀ ਸ਼ਬਦ ਦਾ ਇਸਤੇਮਾਲ ਕਰਦੇ ਪਏ ਨੇ, ਉਹ ਸ਼ਬਦ ਦੇ ਮਗਰ ਜਿਹੜਾ ਬ੍ਰੇਨ ਚੱਲਦਾ ਪਿਆ ਜਾਂ ਜਿਹੜੀ ਸੋਚ ਚੱਲਦੀ ਪਈ ਆ, ਅਗਰ ਉਸ ਸੋਚ ਦੇ ਅਧੀਨ ਚੱਲੀਏ ਤਾਂ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਅਧੀਨ ਆਉਣ ਵਾਲੀ ਇੱਕ ਬਾਡੀ ਜਿਹਨੂੰ ਕਿ ਧੱਕੇ ਦੇ ਨਾਲ ਇਹ ਕਹਿ ਦਿੱਤਾ ਗਿਆ ਕਿ ਇਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ। ਚਲੋ ਅੱਜ ਸਾਡੀ ਮਜਬੂਰੀ ਆ, ਅਸੀਂ ਮੰਨ ਵੀ ਲੈਂਦੇ ਹਾਂ ਕਿ ਇਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ, ਪਰ ਅਗਰ ਉਹ ਨੁਮਾਇੰਦਗੀ ਕਰਦੀ ਆ ਤੇ ਕੀ ਕੱਲ੍ਹ ਨੂੰ ਉੱਥੇ ਬੇਅਮਰਤੀਆ ਜਾਂ ਜਿਹੜਾ ਬੰਦਾ ਸਿੱਖੀ ਸਰੂਪ ਦੇ ਵਿੱਚ ਨਹੀਂ ਆ, ਉਹਨੂੰ ਤੁਸੀਂ ਐਜ਼ ਅ ਪ੍ਰਧਾਨ ਐਕਸੈਪਟ ਕਰਨ ਨੂੰ ਤਿਆਰ ਹੋ ਜਾਂ ਨਹੀਂ। ਦੂਸਰੀ ਗੱਲ, ਇਹਦੇ ਨਾਲ ਹਮੇਸ਼ਾ ਇੱਕ ਸਵਾਲ ਖੜਾ ਹੁੰਦਾ ਹੈ ਕਿ ਬਾਹਰਲੀ ਦਿੱਖ ਨੂੰ ਤਾਂ ਤੁਸੀਂ ਡਿਫਾਈਨ ਕਰ ਲਓਗੇ, ਅੰਦਰਲੀ ਦਿੱਖ ਦਾ ਕੀ ਆ। ਮੈਂ ਇੱਥੇ ਇਹ ਇੱਕ ਤੱਥ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਸਿੱਖੀ ਸਿਧਾਂਤ ਆ, ਉਹ ਮੀਰੀ ਤੇ ਪੀਰੀ, ਸੰਤ ਸਿਪਾਹੀ ਤੇ ਅਗਰ ਇਹਨਾਂ ਨੂੰ ਕੋਰਿਲੇਟ ਕਰਕੇ ਦੇਖੋ ਤੇ ਇਹਦਾ ਭਾਵ ਇੱਕ ਤਰੀਕੇ ਨਾਲ ਇਹ ਵੀ ਨਿਕਲਦਾ ਕਿ ਰਹਿਣੀ ਤੇ ਬਹਿਣੀ ਦੋਨੋਂ ਚੀਜ਼ਾਂ, ਅੰਦਰੂਨੀ ਜੀਵਨ ਅਤੇ ਬਾਹਰਲਾ ਸਰੂਪ, ਦੋਨਾਂ ਦੀ ਇੰਪੋਰਟੈਂਸ ਆ। ਹੁਣ ਬਾਹਰਲੇ ਸਰੂਪ ਨੂੰ ਤਾਂ ਤੁਸੀਂ ਮੈਯਰ ਕਰ ਸਕਦੇ ਹੋ, ਅੰਦਰਲੇ ਸਰੂਪ ਨੂੰ ਮੈਯਰ ਕਰਨ ਵਾਸਤੇ ਦੁਨਿਆਵੀ ਅੱਖਾਂ ਜਿਹੜੀਆਂ ਨੇ ਉਹ ਕੰਮ ਨਹੀਂ ਕਰ ਸਕਦੀਆਂ, ਹੋਰ ਉਹਦੇ ਲਈ ਕੋਈ ਥਰਮੋਮੀਟਰ ਨਹੀਂ ਆ। ਸੋ ਉਸ ਨੂੰ ਅਸੀਂ ਡਿਫਾਈਨ ਨਹੀਂ ਕਰ ਸਕਦੇ। ਜਿਸ ਚੀਜ਼ ਨੂੰ ਡਿਫਾਈਨ ਕੀਤਾ ਜਾ ਸਕਦਾ ਉਹ ਜ਼ਰੂਰ ਕਰਨਾ ਬਣਦਾ ਆ। ਸੰਦੀਪ ਜੀ, ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ। ਤੁਸੀਂ ਕਿਹਾ ਕਿ ਜਿਹੜਾ ਬੰਦਾ ਵੋਟ ਪਾ ਸਕਦਾ ਉਹ ਇਲੈਕਸ਼ਨ ਲੜ ਸਕਦਾ, ਪਰ ਆਪਾਂ ਇੱਥੇ ਏਦਾਂ ਦਾ ਹੀ, ਜੇ ਇਹੀ ਕਾਰਨ ਸੀਗਾ ਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਕੋਈ ਸਹਿਜਧਾਰੀ ਜਾਂ ਪਤਿਤ ਸਿੱਖ SGPC ਤੇ ਕਾਬਜ ਹੋਵੇ, SGPC ਦਾ ਪ੍ਰੈਜ਼ੀਡੈਂਟ ਬਣੇ, ਸਿਰਫ ਅੰਮ੍ਰਿਤਧਾਰੀ ਸਿੰਘ ਹੀ ਬਣਨ, ਤੇ ਆਪਾਂ ਕੁਝ ਏਦਾਂ ਦਾ ਲਾਅ ਬਣਾ ਸਕਦੇ ਸੀਗੇ ਕਿ ਜਿਹੜਾ ਵੀ ਸਹਿਜਧਾਰੀ ਹੈ ਜਾਂ ਪਤਿਤ ਹੈਗਾ ਵਾ ਉਹ ਇਲੈਕਸ਼ਨ ਨਹੀਂ ਲੜ ਸਕਦਾ ਪਰ ਵੋਟ ਪਾ ਸਕਦਾ ਵਾ। ਜਿੱਦਾਂ ਜਿਹੜੇ ਵੀ ਬੰਦੇ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਸਜ਼ਾ ਮਿਲੀ ਹੁੰਦੀ ਹੈ ਇੰਡੀਅਨ ਕਨਸਟੀਟਿਊਸ਼ਨ ਵਿੱਚ, ਇੰਡੀਅਨ ਲਾਅ ਦੇ ਅਕੋਰਡਿੰਗਲੀ, ਉਹ ਅੱਜ ਦੀ ਡੇਟ ਵਿੱਚ ਏਦਾਂ ਦਾ ਲਾਅ ਬਣਿਆ ਹੋਇਆ ਕਿ ਵੋਟ ਤਾਂ ਪਾ ਸਕਦਾ ਪਰ ਇਲੈਕਸ਼ਨ ਨਹੀਂ ਲੜ ਸਕਦਾ। ਏਦਾਂ ਦੇ ਅਨੇਕਾਂ ਚੀਜ਼ਾਂ ਕਰ ਸਕਦੇ ਸੀ ਜਿਹਦੇ ਕਰਕੇ ਜਿਹੜੀ ਇੱਕ ਕੌਮ ਡਿਵਾਈਡ ਹੋ ਗਈ ਹੈ ਅੱਜ ਦੀ ਡੇਟ ਵਿੱਚ। ਇੱਕ ਧੜਾ ਅੰਮ੍ਰਿਤਧਾਰੀ ਸਿੱਖਾਂ ਦਾ ਬਣ ਗਿਆ ਹੈਗਾ ਤੇ ਇੱਕ ਧੜਾ ਸਹਿਜਧਾਰੀ ਸਿੱਖਾਂ ਦਾ ਬਣ ਗਿਆ। ਉਹ ਸ਼ਾਇਦ ਕਿਤੇ ਨਾ ਕਿਤੇ ਟਲ ਸਕਦਾ ਸੀਗਾ। ਦਿਲਰਾਜ ਜੀ, ਮੇਰਾ ਸਵਾਲ ਇਹ ਆ ਕਿ ਤੁਸੀਂ ਕਹਿ ਰਹੇ ਹੋ ਕਿ ਵੋਟ ਪਾਉਣ ਦਾ ਅਧਿਕਾਰ ਹੋਵੇ ਪਰ ਇਲੈਕਸ਼ਨ ਲੜਨ ਦਾ ਅਧਿਕਾਰ ਨਾ ਹੋਵੇ। ਮੇਰਾ ਸਵਾਲ ਇਸ ਤੋਂ ਇੱਕ ਅੱਗੇ ਆ ਤੁਹਾਡੇ ਲਈ। ਅਗਰ ਵੋਟ ਪਾਉਣ ਦਾ ਅਧਿਕਾਰ ਹੋਵੇ, ਮੈਂ ਤਾਂ ਇਹ ਕਹਿ ਰਿਹਾ ਕਿ ਜੇ ਤੁਸੀਂ ਚਾਹੁੰਦੇ ਹੋ
ਜੇ ਤਾਂ ਤੁਹਾਡੀ ਇਹੀ ਸਿਰਫ ਕੰਸਰਨ ਹੈ ਕਿ ਇੱਕ ਨਹੀਂ, ਜਿਹੜਾ ਪੱਤੇ ਮੈਂ ਤਾਂ ਤੁਹਾਡਾ concern ਜਾਣਨਾ ਚਾਹ ਰਿਹਾ। ਮੈਂ ਤਾਂ ਤੁਹਾਡਾ concern ਜਾਣਨਾ ਚਾਹ ਰਿਹਾ। ਉਹੀ ਸਿਰਫ ਉਹ ਕਿਤੇ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਕਾਬਜ ਨਾ ਹੋ ਜਾਵੇ ਤੇ ਉਹਦੀ ਸਾਨੂੰ ਚੰਗਾ ਨਹੀਂ ਲੱਗੇਗਾ। ਵੈਸੇ ਤਾਂ ਮੇਰੇ ਹਿਸਾਬ ਸੇ ਤਾਂ ਕੋਈ ਵੀ ਕਾਬਜ ਹੋ ਜਾਵੇ, ਜਿਹੜੇ ਬੰਦੇ ਨੇ ਉਹਨੇ ਕੋਈ ਉੱਥੇ ਪਾਠ ਨਹੀਂ ਕਰਨਾ, ਉਹਨੇ ਪੂਜਾ ਨਹੀਂ ਕਰਨੀ, ਉਹਨੇ SGPC ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣਾ ਵਾ। ਉਹਦੇ ਵਿੱਚ ਚਾਹੇ ਕੋਈ ਇੱਕ ਆਮ ਇਨਸਾਨ ਹੋਵੇ, ਚਾਹੇ ਕੋਈ IIM ਦਾ ਗ੍ਰੈਜੂਏਟ ਹੋਵੇ ਜਿਹੜਾ ਵਧੀਆ ਤਰ੍ਹਾਂ SGPC ਨੂੰ ਚਲਾ ਸਕੇ ਵਧੀਆ ਤਰ੍ਹਾਂ, ਕਿਉਂਕਿ ਉਹ ਮੈਨੇਜਮੈਂਟ ਕਰਦੀ ਹੈ SGPC, ਗੁਰਦੁਆਰਾ ਦੀ ਸੇਵਾ ਸੰਭਾਲ ਕਰਦੀ ਹੈ। ਉਹਦੇ ਵਿੱਚ ਉਹਦੇ ਮੈਨੂੰ ਲੱਗਦਾ ਕਿ ਕੁਝ ਐਡ ਕਰਨਾ ਚਾਹਾਂਗਾ ਇਸ ਚ ਨਹੀਂ ਹੈਗਾ ਮੈਂ ਦੱਸਦਾ 1 ਮਿੰਟ ਹਰਪ੍ਰੀਤ ਜੀ ਜਥੇਦਾਰ ਹੋਣ ਉਹਦੇ ਤੇ ਤਾਂ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਇਹ ਬੰਦਾ ਅੰਮ੍ਰਿਤਧਾਰੀ ਹੋਣਾ ਚਾਹੀਦਾ, ਇਹ ਬੰਦੇ ਨੂੰ ਗਿਆਨ ਹੋਣਾ ਚਾਹੀਦਾ। ਪਰ SGPC ਤਾਂ ਇੱਕ ਬੋਡੀ ਹੈਗੀ ਹੈ ਜਿਹੜੀ ਗੁਰਦੁਆਰੇ ਦੀ ਸੇਵਾ ਸੰਭਾਲ ਕਰਦੀ ਹੈ, ਮੈਨੇਜ ਕਰਦੀ ਹੈਗੀ ਹੈ। ਉਹਦੇ ਲਈ ਤਾਂ ਆਪਾਂ ਨੂੰ IIM ਤੋਂ ਗ੍ਰੈਜੂਏਟ ਸਿੱਖਣਾ ਚਾਹੀਦਾ ਮੈਨੂੰ ਲੱਗਦਾ। ਹਾਂਜੀ ਹਰਪ੍ਰੀਤ ਜੀ ਇਹਦਾ ਜਵਾਬ ਮੈਨੂੰ ਪਲੀਜ਼ ਹਰਪ੍ਰੀਤ ਜੀ 1 ਸੈਕਿੰਡ ਆਈ ਡੋਨਟ ਥਿੰਕ ਇਹ ਕਿਤੇ ਵੀ ਰੀਜ਼ਨ ਦੱਸਿਆ ਗਿਆ ਵਾ ਕਿ ਅਸੀਂ ਜਿਹੜਾ ਕੈਂਡੀਡੇਟ ਜੋ ਆਦਮੀ ਵੋਟ ਪਾ ਸਕਦਾ ਵਾ ਉਹ ਉਸ ਚੀਜ਼ ਦੀ ਇਲੈਕਸ਼ਨ ਵੀ ਲੜ ਸਕਦਾ ਵਾ। ਇਦਾਂ ਦੇ ਬਹੁਤ ਹੀ ਐਗਜ਼ਾਮਪਲ ਸਾਡੇ ਸਾਹਮਣੇ ਆਉਂਦੇ ਨੇ ਜਿੱਥੇ ਕੈਂਡੀਡੇਟ ਵਾਸਤੇ ਇੱਕ ਕ੍ਰਾਈਟੇਰੀਆ ਤੈਅ ਕੀਤਾ ਹੁੰਦਾ, ਈਵਨ ਅੱਡ ਪੋਸਟ ਵਾਸਤੇ ਵੀ ਕ੍ਰਾਈਟੇਰੀਆ ਤੈਅ ਕੀਤਾ ਹੁੰਦਾ, ਪਰ ਵੋਟਰਸ ਵਾਸਤੇ ਨਹੀਂ ਕੀਤਾ ਹੁੰਦਾ। ਮੈਨੂੰ ਦੱਸੋ ਸਰ, ਮੈਂ ਜਾਨਣਾ ਚਾਹੁੰਦਾ ਕਿ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਜਿਹੜੇ ਬੰਦੇ ਕੋਲੇ ਵੋਟ ਪਾਉਣ ਦਾ ਅਧਿਕਾਰ ਆ ਅਨਟਿਲ ਅਨਲੈਸ ਉਹ ਕ੍ਰਿਮੀਨਲ ਹੋਵੇ, ਮੈਨੂੰ ਕ੍ਰਿਮੀਨਲ ਤੋਂ ਇਲਾਵਾ ਕੋਈ ਵੀ ਹੋਰ ਉਦਾਹਰਨ ਦਿਵੋ ਜਿਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਹ ਬੰਦਾ ਇਲੈਕਸ਼ਨ ਨਾ ਲੜ ਸਕਦਾ ਹੋਵੇ। ਪਹਿਲੀ ਗੱਲ। ਦੂਸਰੀ ਗੱਲ, ਦਿਲਰਾਜ ਜੀ ਉਹਨਾਂ ਨੇ ਕਹੀ ਕਿ ਗੁਰਦੁਆਰਾ ਸੰਭਾਲਦਾ ਹੀ ਕੰਮ ਹੈ ਸਿਰਫ। ਮੈਂ ਇੱਥੇ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਰਾਗੀ ਸਿੰਘ ਰੱਖੇ ਜਾਂਦੇ ਨੇ, ਜਿਹੜੇ ਗ੍ਰੰਥੀ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ 'ਚ ਗੁਰਦੁਆਰਿਆਂ ਅਧੀਨ ਆਉਣ ਵਾਲੇ ਗੁਰਦੁਆਰਿਆਂ ਅਧੀਨ 'ਚ ਰੱਖੇ ਜਾਂਦੇ ਨੇ, ਉਹਨਾਂ ਸਾਰਿਆਂ ਦੀ ਇੰਟਰਵਿਊਜ਼ ਹੁੰਦੀਆਂ ਨੇ, ਉਹਨਾਂ ਸਾਰਿਆਂ ਦੇ ਟੈਸਟ ਹੁੰਦੇ ਆ, ਫਿਰ ਉਹਨਾਂ ਨੂੰ ਰੱਖਿਆ ਜਾਂਦਾ ਆ। ਜਿਸ ਬੰਦੇ ਨੂੰ ਇਸ ਚੀਜ਼ ਦੀ ਸੋਝੀ ਨਹੀਂ ਉਹ ਕਿਸ ਤਰੀਕੇ ਨਾਲ ਰੱਖ ਸਕਦਾ। ਦੂਸਰੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਕੋਈ ਟੈਸਟ ਹੋਊਗਾ ਸੰਦੀਪ ਸਿੰਘ ਜੀ? ਹਾਂਜੀ, ਜੋ ਵੋਟ ਪਾਉਣ ਜਾਣਗੇ ਉਹ ਅੰਮ੍ਰਿਤਧਾਰੀ ਸਿੰਘ, ਉਹਨਾਂ ਦਾ ਕੋਈ ਟੈਸਟ ਹੋਊਗਾ? ਵਾਟ ਡੂ ਯੂ ਮੀਨ ਟੈਸਟ ਹੋਊਗਾ? ਤੁਸੀਂ ਹੁਣੇ ਟੈਸਟ ਦੀ ਗੱਲ ਕੀਤੀ, ਕੋਈ ਨਾ ਕੋਈ ਟੈਸਟ ਹੋਣਾ ਚਾਹੀਦਾ। ਉਹਨਾਂ ਨੂੰ ਕਿੰਨੀ ਕੁ ਨੌਲੇਜ ਆ ਗੁਰਦੁਆਰਾ ਮੈਨੇਜਮੈਂਟ ਬਾਰੇ ਤਾਂ ਕਿ ਪਤਾ ਲੱਗੇ ਜਦੋਂ ਵੋਟ ਪਾਉਣੀ ਉਹਨਾਂ ਨੂੰ ਸਹੀ ਤਰੀਕੇ ਨਾਲ। ਮੈਂ ਤੁਹਾਨੂੰ ਪਹਿਲਾਂ ਹੀ ਹਾਂ ਬਿਲਕੁਲ ਇੱਕ ਗੱਲ ਤੁਹਾਨੂੰ ਸਿਰਫ ਤੁਸੀਂ ਸਿਰਫ ਐਸ ਕਰਕੇ ਉਹਨਾਂ ਨੂੰ ਹੱਕ ਦੇ ਰਹੇ ਜੋ ਕਿਉਂਕਿ ਉਹਨਾਂ ਨੇ ਅੰਮ੍ਰਿਤ ਛਕਿਆ, ਰਾਈਟ? ਨਹੀਂ, ਮੈਂ ਦੱਸਦਾ ਕਿਉਂ ਦੇ ਰਿਹਾ। ਕਿਉਂਕਿ ਉਹ 5 ਬਾਨੀਆਂ ਦੇ ਧਾਰਨੀ ਨੇ, ਉਹ 5 ਧਾਰਨੀ ਤੇ ਸਹਿਸਧਾਰੀ ਸਿੱਖ ਵੀ ਹੋ ਸਕਦੇ ਨੇ। ਇੱਕ ਮਿੰਟ ਮੈਨੂੰ ਕੰਪਲੀਟ ਕਰਨ ਦਿਓ ਸਰ, ਤੁਸੀਂ ਇਨਕੰਪਲੀਟ ਸਟੇਟਮੈਂਟਸ ਨਾ ਫੜੋ। 5 ਬਾਨੀਆਂ ਦਾ ਜਿਹੜਾ ਬੰਦਾ ਧਾਰਨੀ ਆ ਉਹ ਆਪਣੇ ਕਕਾਰਾਂ ਦੀ ਬੇਅਦਬੀ ਨਹੀਂ ਕਰ ਸਕਦਾ। ਅਗਰ ਉਹ ਕਰ ਰਿਹਾ ਹੈ ਤੇ ਉਹ ਗੁਰਮਤ ਦੇ ਅਨੁਕੂਲ ਨਹੀਂ ਜੀ ਰਿਹਾ ਹੈਗਾ। ਦੂਸਰੀ ਗੱਲ, 5 ਕਕਾਰਾਂ ਦਾ ਧਾਰਨੀ ਆ, ਜਿਹੜਾ ਹੁਕਮ ਹੈ ਸਾਨੂੰ ਕੀ ਹੋਣਾ ਚਾਹੀਦਾ ਆ, ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਕੁਝ ਸ਼ਰਾਰਤੀ ਅਨਸਰ ਡਿਵੀਜ਼ਨ ਖੜੀ ਕਿਉਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਸਾਨੂੰ ਹੁਕਮ ਆ ਕਿ ਤੁਸੀਂ ਜਿਹੜੇ ਲੋਕ ਵੀ ਇਹ ਗੱਲ ਕਰ ਰਹੇ ਨੇ ਕਿ ਉਹ ਗੁਰੂ ਗੋਬਿੰਦ ਸਿੰਘ ਨਾਲੋਂ ਜ਼ਿਆਦਾ ਸਿਆਣੇ ਨੇ, ਕਿ ਅੰਮ੍ਰਿਤ ਛਕਣ ਦੀ ਤੁਹਾਨੂੰ ਲੋੜ ਨਹੀਂ, ਕਿ ਉਹ ਗੁਰੂ ਗੋਬਿੰਦ ਸਿੰਘ ਨਾਲੋਂ ਵੋਟਾਂ ਤੱਕ ਹੀ ਸੀਮਤ ਹੈਗਾ ਉਹ ਹੁਕਮ, ਉਹਦਾ ਵੀ ਹੁਕਮ ਹੈ, ਸਿਰਫ SGPC ਵੋਟਾਂ ਤੱਕ ਹੀ ਸੀਮਤ ਨਹੀਂ ਹੈਗਾ ਹੁਕਮ। ਨਹੀਂ ਤਾਂ ਜਿਹੜੀ ਚੀਜ਼ ਸਾਡੇ ਰਿਲੀਜਨ ਨਾਲ ਰਿਲੇਟਡ ਆ, ਜਿਹੜੀ ਚੀਜ਼ ਸਾਡੇ ਕੌਮ ਨਾਲ ਰਿਲੇਟਡ ਆ, ਜਿਹੜੀ ਚੀਜ਼ ਸਾਡੇ ਨਹੀਂ 1 ਸੈਕਿੰਡ ਸਰ, ਸੁਣੋ IIT IIM ਲਈ ਐਡਮਿਸ਼ਨ ਲੈਣ ਵਾਸਤੇ ਇੱਕ ਉਹਨਾਂ ਦਾ ਕ੍ਰਾਈਟੇਰੀਆ ਆ। ਗੁਰਦੁਆਰਿਆਂ ਦੀ ਸਾਂਭ ਸੰਭਾਲ ਵਾਸਤੇ ਅਸੀਂ ਇੱਕ ਕ੍ਰਾਈਟੇਰੀਆ ਤਿਆਰ ਕੀਤਾ ਆ ਕਿ ਜਿਹੜਾ ਬਾਹਰਲਾ ਤੁਹਾਨੂੰ ਸਰੂਪ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਆ ਉਹ ਤੁਸੀਂ ਰੱਖਣਾ ਆ। ਪਰ ਇਹ ਗੱਲ ਸਿਰਫ ਗੁਰੂ ਗੋਬਿੰਦ ਸਿੰਘ ਜੀ ਤੱਕ ਸੀਮਤ ਹੀ ਨਹੀਂ ਆ, ਇੱਥੇ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਤੁਹਾਨੂੰ ਸਾਬਤ ਸੂਰਤ ਹੋਣ ਲਈ ਕਿਹਾ ਗਿਆ ਆ। ਸੋ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਕਹਿ ਰਹੇ ਨੇ ਕਿ ਗੁਰੂ ਨਾਨਕ ਦੀ 11ਵੀਂ ਜੋਤ ਇਹ ਕਹਿ ਰਹੀ ਆ ਕਿ ਤੁਸੀਂ ਸਿੱਖੀ ਸਰੂਪ ਦੇ ਵਿੱਚ ਰਹਿਣਾ ਹੈ, ਤੇ ਤੁਸੀਂ ਕਿਉਂ ਨਹੀਂ ਰਹਿਣਾ? ਮੈਨੂੰ ਉਹਦਾ ਜਵਾਬ ਚਾਹੀਦਾ ਹੈ ਕਿ ਤੁਸੀਂ ਗੁਰਮੁਖ ਤੋਂ ਮਨਮੁਖ ਨਹੀਂ ਹੋ ਰਹੇ। ਦਿਲਰਾਜ ਸਿੰਘ ਜੀ ਇੱਕ ਮਿੰਟ, ਦਿਲਰਾਜ ਸਿੰਘ ਜੀ ਮੈਂ ਥੋੜਾ ਜਿਹਾ ਤੁਹਾਨੂੰ ਇੱਥੇ ਟੋਕਣਾ ਚਾਹੂੰਗਾ। ਗੱਲ ਸਿੱਖੀ ਸਰੂਪ ਦੀ ਜਾਂ ਸਿੱਖੀ ਦੀ ਨਹੀਂ ਹੋ ਰਹੀ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇਲੈਕਸ਼ਨ ਦੀ ਹੋ ਰਹੀ ਹੈ। ਸੰਦੀਪ ਸਿੰਘ ਜੀ, ਉਹਨੂੰ ਧਾਰਮਿਕ ਮੁੱਦਾ ਨਾ ਬਣਾਓ, ਇਹ ਸਿਰਫ ਪੋਲੀਟੀਕਲ ਮੁੱਦਾ ਵਾ। ਉਹੀ ਬਾਦਲ ਸਾਹਿਬ, ਉਹੀ ਮੱਕੜ ਸਾਹਿਬ ਜਿਨ੍ਹਾਂ 'ਚ ਤੁਸੀਂ 100 ਕਮੀਆਂ ਗਰਾਉਂਦੇ ਜੋ, ਉਹ ਵੀ ਅੰਮ੍ਰਿਤਧਾਰੀ ਸਿੰਘ ਨੇ। ਅੱਜ ਪੰਜਾਬ ਦਾ ਉਹਨਾਂ ਨੇ ਕੀ ਹਾਲ ਕੀਤਾ? ਜੇ ਤੁਸੀਂ ਜਿਹੜੇ ਕ੍ਰਾਈਟੇਰੀਆ ਨਾਲ ਹੁਣ VOTING ਰਾਈਟ ਦੇਣਾ ਚਾਹੁੰਦੇ ਜੋ, ਜੇ ਉਹ ਵੈਲਿਡ ਆ ਤੇ ਫਿਰ ਬਾਦਲ ਸਾਹਿਬ ਪੰਜਾਬ ਦੇ ਚੀਫ ਮਿਨਿਸਟਰ ਸਭ ਤੋਂ ਵਧੀਆ ਨੇ।
पर मक्खड़ साहब वर्गा बंदा नहीं लगना तुहानू। पर प्रॉब्लम की आ? मक्खड़ साहब ते बादल साहब नूं हटाउण वास्ते इंनियां कोशिशां क्यों कीतियां जा रहीਆਂ ने? ਦੇਖੋ ਜੀ ਤੁਹਾਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਆ। ਪਹਿਲੀ ਗੱਲ ਤਾਂ ਅਗਰ ਇਹਦੇ ਨਾਲ ਅਕਾਲੀ ਦਲ ਦੁਬਾਰਾ ਤੋਂ ਰਿਵਾਈਵ ਹੁੰਦਾ ਹੋਵੇ, ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਦੁਬਾਰਾ ਤੋਂ ਕਾਬਜ ਹੁੰਦਾ ਹੋਵੇ ਤੇ ਕਿ ਨਾ ਮੈਨੂੰ ਉਸ ਚੀਜ਼ ਦਾ ਦੁੱਖ ਹੋਵੇਗਾ, ਪਰ ਉਹ ਠੀਕ ਹੈ, ਦੈਟਸ ਪਾਰਟ ਆਫ ਇਟ। ਪਰ ਮੈਂ ਆਪਣੀ ਦੁਨਿਆਵੀ ਸੈਲਫਿਸ਼ ਲੜਾਈ ਨੂੰ ਅੱਗੇ ਰੱਖ ਕੇ ਸਿੱਖ ਸਿਧਾਂਤਾਂ ਦੇ ਉਲਟ ਜਾਵਾਂ, ਇਹ ਮੈਨੂੰ ਮਨਜ਼ੂਰ ਨਹੀਂ। ਪੁਆਇੰਟ 1 ਸੰਦੀਪ ਸਿੰਘ ਜੀ ਕਿੱਥੇ ਸਿੱਖ ਸਿਧਾਂਤਾਂ 'ਚ ਲਿਖਿਆ ਵਾ ਕਿ ਐਸਜੀਪੀਸੀ ਵੋਟਿੰਗ ਰਾਈਟ ਵਾਸਤੇ ਤੁਹਾਨੂੰ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ? ਇਹ ਮੈਨੂੰ ਥੋੜਾ ਜਿਹਾ ਦਿਖਾਓਗੇ? ਬਿਲਕੁਲ ਮੈਂ ਦੱਸਦਾ ਜੇ ਕੋਈ ਸਿੱਖ ਫੈਮਿਲੀ ਵਿੱਚ ਪੈਦਾ ਹੋਇਆ ਵਾ ਉਹ ਸਿੱਖ ਆ, ਕਿਉਂਕਿ ਅੱਜ ਬਾਦਲ ਸਾਹਿਬ ਮੱਕੜ ਸਾਹਿਬ ਆਪਣੇ ਫਾਇਦੇ ਵਾਸਤੇ ਤੇ ਨਰਿੰਦਰ ਮੋਦੀ ਇਹਦੇ ਵਿੱਚ ਅਮੈਂਡਮੈਂਟ ਕਰ ਰਹੇ ਨੇ, ਤੁਸੀਂ ਉਹਨੂੰ ਸਹੀ ਦੱਸ ਰਹੇ ਹੋ? ਨਹੀਂ ਇਹ ਕੋਈ ਵੀ ਕਰੇ ਸਰ, ਸਾਨੂੰ ਇੰਨਾ ਮਤਲਬ ਨਹੀਂ ਕਿ ਕੌਣ ਕਰ ਰਿਹਾ ਆ। ਅਸੀਂ ਟੋਟਲੀ ਇੱਕ ਸੈਕਿੰਡ ਹਰਪ੍ਰੀਤ ਜੀ ਨਹੀਂ, ਤੁਸੀਂ ਗਲਤ ਐਲੀਗੇਸ਼ਨ ਲਾਇਆ, ਤੁਸੀਂ ਗਲਤ ਹਰਪ੍ਰੀਤ ਜੀ ਇੱਕ ਸੈਕਿੰਡ ਤੁਸੀਂ ਗਲਤ ਐਲੀਗੇਸ਼ਨ ਲਾਇਆ, ਮੈਨੂੰ ਉਹਦੇ ਤੇ ਪਹਿਲਾਂ ਕਲੈਰਿਟੀ ਦੇਣ ਦਿਓ। ਬਹੁਤ ਹੀ ਇੰਪੋਰਟੈਂਟ ਆ। ਨਹੀਂ ਹਰਪ੍ਰੀਤ ਜੀ ਲੈਟ ਮੀ ਕਲੀਅਰ ਦਿਸ, ਜਿਹੜੀ ਤੁਸੀਂ ਗਲਤ ਐਲੀਗੇਸ਼ਨ ਮੇਰੇ ਤੇ ਲਾਇਆ, ਮੈਂ ਸਭ ਤੋਂ ਪਹਿਲਾ ਬੰਦਾ ਹੋਵਾਂਗਾ ਜਿਹੜਾ ਅਕਾਲੀ ਦਲ ਬਾਦਲ ਦੀ ਵਿਰੋਧਤਾ ਕਰਦਾ ਕਿਉਂਕਿ ਉਹਨਾਂ ਦੇ ਕੁਕਰਮ ਨੇ। ਮੈਂ ਸਭ ਤੋਂ ਪਹਿਲਾ ਬੰਦਾ ਹੋਵਾਂਗਾ ਜੋ ਬੀਜੇਪੀ ਦੀ ਡਟ ਕੇ ਵਿਰੋਧਤਾ ਕਰਦਾ ਕਿਉਂਕਿ ਉਹ ਮਿਨੋਰਿਟੀ ਦੇ ਘਾਤਕ ਨੇ। ਪਰ ਕੀ ਆ ਮੁੱਦਾ ਹੈ ਹੀ ਨਹੀਂ, ਪੋਲੀਟੀਕਲ ਹੈ ਨਹੀਂ, ਤੁਹਾਡੇ ਲਈ ਪੋਲੀਟੀਕਲ ਮੁੱਦਾ, ਸਾਡੇ ਲਈ ਧਾਰਮਿਕ ਮੁੱਦਾ ਆ। ਬਾਦਲ ਸਾਹਿਬ ਨੇ ਪੰਜਾਬ ਦੀ ਇਲੈਕਸ਼ਨ ਜਿੱਤਣੀ ਆ, ਇਹ ਪੋਲੀਟੀਕਲ ਮੁੱਦਾ ਵਾ, ਤੁਸੀਂ ਇਹਨੂੰ ਧਾਰਮਿਕ ਮੁੱਦਾ ਬਣਾ ਰਹੇ ਹੋ। ਕਿ ਲੋਕ ਆਪਸ ਦੇ ਵਿੱਚ ਮੇਨ ਮੁੱਦੇ ਭੁੱਲ ਕੇ ਇਸ ਮੁੱਦੇ ਤੇ ਬਹਿਸ ਕਰਨ, ਉਹੀ ਅਸੀਂ ਕਰ ਰਹੇ ਹਾਂ ਕਿ ਅਸੀਂ ਜਿਹੜੇ ਮੇਨ ਮੁੱਦੇ ਮੈਂ ਤਾਂ ਕਹਿੰਦਾ ਹੀ ਆ ਕਿ ਇਸ ਮੁੱਦਿਆਂ ਦੇ ਉੱਤੇ ਡਿਬੇਟ ਦੀ ਲੋੜ ਹੀ ਨਹੀਂ ਆ, ਇਹਨਾਂ ਮੁੱਦਿਆਂ ਤੇ ਡਿਬੇਟ ਦੀ ਲੋੜ ਹੀ ਨਹੀਂ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਹੀ ਹੈ, ਹੋਰ ਕੁਝ ਨਹੀਂ ਹੈ ਸੰਦੀਪ ਨਹੀਂ ਇਸ ਦੇ ਨਹੀਂ ਤਾਂ ਵੀਰ ਜੀ ਕਿ ਨਾ ਗੱਲ ਇਦਾਂ ਕਿ ਇਸ ਦੇ ਉੱਤੇ ਪੋਲੀਟੀਕਲ ਲੜਾਈ ਜਾਂ ਡਿਬੇਟ ਦੀ ਲੋੜ ਹੀ ਨਹੀਂ ਹੈਗੀ, ਕਿਉਂਕਿ ਜਿਹੜੀ ਡਿਬੇਟ ਤਾਂ ਉਸ ਤੇ ਹੋ ਸਕਦੀ ਜਿਸ ਤੇ ਕੋਈ ਸ਼ੰਕਾ ਹੋਵੇ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਦਾ ਹੈ ਉਹਨੂੰ ਸ਼ੰਕਾ ਹੀ ਕੋਈ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਸੋ ਉਸ ਦੇ ਤੇ ਵਿਰੋਧਤਾ ਕਾਦੀ, ਡਿਬੇਟ ਕਾਦੀ? ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਅਸੀਂ ਇਸ ਮੁੱਦੇ ਦੇ ਉੱਤੇ ਡਿਬੇਟ ਕਰਕੇ ਕਿਸ ਕੰਕਲੂਜਨ ਚ ਪਹੁੰਚਣਾ ਚਾਹ ਰਹੇ ਹਾਂ, ਉਹਦਾ ਰਿਜ਼ਲਟਸ ਕੀ ਕੱਢਣਾ ਚਾਹ ਰਹੇ ਹਾਂ। ਦੂਸਰੀ ਗੱਲ ਕਿ ਜਿਹੜੇ ਮੇਰਾ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਚੁੱਕ ਸਕਦੇ ਪਏ ਉਹ ਸਾਬਤ ਸੂਰਤ ਸਿਰਫ ਸ਼ਕਲ ਤੋਂ ਸਾਬਤ ਸੂਰਤ ਨਹੀਂ, ਮਨ ਚੋਂ ਵੀ ਸਾਬਤ ਸੂਰਤ ਚਾਹੀਦਾ ਵਾ। ਸਰ ਮੈਂ ਤੁਹਾਡੇ ਤੋਂ ਜਾਣਨਾ ਚਾਹ ਰਿਹਾ ਕਿ ਤੁਸੀਂ ਇਹਦਾ ਮੈਨੂੰ ਸਿੰਪਲ ਹੈ ਦਾ ਸਿੰਪਲ ਪੰਜਾਬੀ ਆ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਯਾਦ ਆ ਗਈ ਆ, ਤਾਂ ਕਰਕੇ ਉਹਨਾਂ ਨੂੰ ਇਹ ਲੱਗਿਆ ਕਿ ਨਹੀਂ ਇਹ ਰੂਲ ਚੇਂਜ ਹੋਣਾ ਚਾਹੀਦਾ। ਦੂਜਾ ਕੁਐਸਚਨ ਸੰਦੀਪ ਸਿੰਘ ਜੀ ਜੋ ਸਭ ਤੋਂ ਇੰਪੋਰਟੈਂਟ ਆ, ਮੈਨੂੰ ਤੁਹਾਡੀ ਆਵਾਜ਼ ਕਲੀਅਰ ਨਹੀਂ ਆਈ ਸਰ, ਦੁਬਾਰਾ ਤੋਂ ਰਿਪੀਟ ਕਰਿਓ ਆਪਣਾ ਪਹਿਲਾ ਕੁਐਸਚਨ। ਬੁਲਾਓਗੇ ਕਿਉਂ ਤਾਂ ਸਹਿਤਾਰੀ ਸਿੰਘਾਂ ਨੂੰ ਬੁਲਾਓਗੇ? ਦੁਬਾਰਾ ਤੋਂ ਰਿਪੀਟ ਕਰੋ ਸਰ। ਜੋ ਸਰਬਤ ਖਾਲਸਾ ਡਿਸਕਸ ਹੋਣਾ ਵਾ ਉਹ ਤੇ ਬੜਾ ਰਿਲੀਜੀਅਸ ਆ। ਨਹੀਂ ਇੱਕ ਵਾਰੀ ਦੁਬਾਰਾ ਤੋਂ ਰਿਪੀਟ ਕਰਿਓ ਪਲੀਜ਼। ਸਰਬਤ ਖਾਲਸਾ ਜੋ ਨਵੰਬਰ 'ਚ ਹੋਣਾ ਵਾ ਉਹ 'ਚ ਕੀ ਤੁਸੀਂ ਸਿਰਫ ਇਹ ਕਹੋਗੇ ਅੰਮ੍ਰਿਤਧਾਰੀ ਸਿੰਘਾਂ ਨੇ ਹਿੱਸਾ ਲੈਣਾ ਵਾ, ਸਹਿਤਾਰੀ ਸਿੰਘ ਹਿੱਸਾ ਨਹੀਂ ਲੈ ਸਕਦੇ? ਓਕੇ ਦੂਜਾ ਕੁਐਸਚਨ ਕੀ ਹੈ? ਇਹਦਾ ਜਵਾਬ ਤਾਂ ਬਹੁਤ ਸਿੰਪਲ ਹੈ, ਮੈਂ ਦੇ ਦਿੰਦਾ ਹਾਂ। ਸੈਕਿੰਡ ਸਵਾਲ ਕੀ ਹੈ ਤੁਹਾਡਾ? ਮੇਰਾ ਫਸਟ ਸਵਾਲ ਸੀ ਕਿ ਤੁਹਾਨੂੰ ਇਹ ਲੱਗਦਾ ਬਾਦਲ ਸਾਹਿਬ ਨੂੰ 40-45 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਤੁਕ ਯਾਦ ਆ ਗਈ ਆ ਜਿਹੜੇ ਹੁਣ ਸਿੱਖੀ ਦਾ ਪਹਿਰਾ ਦੇਣ ਲੱਗੇ ਨੇ? ਠੀਕ ਹੈ ਜੀ, ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਬਹੁਤ ਸਿੰਪਲ ਆ। ਮੈਂ ਨਾਲ ਹੀ ਮੇਰਾ ਵੀ ਸੰਦੀਪ ਜੀ ਇਸੇ ਤੇ ਹੀ ਲੈ ਲਓ ਇੱਕ ਪ੍ਰਸ਼ਨ। ਤੁਸੀਂ ਤੁਕ ਦੱਸਦੇ ਪਏ ਹੋ ਕਿ ਸਾਬਤ ਸੂਰਤ ਬੰਦਾ ਰਵੇ, ਇਹ ਸਾਬਤ ਸੂਰਤ ਸਿਰਫ ਦੇਖ ਵਾਲਾ ਸਾਬਤ ਸੂਰਤ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ, ਇਹ ਸਾਬਤ ਸੂਰਤ ਮਨ ਤੋਂ ਸਾਬਤ ਸੂਰਤ ਲਈ ਲਿਖਿਆ ਗਿਆ ਵਾ। ਆਪਾਂ ਇਹ ਚੀਜ਼ ਲੈ ਕੇ ਚੱਲੀਏ, ਆਪਾਂ ਸਿਰਫ ਤੁਕ ਨੂੰ ਕੋਟ ਕਰਕੇ ਆਪਣੇ ਆਪ ਨੂੰ ਪੱਕਾ ਨਾ ਕਰੀਏ। ਸਿਰਫ ਐਸਜੀਪੀਸੀ ਇਲੈਕਸ਼ਨ ਲਈ ਬੰਦਾ ਸਾਬਤ ਸੂਰਤ ਨਾ ਰਵੇ, ਜਾਂ ਤਾਂ ਕਹੋ ਕਿ ਉਹ ਆਪਾਂ ਏਦਾਂ ਐਜੂਕੇਟ ਕਰੀਏ, ਏਦਾਂ ਲੋਕਾਂ ਨੂੰ ਸਮਝਾਈਏ ਕਿ ਉਹ ਵੱਧ ਤੋਂ ਵੱਧ ਏਦਾਂ ਆਪਣੇ ਧਰਮ ਪ੍ਰਚਾਰ ਕਰੀਏ ਕਿ ਉਹ ਵੱਧ ਤੋਂ ਵੱਧ ਅੰਮ੍ਰਿਤ ਛਕਣ। ਸਿਰਫ ਇੱਕ ਇਲੈਕਸ਼ਨ ਦੇ ਰਾਈਟ ਤੋਂ ਵਾਂਝੇ ਕਰਕੇ ਕਿਸੇ ਨੂੰ ਆਪਾਂ ਸਾਬਤ ਸੂਰਤ ਨਹੀਂ ਕਰ ਪਾਵਾਂਗੇ। ਹਾਂਜੀ ਹਰਪ੍ਰੀਤ ਜੀ, ਮੈਂ ਤਿੰਨਾਂ ਦਾ ਜਵਾਬ ਦੇਵਾਂਗਾ, ਪਰ ਮੇਰੀ ਰਿਕੁਐਸਟ ਹੈ ਕਿ ਜਦ ਤੱਕ ਮੈਂ ਆਪਣਾ ਜਵਾਬ ਕੰਪਲੀਟਲੀ ਦੇ ਨਾ ਦੇਵਾਂ ਉਨੀ ਦੇਰ ਤੱਕ ਵਿੱਚ ਕੋਈ ਇੰਟਰਪਟ ਨਾ ਕਰੇ ਪਲੀਜ਼। ਪਹਿਲੀ ਗੱਲ ਕਿ ਸਰਬੱਤ ਖਾਲਸਾ ਜਿਹੜਾ ਲਫ਼ਜ਼ ਆ ਉਸ ਦੇ ਉੱਤੇ ਬਹੁਤ ਕਲੈਰਿਟੀ ਆ। ਸਰਬੱਤ ਮੀਨਸ ਸਾਰੇ, ਖਾਲਸਾ ਮੀਨਸ ਖਾਲਸਾ। ਸੋ ਖਾਲਸਿਆਂ ਦੇ ਗਰੁੱਪ ਨੂੰ ਇੱਕ ਸੈਕਿੰਡ ਖਾਲਸਿਆਂ ਦੇ ਗਰੁੱਪ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਦੇ ਉੱਤੇ
ਉਦਾਹਰਨ ਦੇ ਤੌਰ ਦੇ ਉੱਤੇ ਕਿ ਜਿਹੜੇ ਸੰਦੀਪ ਜੀ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਉਹਦੇ ਉੱਤੇ ਉਹ ਸਰਬੱਤ ਖਾਲਸਾ ਵਿੱਚ ਤੁਸੀਂ ਸਿਰਫ ਅੰਮ੍ਰਿਤਧਾਰੀ ਸਿੰਘਾਂ ਨੂੰ ਇਨਵਾਈਟ ਕਰੋਗੇ ਕਿ ਸਹਿਜਧਾਰੀ ਸਿੰਘਾਂ ਨੂੰ ਵੀ ਸਹਿਜਧਾਰੀ ਸਿੰਘਾਂ ਨੂੰ ਇਨਵਾਈਟ ਕਰੋਗੇ? ਤੁਸੀਂ ਗੱਲ ਕੰਪਲੀਟ ਕਰ ਵੀ ਨਹੀਂ ਦਿੱਤੀ, ਤੁਹਾਡਾ ਜਵਾਬ ਆ ਰਿਹਾ ਸੀ। ਖਾਲਸਾ ਹੋਇਆ ਸੀ, ਤੁਹਾਡਾ ਜਵਾਬ ਆ ਰਿਹਾ ਸੀ ਹਰਪ੍ਰੀਤ ਜੀ। ਦੀ ਲੜਾਈ ਲੜਨੀ ਸੀ, 5 ਲੱਖ ਦਾ ਇਕੱਠ ਹੋਇਆ ਸੀ, 10 ਲੱਖ ਦਾ ਇਕੱਠ ਹੋਇਆ ਸੀ। ਹਰਪ੍ਰੀਤ ਜੀ ਤੁਹਾਡਾ ਜਵਾਬ ਆ ਰਿਹਾ ਸੀ, ਜਵਾਬ ਸੁਣਨ ਦੀ ਕੈਪੈਸਿਟੀ ਰੱਖੋ ਪਲੀਜ਼। ਸਰਬੱਤ ਤੁਸੀਂ ਮੈਨੂੰ ਸਿੱਧਾ ਪਹਿਲਾਂ ਹਾਂ ਜਾਂ ਨਾ ਜਵਾਬ ਦਿਓ ਨਾ, ਬੁਲਾਓਗੇ ਕਿਨੂੰ? ਨਹੀਂ, ਇਸ ਦੇ ਵਿੱਚ ਜੋ ਹਾਂ ਜਾਂ ਨਾ ਦਾ ਹੈ ਹੀ ਨਹੀਂ ਸਰ। ਗੱਲਾਂ ਚ ਨਾ ਕਮਾਓ ਮੈਨੂੰ। ਹੁਣ ਤੁਸੀਂ ਸਰਬੱਤ ਦਾ ਮਤਲਬ ਤੁਸੀਂ ਸਹਿਜਧਾਰੀ ਸਿੱਖ ਨੂੰ ਵੀ ਵਿੱਚ ਬੁਲਾ ਲਿਆ। ਮੈਂ ਬੋਲ ਜਦੋਂ ਐਸਜੀਪੀਸੀ ਇਲੈਕਸ਼ਨ ਦੀ ਗੱਲ ਆਈ ਉਦੋਂ ਸਰਬੱਤ ਦਾ ਮਤਲਬ ਅੱਡ ਨਿਕਲ ਗਿਆ। ਬਿਲਕੁਲ ਵੀ ਨਹੀਂ ਇਦਾਂ ਹੋਇਆ, ਬਿਲਕੁਲ ਵੀ ਨਹੀਂ ਇਦਾਂ ਹੋਇਆ। ਜਿਹੜਾ ਸਰਬੱਤ ਖਾਲਸਾ ਦੇ ਵਿੱਚ ਬੰਦ ਜਿਹੜੇ ਫੈਸਲੇ ਹੋਏ ਨੇ, ਅੱਜ ਹੋਏ ਹੋਣ ਜਾਂ ਪੁਰਾਤਨ ਸਮਿਆਂ ਚ ਹੁੰਦੇ ਹੋਣ, ਉਹ ਬੰਦ ਕਮਰਿਆਂ ਦੇ ਵਿੱਚ ਅੰਮ੍ਰਿਤਧਾਰੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਫੈਸਲੇ ਲੈਂਦੇ ਨੇ ਤੇ ਉਸ ਨੂੰ ਅਨਾਉਂਸ ਸੰਗਤੀ ਰੂਪ ਤੇ ਕੀਤਾ ਜਾਂਦਾ ਆ। ਸੋ ਲੈਟ ਮੀ ਕਲੀਅਰ ਦਿਸ ਫੈਕਟ ਕਿ ਡਿਸੀਜਨਸ ਵਿਲ ਬੀ ਟੇਕਨ ਬਾਈ ਦ ਅੰਮ੍ਰਿਤਧਾਰੀ ਸਿੰਘ। ਕੱਲ ਨੂੰ ਇੱਕ ਸੈਕਿੰਡ ਨਹੀਂ, ਇਹਨਾਂ ਨਾਲ ਸਾਡੇ ਧਾਰਮਿਕ ਸਮਝ ਕੱਲ ਨੂੰ ਤੁਸੀਂ ਕਹੋਗੇ ਕਿ 5 ਪਿਆਰੇ ਜਿਹੜੇ ਨੇ, ਨਹੀਂ ਇੱਕ ਸੈਕਿੰਡ ਰਾਜੀ, ਕੱਲ ਨੂੰ ਤੁਸੀਂ ਕਹੋਗੇ ਕਿ 5 ਸਿੰਘ ਸਾਹਿਬਾਨ ਜਿਹੜੇ ਨੇ ਉਹ ਵੀ ਕਿ ਨਾਮ ਹੈ ਸਿੱਖਾਂ ਲਈ ਅੰਮ੍ਰਿਤਧਾਰੀ ਹੋਣਾ ਉਹਨਾਂ ਦਾ ਜ਼ਰੂਰੀ ਨਹੀਂ ਹੈਗਾ। ਸੋ ਤੁਸੀਂ ਕੱਲ ਨੂੰ ਇਹਨਾਂ ਤੇ ਵੀ ਸਵਾਲ ਖੜੇ ਕਰੋ ਕਿ 5 ਸਿੰਘ ਸਾਹਿਬਾਨ ਹੀ ਕਿਉਂ ਡਿਸੀਜਨ ਲੈਣ ਜਾਂ 5 ਪਿਆਰੇ ਹੀ ਕਿਉਂ ਅੰਮ੍ਰਿਤਧਾਰੀ। ਅਸੀਂ ਸੰਦੀਪ ਸਿੰਘ ਜੀ, ਅਸੀਂ ਇੱਕ ਪੋਲੀਟੀਕਲ ਮੁੱਦਾ ਡਿਸਕਸ ਕਰ ਰਹੇ ਹਾਂ, ਧਾਰਮਿਕ ਮੁੱਦਾ ਨਹੀਂ ਡਿਸਕਸ ਕਰ ਰਹੇ। ਤੁਸੀਂ ਉਹਨੇ ਸਰਬੱਤ ਖਾਲਸੇ ਦੀ ਗੱਲ ਕੀਤੀ ਤਾਂ ਕਰਕੇ ਮੈਨੂੰ ਧਾਰਮਿਕ ਤੌਰ ਤੇ ਆਬਜੈਕਟ ਕਰਨਾ ਪਿਆ ਉਸ ਤੇ। ਤੁਸੀਂ ਸਰਬੱਤ ਖਾਲਸੇ ਦੀ ਗੱਲ ਕਰਕੇ ਉਸ ਤੋਂ ਬਾਅਦ ਧਾਰਮਿਕ ਦੀ ਮੇਰਾ ਸੰਦੀਪ ਜੀ ਪ੍ਰਸ਼ਨ ਹੈ ਇੱਥੇ। ਤੁਸੀਂ ਪਿਛਲੇ ਸਵਾਲ ਦਾ ਜਵਾਬ ਦਿੱਤੇ ਨਹੀਂ ਭਾਜੀ। ਜਦੋਂ ਵੀ ਸਰਬੱਤ ਖਾਲਸਾ ਸੱਦਿਆ ਜਾਂਦਾ ਵਾ, ਜਿਨ੍ਹਾਂ ਨੇ ਅੰਮ੍ਰਿਤਧਾਰੀ ਸਿੱਖ ਹੈ ਉਹ ਫੈਸਲਾ ਲੈਂਦੇ ਆ ਤੇ ਜਨਤਾ ਦੇ ਵਿੱਚ ਉਹ ਦੱਸ ਦਿੱਤਾ ਜਾਂਦਾ, ਸੰਗਤ ਦੇ ਵਿੱਚ ਉਹ ਦੱਸ ਦਿੱਤਾ ਜਾਂਦਾ ਹੈਗਾ। ਜਿਹੜਾ ਫੈਸਲਾ ਬੰਦ ਕਮਰੇ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਤੇ ਹੋਰ ਅੰਮ੍ਰਿਤਧਾਰੀ ਸਿੱਖਾਂ ਨੇ ਲਿਆ ਸੀ ਡੇਰਾ ਸੱਚਾ ਸੌਦਾ ਵਾਲੇ ਨੂੰ ਮਾਫ ਕਰਨ ਦਾ, ਉਹ ਫੈਸਲਾ ਤੁਸੀਂ ਕਿਉਂ ਨਹੀਂ ਮੰਨਿਆ? ਕਿਉਂਕਿ ਉਹ ਗੁਰਮਤ ਦੀ ਕਸਵੱਟੀ ਤੇ ਖੜਾ ਨਹੀਂ ਸੀ ਉਤਰਦਾ। ਸਰ ਉਹ ਵੀ ਅੰਮ੍ਰਿਤਧਾਰੀ ਸਿੱਖਾਂ ਨੇ ਲਿਆ ਸੀਗਾ ਸਰ, ਕਹਿੰਦਾ ਅਕਾਲ ਤਖਤ ਸਾਹਿਬ ਨੇ ਲਿਆ ਸੀਗਾ। ਇਹ ਤਾਂ ਜਿਹੜਾ ਤੁਹਾਡਾ ਮਨ ਕਰਦਾ, ਜਿਹੜਾ ਤੁਹਾਨੂੰ ਲੱਗਦਾ ਕਿ ਇਹ ਗੁਰਮਤ ਦੀ ਸਿਧਾਂਤਾਂ ਤੇ ਖਰਾ ਉਤਰਦਾ ਵਾ, ਉਹ ਆਪਾਂ ਮੰਨ ਲੈਂਦੇ ਆ। ਉਹ ਆਪਾਂ ਕਹਿੰਦੇ ਆ ਕਿ ਹਾਂਜੀ ਇਹ ਅੰਮ੍ਰਿਤਧਾਰੀ ਸਿੱਖਾਂ ਨੇ ਲਿਆ ਵਾ ਤੇ ਇਹ ਆਪਾਂ ਮੰਨਾਂਗੇ। ਜਿਹੜਾ ਫੈਸਲਾ ਸਾਡੇ ਮਨ ਨੂੰ ਨਹੀਂ ਬਣਦਾ, ਉਹ ਚਾਹੇ ਅੰਮ੍ਰਿਤਧਾਰੀ ਸਿੱਖਾਂ ਨੇ ਲਿਆ ਹੋਵੇ ਚਾਹੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਲਿਆ ਹੋਵੇ, ਉਹ ਆਪਾਂ ਨਹੀਂ ਮੰਨਦੇ। ਇਦਾਂ ਦੋਹਰਾ ਮਾਪਦੰਡ ਕਿਉਂ? ਨਹੀਂ, ਦੋਹਾ ਮਾਪਦੰਡ ਨਹੀਂ ਆ, ਤੁਹਾਡੀ ਸੋਚ ਦੇ ਉੱਤੇ ਪਰਦਾ ਪਿਆ ਆ, ਉਹ ਮੈਂ ਚੱਕਣ ਦੀ ਕੋਸ਼ਿਸ਼ ਕਰਦਾ ਆ। ਪਲੀਜ਼ ਸਰ, ਪਲੀਜ਼ ਚੱਕੋ। ਮੈਂ ਤਾਂ ਚਾਹੁੰਦਾ ਮੇਰੀ ਸੋਚ ਤੇ ਜਿਹੜਾ ਪਰਦਾ ਪਿਆ ਕੋਈ ਨਾ ਕੋਈ ਬੰਦਾ ਚੱਕੇ। ਹਾਂ, ਇਦਾਂ ਆ ਕਿ ਕੁਝ ਲੋਕ ਹਮੇਸ਼ਾ ਹੀ ਸਰਕਾਰੇ ਦਰਬਾਰੇ ਦੀ ਗੁਲਾਮੀ ਦੇ ਅਹਿਸਾਸ ਦੇ ਵਿੱਚ ਰਹਿੰਦੇ ਨੇ। ਉਦਾਹਰਨ ਦੇ ਤੌਰ ਤੇ ਚਮਕੌਰ ਦੀ ਗੜੀ ਨੂੰ ਘੇਰਿਆ ਜਾਂਦਾ ਆ, ਸਿਰਫ 40 ਸਿੰਘ ਗੁਰੂ ਸਾਹਿਬ ਨਾਲ ਰਹਿ ਜਾਂਦੇ, ਬਾਕੀ ਛੱਡ ਜਾਂਦੇ ਨੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਛੱਡ ਜਾਂਦੇ ਨੇ ਉਹਨਾਂ ਨੂੰ ਅਸੀਂ ਇਹ ਨਾ ਕਹੀਏ ਕਿ ਉਹ ਸਿੱਖ ਨਹੀਂ ਹੈਗੇ, ਉਹ ਸਿੱਖ ਹੈਗੇ ਨੇ, ਪਰ ਉਹਨਾਂ ਦੀ ਅਵਸਥਾ ਅਡੋਲ ਨਹੀਂ ਸੀ, ਉਹ ਡਰ ਗਏ, ਉਹਨਾਂ ਨੂੰ ਗੁਰੂ ਸਾਹਿਬ ਤੇ ਭਰੋਸਾ ਘੱਟ ਸੀ। ਪਰ ਉਹ 40 ਨੂੰ ਪੂਰਾ 1 ਸੈਕਿੰਡ ਸਿੱਖ ਮੁਕਤਸਰ ਵਿੱਚ ਲੜਦੇ ਨੇ ਤੇ ਸ਼ਹੀਦ ਹੁੰਦੇ ਨੇ। ਮੈਂ ਉਹੀ ਗੱਲ ਕਰ ਰਿਹਾ, ਲਿਸਨ ਟੂ ਦਿਸ। ਨਹੀਂ ਦੇਣੀ ਪਏਗੀ, ਤੁਸੀਂ ਸੁਣੋ ਜਿਹੜੀ ਗੱਲ ਮੈਂ ਕਰ ਰਿਹਾ, ਪਲੀਜ਼ ਸੁਣੋ। ਸੋ ਜਿਹੜੇ 40 ਸਿੰਘ ਗੁਰੂ ਸਾਹਿਬ ਨਾਲ ਸ਼ਹਾਦਤ ਪਾ ਰਹੇ ਨੇ, ਯਾਦ ਉਹਨਾਂ ਨੂੰ ਕੀਤਾ ਜਾ ਰਿਹਾ ਆ, ਨਾ ਕਿ ਜਿਹੜੇ ਚਲੇ ਜਾਂਦੇ ਨੇ। ਹਾਂ, ਉਹ ਕਿ ਨਾਮ ਹੈ ਉਸ ਮੈਂ ਸਿਰਫ ਅਗਰ ਉਸ ਸਟੋਰੀ ਤੱਕ, ਉਸ ਸਾਕੇ ਤੱਕ ਸਿਰਫ ਫੋਕਸ ਕਰ ਰਿਹਾ ਹਾਂ। ਇਸੇ ਤਰੀਕੇ ਦੇ ਨਾਲ ਕਿ ਅਗਰ ਕੋਈ ਬੰਦਾ, ਮੈਂ ਪਹਿਲਾਂ ਹੀ ਜਦੋਂ ਗੱਲ ਸ਼ੁਰੂ ਕੀਤੀ ਸੀ ਉਦੋਂ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਸਿੱਖੀਜ਼ਮ ਆ, ਪਹਿਲੀ ਗੱਲ ਤਾਂ ਕੋਈ ਧਰਮ ਡਿਬੇਟੇਬਲ ਹੁੰਦਾ ਨਹੀਂ ਆ, ਧਰਮ ਜਿਹੜਾ ਹੁੰਦਾ ਉਹ ਸ਼ਰਧਾ ਦਾ ਰਸਤਾ ਆ। ਬਟ ਐਨੀ ਹਾਊ ਸਾਡੀ ਇੱਕ ਮਾੜੀ ਤਰੀਕਾ ਹੀ ਬਣ ਗਿਆ ਕਿ ਹਰ ਚੀਜ਼ ਨੂੰ ਅਸੀਂ ਦਲੀਲ ਦੇ ਤੌਰ ਦੇ ਉੱਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਫਿਰ ਵੀ ਚਲੋ, ਜਿਹੜੀ ਸਿੱਖੀਜ਼ਮ ਆ ਉਸ ਦੇ ਵਿੱਚ ਰਹਿਣੀ ਤੇ ਬਹਿਣੀ, ਇਹ ਦੋਨਾਂ ਦੀ ਕੰਬੋ ਆ। ਹੁਣ ਤੁਸੀਂ ਪਰ ਦੋਨਾਂ ਦੇ ਕੰਬੋ ਉਹ ਮੇਰੇ ਪਰਸਨਲ ਲਈ ਆ। ਜਾਂ ਤਾਂ ਦਿਲਰਾਜ ਜੀ ਤੁਹਾਡਾ ਜੀਵਨ ਜਾਂ ਮੇਰਾ ਜੀਵਨ ਇੰਨਾ ਉੱਚਾ ਸੁੱਚਾ ਹੋਵੇ ਕਿ ਅਸੀਂ ਕਿਸੇ ਨੂੰ ਦੇਖ ਕੇ ਪਰਖ ਸਕੀਏ ਕਿ ਇਸ ਬੰਦੇ ਦਾ ਜੀਵਨ ਕੀ ਆ, ਉਹ ਸਾਡੀ ਅਵਸਥਾ ਹੈ ਨਹੀਂ। ਸੋ ਅਸੀਂ ਪਰ ਘੱਟੋ ਘੱਟ
ਫਿਜ਼ੀਕਲ ਲੁੱਕ ਜਿਹੜੀ ਦਿਖਦੀ ਆ ਉਹਨੂੰ ਇੱਕ ਮਨਿਆਰ ਜ਼ਰੂਰ ਬਣਾ ਸਕਦੇ ਕਿਉਂਕਿ ਉਹ ਦਿਖ ਰਿਹਾ ਆ ਤੇ ਸਾਨੂੰ ਹੁਕਮ ਆ ਜਾਂ ਤਾਂ ਸਾਨੂੰ ਹੁਕਮ ਨਾ ਹੋਵੇ ਕਿ ਅਸੀਂ ਕੇਸ ਨਹੀਂ ਰੱਖਣੇ, ਅਸੀਂ ਕੇਸ ਰੱਖੀਏ ਨਾ ਰੱਖੀਏ ਸੇਮ ਗੱਲ ਆ। ਅਗਰ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਦੈਨ ਇਟਸ ਫਾਈਨ। ਸਾਨੂੰ ਅਗਰ ਕਿਹਾ ਹੋਵੇ ਕਿ ਹਾਂ ਬਾਈ ਕਿਰਪਾਨ ਨਹੀਂ ਪਾਣੀ ਜਾਂ ਪਾ ਲਓ, ਇੱਕੋ ਹੀ ਗੱਲ ਹੈਗੀ ਹੈ, ਦੈਨ ਇਟਸ ਫਾਈਨ। ਤੁਹਾਨੂੰ ਕਿਹਾ ਹੋਵੇ ਕੜਾ ਪਾਉਣਾ ਹੈ ਜਾਂ ਨਾ ਪਾਓ, ਤੁਹਾਨੂੰ ਚੋਇਸ ਦਿੱਤੀ ਹੋਵੇ ਫਿਰ ਵੀ ਠੀਕ ਆ। ਤੁਹਾਨੂੰ ਕਿਹਾ ਹੋਵੇ ਕਸ਼ਹਿਰਾ ਪਾਉਣਾ ਹੈ ਜਾਂ ਨਹੀਂ ਪਾਉਣਾ, ਅਗਰ ਉਹ ਚੋਇਸ ਆ ਤਾਂ ਫਿਰ, ਪਰ ਜਦੋਂ ਕੋਈ ਚੋਇਸ ਦਿੱਤੀ ਨਹੀਂ, ਸੰਦੀਪ ਸਿੰਘ ਜਦੋਂ ਜੀ ਤੁਹਾਡੇ ਅਸੀਂ ਲਈ ਸਿੱਖ ਹੁਕਮ ਧਰਮ ਹੀ ਦੀ ਲਾਤਾ। ਨਹੀਂ ਡਿਸਾਈਡ ਕਰ ਰਹੇ, ਅਸੀਂ ਸਿੱਖ ਧਰਮ ਦੀ ਡਿਸਕਸ਼ਨ ਨਹੀਂ ਕਰ ਰਹੇ, ਕੀ ਉਹ ਜਿਹੜਾ ਅਸੀਂ ਹੁਕਮ ਹੈਗਾ ਉਹ ਡਿਸਕਸ਼ਨ ਸਿਰਫ ਐਸਜੀਪੀਸੀ ਦੀ ਇਲੈਕਸ਼ਨਾਂ ਕਰਕੇ ਇਲੈਕਸ਼ਨ ਤੇ ਕਰ ਰਹੇ ਹਾਂ। ਭਾਜੀ ਮੇਰਾ ਸਵਾਲ ਇਹ ਹੈ ਕਿ ਅਗਰ ਉਹ ਕੱਲੀ ਅਸੀਂ ਉਦੋਂ ਕਹਿ ਰਹੇ ਹਾਂ ਕਿ ਉਹ ਸਿਰਫ ਸ਼੍ਰੋਮਣੀ ਕਮੇਟੀ ਇਲੈਕਸ਼ਨਾਂ ਤੱਕ ਸੀਮਤ ਹੋ, ਹਰ ਚੀਜ਼ ਤੱਕ ਹੀ ਸੀਮਤ ਆ, ਉਸ ਤਰ੍ਹਾਂ ਹਰ ਚੀਜ਼ ਲਈ ਆ। ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਆ ਉਹ ਤੁਹਾਡੇ ਕਨਸਟੀਟਿਊਸ਼ਨ ਨੇ ਸਾਨੂੰ ਉਸ ਦਾ ਗੁਲਾਮ ਬਣਾਇਆ ਆ। ਸੋ ਉਹਦੀ ਜਿਹੜੀ ਗੁਲਾਮੀ ਆ ਉਹ ਮਜਬੂਰੀ ਵਸ ਹੋ ਕੇ ਸਾਨੂੰ ਜਿਹਨੂੰ ਐਕਸੈਪਟ ਕਰਨਾ ਪੈ ਰਿਹਾ। ਅਗਰ ਉਸ ਕਨਸਟੀਟਿਊਸ਼ਨ ਨਹੀਂ ਤਾਂ ਵੀ ਡੋਂਟ ਈਵਨ ਕੇਅਰ ਕਿ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਸਾਨੂੰ ਕੀ ਕਹਿ ਰਿਹਾ, ਕਿਉਂਕਿ ਉਹ ਤਾਂ ਸਾਨੂੰ ਕੇਸਾਧਾਰੀ ਹਿੰਦੂ ਕਹਿੰਦਾ ਆ। ਸੋ ਉਸ ਚੀਜ਼ ਦੇ ਉੱਤੇ ਤਾਂ ਸਾਨੂੰ ਕੋਈ ਕਿੰਤੂ ਇਹ ਵੀ ਪ੍ਰੰਤੂ ਹੈ ਹੀ ਨਹੀਂ। ਦੋ ਗੁਲਾ ਬਿਆਨ ਆ ਸੰਦੀਪ ਸਿੰਘ ਜੀ। ਇੱਕ ਪਾਸੇ ਤੁਸੀਂ ਕਹਿ ਰਹੇ ਜੋ ਕਿ ਇਹ ਗਲਤ ਆ, ਦੂਜੇ ਪਾਸੇ ਤੁਸੀਂ ਕਹਿ ਰਹੇ ਜੋ ਸਹੀ ਆ। ਜਾਂ ਤਾਂ ਤੁਸੀਂ ਗਲਤ ਕਹੋ ਤੇ ਗਲਤ ਹੀ ਟਿਕੇ ਰਹੋ। ਨਹੀਂ ਹਰਪ੍ਰੀਤ ਜੀ ਤੁਸੀਂ ਸਮਝੋ, ਮੈਂ ਕਹਿ ਰਿਹਾ ਕਿ ਨਹੀਂ ਤੁਸੀਂ ਵੀ ਸਮਝੋ ਸੰਦੀਪ ਸਿੰਘ ਜੀ, ਜੇ ਗਲਤ ਆ ਉਹ ਗਲਤ ਆ, ਉਹਨੂੰ ਤੁਸੀਂ ਆਪਣੇ ਫਾਇਦੇ ਵਾਸਤੇ ਗਲਤ ਆਂਦੇ ਜੋ, ਬਾਅਦ ਵਿੱਚ ਆਪਣੇ ਫਾਇਦੇ ਵਾਸਤੇ ਉਹਨੂੰ ਸਹੀ ਆਂਦੇ ਜੋ। ਮੈਂ ਆਪਣਾ ਕੀ ਫਾਇਦਾ ਦੱਸੋ ਮੈਨੂੰ ਹਰਪ੍ਰੀਤ ਜੀ, ਇੱਕ ਸੈਕਿੰਡ। I think I would agree with you। ਹਰਪ੍ਰੀਤ ਜੀ ਮੈਨੂੰ ਦੱਸੋ ਕਿ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਕੇਸਾਧਾਰੀ ਹੋਣ ਲਈ ਕਿਹਾ ਤੇ ਉਸ ਤੇ ਮੇਰਾ ਪਰਸਨਲ ਕੀ ਫਾਇਦਾ, ਉਸ ਤੇ ਮੈਨੂੰ ਕੀ ਫਾਇਦਾ ਹੋਣਾ? ਅਗਰ ਸਾਰੀ ਸਿੱਖ ਕੌਮ ਅੰਮ੍ਰਿਤਧਾਰੀ ਹੋਵੇ, ਅਗਰ ਸਾਰੀ ਸਿੱਖ ਕੌਮ ਅੰਮ੍ਰਿਤਧਾਰੀ ਹੋਵੇ ਤੇ ਉਸ ਤੇ ਸੰਦੀਪ ਸਿੰਘ ਨੂੰ ਕੀ ਬੈਨੀਫਿਟ ਆ? ਇੱਥੇ ਸਿੱਖ ਧਰਮ ਉੱਤੇ ਡਿਬੇਟ ਨਹੀਂ ਕਰ ਰਹੇ ਅਸੀਂ ਸੰਦੀਪ ਸਿੰਘ ਜੀ, ਅਸੀਂ ਇੱਕ ਪੋਲਿਟੀਕਲ ਇਸ਼ੂ ਡਿਸਕਸ ਕਰ ਰਹੇ ਹਾਂ। ਗੁਰਦੁਆਰੇ ਨੂੰ ਪੋਲੀਟੀਕਲੀ ਡਿਸਾਈਡ ਕਰਨ ਦਾ ਹੱਕ ਉਹਨਾਂ ਲੋਕਾਂ ਕੋਲ ਆ ਜਿਹੜੇ ਘੱਟੋ ਘੱਟ ਕੇ ਨਾਮ ਹੈ ਬਾਹਰਲੀ ਦੇਖਦਾ ਜ਼ਰੂਰ ਹੋਵੇ, ਜਿਹੜੀ ਅੰਦਰਲੀ ਹੋਵੇ ਉਹ ਵੀ ਹੋਣੀ ਚਾਹੀਦੀ ਆ, ਪਰ ਹੁਣ ਉਹਨੂੰ ਤੁਸੀਂ ਮੇਜਰ ਨਹੀਂ ਕਰ ਸਕਦੇ। ਮੈਂ ਜਿਹੜਾ ਉੱਥੇ ਪੋਜੀਸ਼ਨ ਲੱਗਣੀ ਪੋਜੀਸ਼ਨ ਤੇ ਨੇ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਤਾਂ ਤੁਸੀਂ ਇਹ ਦੇਖ ਚੁੱਕੇ ਹੋ ਕਿ ਜਿਹੜੇ ਅੰਮ੍ਰਿਤਧਾਰੀ ਸਿੰਘ ਇਸ ਟਾਈਮ ਗੁਰਦੁਆਰੇ ਚਲਾ ਰਹੇ ਨੇ ਉਹ ਫੇਲ ਹੋ ਚੁੱਕੇ ਨੇ। ਹਰਪ੍ਰੀਤ ਜੀ ਜਿਹੜੇ ਲੋਕ ਕੀ ਨਾਮ ਹੈ ਘੱਟੋ ਘੱਟ ਅਸੀਂ ਮੱਕੜ ਬਾਦਲ ਨੂੰ ਗਾਲਾਂ ਕੱਢਦੇ ਹਾਂ ਜਾਂ ਜੋ ਵੀ ਆ, ਉਹਨਾਂ ਨਾਲ ਸਾਡੀਆਂ ਲੜਾਈਆਂ ਨੇ, ਉਹ ਡਿਫਰੈਂਟ ਇਸ਼ੂਜ਼ ਨੇ, ਉਹਨਾਂ ਨੇ ਆਪਣੇ ਲਾਲਚਾਂ ਲਈ ਅੰਮ੍ਰਿਤ ਛਕੇ ਨਹੀਂ ਛਕੇ, ਉਹ ਡਿਫਰੈਂਟ ਇਸ਼ੂਜ਼ ਨੇ। ਪਰ ਮੇਰਾ ਗੱਲ ਇਹ ਆ ਕਿ ਜਿਨ੍ਹਾਂ ਬੰਦਿਆਂ ਨੇ ਆਪਣੀ ਰਹਿਣੀ ਬਹਿਣੀ ਨਹੀਂ ਰੱਖੀ ਹੋਈ ਉਹ ਸਿੱਖ ਸਿਧਾਂਤਾਂ ਦੇ ਉੱਤੇ ਕਿਵੇਂ ਫੈਸਲਾ ਲੈ ਸਕਦੇ ਨੇ। ਮੈਂ ਤੁਹਾਨੂੰ ਇੱਕ ਗੱਲ ਇੱਥੇ ਹੋਰ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਅੱਜ ਦੀ ਤਰੀਕ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੀ ਅਧਿਕਾਰ ਆ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਕਰੇ। ਸੋ ਜਿਸ ਦੇ ਵਿੱਚ ਆਪ ਹੀ ਅੰਮ੍ਰਿਤਧਾਰੀ ਸਿੱਖ ਨਹੀਂ ਹੋਣਗੇ, ਉਹ ਕੱਲ ਨੂੰ ਇਹ ਗੱਲ ਕਹਿਣਗੇ ਕਿ ਹਾਂ ਕੋਈ ਵੀ ਬੰਦਾ ਅਗਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬੰਦਾ ਤੁਸੀਂ ਉਹਨੂੰ ਕਿਵੇਂ ਰੋਕ ਸਕਦੇ ਹੋ? ਮੇਰਾ ਸਵਾਲ ਇਹ ਆ, ਕਿਉਂਕਿ ਅਗਰ ਸਹਿਜਧਾਰੀ ਵਰਡ ਹੈਗਾ, ਵੈਸੇ ਉਹ ਇਤਿਹਾਸਕ ਤੌਰ ਤੇ ਕਿਤੇ ਨਹੀਂ ਆਉਂਦਾ, ਪਰ ਅਗਰ ਹੈਗਾ ਤੇ ਫਿਰ ਉਹਨਾਂ ਨੂੰ ਤੁਸੀਂ ਰੋਕ ਕਿਵੇਂ ਸਕਦੇ ਹੋ ਕਿ ਉਹ ਜਥੇਦਾਰ ਨਾ ਬਣਨ? ਉਹਨਾਂ ਨੂੰ ਤੁਸੀਂ ਰੋਕ ਕਿਵੇਂ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਾ ਬਣਨ? ਉਹਨੂੰ ਤੁਸੀਂ ਰੋਕ ਕਿਵੇਂ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾ ਬਣਨ? ਹੋਰ ਅਗਰ ਉਹ ਬਣਨਗੇ ਤੇ ਫਿਰ ਤੁਹਾਨੂੰ ਗੁਰਮਤਿ ਦੀ ਲੋੜ ਹੀ ਨਹੀਂ ਆ, ਫਿਰ ਤੁਹਾਨੂੰ ਅੰਮ੍ਰਿਤ ਸੰਚਾਰ ਦੀ ਲੋੜ ਨਹੀਂ। ਸੰਦੀਪ ਸਿੰਘ ਜੀ ਥੋੜਾ ਜਿਹਾ ਮੇਰੀ ਤੇ ਗੱਲ ਸੁਣ ਲਓ। ਲਾਅ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਸੀ। ਆਮ ਤੌਰ ਤੇ ਗੁਰਦੁਆਰਿਆਂ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਉੱਥੇ ਇਹ ਡਿਸਾਈਡਡ ਹੁੰਦਾ ਵਾ ਕਿ ਜੋ ਪ੍ਰਧਾਨ ਆ ਸੈਕਟਰੀ ਆ ਉਹ ਅੰਮ੍ਰਿਤਧਾਰੀ ਸਿੰਘ ਹੀ ਹੋਣਗੇ, ਪਰ ਦੂਜੀ ਪੋਜੀਸ਼ਨ ਤੇ ਤੁਸੀਂ ਸਹਿਜਧਾਰੀ ਸਿੰਘ ਵੀ ਪਾਰਟਿਸਿਪੇਟ ਕਰ ਸਕਦੇ ਨੇ। ਇੱਕ ਲਾਅ ਵਿੱਚ ਨਿੱਕੀ ਜਿਹੀ ਅਮੈਂਡਮੈਂਟ ਸੀ, ਨਿੱਕੀ ਜਿਹੀ ਅਮੈਂਡਮੈਂਟ ਕਰਕੇ ਤੁਸੀਂ ਸਾਰੇ ਸਿੱਖਾਂ ਨੂੰ ਇਕੱਠਾ ਰੱਖ ਸਕਦੇ ਸੀ। ਪਰ ਇੱਥੇ ਆਰਐਸਐਸ ਵਰਗੇ ਗਰੁੱਪ ਇੱਕ ਗੇਮ ਖੇਡ ਰਹੇ ਨੇ। ਹਰਪ੍ਰੀਤ ਜੀ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਤੁਸੀਂ ਲੋਕਾਂ ਨੂੰ ਇਨਕਰੇਜ ਕਰੋ, ਵੀ ਨਹੀਂ ਹੈਗੀ, ਉਹਨੂੰ ਫਰਦਰ ਡਿਵਾਈਡ ਕਰ ਰਹੇ ਨੇ, ਤੁਹਾਨੂੰ ਉਹ ਦੇਖ ਨਹੀਂ ਰਿਹਾ। ਹਰਪ੍ਰੀਤ ਜੀ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਇੰਸਟੈਡ ਕਿ ਅਸੀਂ ਲੋਕਾਂ ਨੂੰ ਇਸ ਗੱਲ ਲਈ ਇਨਕਰੇਜ ਕਰੀਏ ਕਿ ਦੇਖੋ ਜਿਸ ਗੁਰੂ ਨੇ ਆਪਣੇ 4 ਪੁੱਤ ਸਾਡੇ ਵਾਸਤੇ ਵਾਰਤੇ, ਜਿਸ ਗੁਰੂ ਨੇ ਆਪਣਾ ਮਾਂ ਪਿਓ ਸਾਡੇ ਵਾਸਤੇ ਸ਼ਹੀਦ ਕਰਾਤੇ, ਉਸ ਗੁਰੂ ਨੇ ਅਗਰ ਇੱਕ ਛੋਟੀ ਜੀ ਚੀਜ਼ ਸਾਡੇ ਤੋਂ ਮੰਗੀ ਸੀ ਕਿ ਤੁਹਾਡਾ ਸਰੂਪ ਮੈਨੂੰ ਚਾਹੀਦਾ ਆ, ਤੇ ਅਸੀਂ ਉਹ ਵੀ ਜਾ ਕੇ ਕਿ ਨਾ 5-5 10-10 ਰੁਪਏ ਦੇ ਵਿੱਚ
ਜਾ ਕੇ ਉਹਦਾ ਕਤਲ ਕਰਾਇਆ। ਅਸੀਂ ਇੰਸਟੈਡ ਕਿ ਲੋਕਾਂ ਨੂੰ ਇਹ ਇਨਕਰੇਜ ਕਰੀਏ ਕਿ ਹਾਂ ਬਈ ਤੁਸੀਂ ਅੰਮ੍ਰਿਤ ਛਕੋ, ਤੁਸੀਂ ਉਹਨਾਂ ਨੂੰ ਇਨਕਰੇਜ ਕਰ ਰਹੇ ਹੋ। ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਗੱਲ ਸੁਣੋ ਗੱਲ ਸੁਣੋ ਥਰੂ ਐਜੂਕੇਸ਼ਨ ਨਹੀਂ ਇੱਕ ਸੈਕਿੰਡ ਹਰਪ੍ਰੀਤ ਨਾ ਕਰਨ ਨੂੰ ਹਰਪ੍ਰੀਤ ਜੀ ਮੇਰੀ ਪ੍ਰੋਬਲਮ ਹੈ ਕਿ ਤੁਸੀਂ ਪੂਰੀ ਗੱਲ ਸੁਣਦੇ ਚੀਜ਼ਾਂ ਨੇ, ਲੋਕਾਂ ਨੂੰ ਐਜੂਕੇਟ ਕਰੋ। ਹਰਪ੍ਰੀਤ ਜੀ ਮੇਰੀ ਪ੍ਰੋਬਲਮ ਹੈ ਹਰਪ੍ਰੀਤ ਜੀ ਪ੍ਰੋਬਲਮ ਹੈ ਕਿ ਤੁਸੀਂ ਮੇਰੀ ਗੱਲ ਕੰਪਲੀਟਲੀ ਸੁਣ ਨਹੀਂ ਰਹੇ ਹੋ। ਅਸੀਂ ਅੱਜ ਦੀ ਡਿਬੇਟ ਦੇ ਵਿੱਚ ਉਹਨਾਂ ਲੋਕਾਂ ਨੂੰ ਇਨਕਰੇਜ ਕਰ ਰਹੇ ਹਾਂ ਕਿ ਬਿਲਕੁਲ ਲੋੜ ਨਹੀਂ ਅੰਮ੍ਰਿਤ ਛਕਣ ਦੀ, ਸਿੱਖ ਸਿਧਾਂਤਾਂ 'ਚ ਕੋਈ ਲੋੜ ਨਹੀਂ, ਤੁਸੀਂ ਇਦਾਂ ਵੀ ਠੀਕ ਹੋ ਕਿਉਂਕਿ ਤੁਹਾਡਾ ਮਨ ਸਾਫ਼ ਆ। ਮੈਂ ਹੈਰਾਨ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੀ ਮਨ ਸਾਫ਼ ਨਹੀਂ ਸੀ, ਜਾਂ ਉਹਨਾਂ ਪੰਜ ਪਿਆਰਿਆਂ ਦਾ ਮਨ ਸਾਫ਼ ਨਹੀਂ ਸੀ, ਜਾਂ ਪੁਰਾਤਨ ਸਮਿਆਂ ਦੇ ਵਿੱਚ ਇਹਨਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਪਈ ਕਿ ਉਹਨਾਂ ਦੇ ਮਨ ਸਾਫ਼ ਨਹੀਂ ਸੀਗੇ। ਅੰਮ੍ਰਿਤ ਛਕੋ ਤਾਂ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ। ਇੱਕ ਮਿੰਟ ਜੀ, ਇੱਕ ਮਿੰਟ ਸੰਦੀਪ ਜੀ, ਮੇਰਾ ਇੱਕ ਛੋਟਾ ਜਿਹਾ ਪ੍ਰਸ਼ਨ ਹੈ, ਮੈਂ ਪਹਿਲੇ ਵੀ ਪੁੱਛ ਚੁੱਕਾ, ਤੁਸੀਂ ਉਹਦਾ ਡਾਇਰੈਕਟ ਆਨਸਰ ਨਹੀਂ ਦਿੰਦੇ ਪਏ, ਤੁਸੀਂ ਘੁਮਾ ਕੇ ਉਹਨੂੰ ਸਿੱਖੀ ਤੇ ਲੈ ਕੇ ਬੋਲ ਨਾ ਸਕੇ ਕਿਉਂਕਿ ਤੁਹਾਡੇ ਕੋਲ ਉਹਦਾ ਆਨਸਰ ਨਹੀਂ ਹੈਗਾ। ਮੇਰਾ ਸਿੰਪਲ ਜਿਹਾ ਕੁਐਸਚਨ ਹੈ ਕਿ ਸਿਰਫ ਐਸਜੀਪੀਸੀ ਦੇ ਵੋਟਿੰਗ ਰਾਈਟਸ ਖੋ ਕੇ ਹੀ ਆਪਾਂ ਐਨਕਰੇਜ ਕਰ ਸਕਦੇ ਹਾਂ ਉਹ ਸਿੱਖਾਂ ਨੂੰ ਜਿਹੜੇ ਨੇ ਅੰਮ੍ਰਿਤ ਨਹੀਂ ਛਕਿਆ, ਜਿਹੜੇ ਸਹਿਜ ਧਾਰੀਏ, ਜਿਹੜੇ ਪਤਿਤ ਹੈ, ਜਾਂ ਉਹਦੇ ਹੋਰ ਵੀ ਕਈ ਤਰੀਕੇ ਨੇ, ਜਿੱਦਾਂ ਐਜੂਕੇਸ਼ਨ ਦਿੱਤੀ ਜਾਵੇ, ਉਹਨਾਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਾਇਆ ਜਾਵੇ, ਉਹਨਾਂ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਨਾਲ ਜਾਣੂ ਕਰਾਇਆ ਜਾਵੇ, ਉਹ ਜ਼ਿਆਦਾ ਵਧੀਆ ਤਰੀਕਾ ਹੈ ਕਿ ਇਦਾਂ ਦਾ ਵੋਟਿੰਗ ਰਾਈਟ ਖੋ ਕੇ ਹੀ ਤਰੀਕਾ ਵਾ ਇੱਕੋ ਹੀ? ਦੇਖੋ ਦਿਲਰਾਜ ਜੀ, ਮੈਨੂੰ ਨਹੀਂ ਸਮਝ ਆਈ ਕਿ ਤੁਹਾਨੂੰ ਕਿਹੜਾ ਸਵਾਲ ਮੇਰਾ ਸਮਝ ਨਹੀਂ ਆਇਆ। ਮੈਂ ਦੁਬਾਰਾ ਤੋਂ ਰਿਪੀਟ ਕਰਨ ਲੱਗਿਆ, ਪਲੀਜ਼ ਚੰਗੀ ਤਰ੍ਹਾਂ ਸੁਣਿਓ। ਨਾਲ ਮੈਂ ਇੱਕ ਅੱਧੀ ਗੱਲ ਹੋਰ ਜੋੜਾਂਗਾ। ਅਸੀਂ ਸਮਝਦੇ ਹਾਂ ਕਿ ਜਿਹੜਾ ਸਿੱਖੀਜ਼ਮ ਆ ਉਹ ਸਭ ਤੋਂ ਨਿਰਾਲਾ ਧਰਮ ਆ, ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਹਰ ਬੰਦਾ ਹੀ ਸਿੱਖ ਬਣੇ। ਅਸੀਂ ਨਾਲ ਦੇ ਨਾਲ ਇਹ ਵੀ ਚਾਹੁੰਦੇ ਹਾਂ ਕਿ ਜਿਹੜੇ ਅੱਜ ਦੀ ਡੇਟ ਦੇ ਉੱਤੇ ਦੁਨੀਆ ਭਰ 'ਚ ਕਲੇਸ਼ ਨੇ, ਜਿਹੜੀਆਂ ਲੜਾਈਆਂ ਨੇ, ਉਹ ਸਾਰਿਆਂ ਦਾ ਹੱਲ ਸਿੱਖੀਜ਼ਮ ਦੇ ਵਿੱਚ ਆ। ਸੋ ਅਗਰ ਉਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰੀਏ, ਉਦੋਂ ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਪ੍ਰਚਾਰ ਕੀਤਾ ਜਾਵੇ। ਬਿਲਕੁਲ ਪ੍ਰਚਾਰ ਹੋ ਵੀ ਰਿਹਾ ਤੇ ਹੋਰ ਹੋਣਾ ਚਾਹੀਦਾ ਆ। ਪਰ ਜਿੱਥੇ ਤੱਕ ਸਿੱਖ ਇਸ਼ੂਜ਼, ਸਿੱਖ ਸਿਧਾਂਤ, ਸਿੱਖ ਬਾਡੀਜ਼, ਸਿੱਖ ਪੋਲਿਟਿਕਸ, ਸਿੱਖਾਂ ਦੇ ਮਸਲੇ, ਇਹ ਸਾਰੇ ਵਰਡਸ ਜਿੱਥੇ ਤੱਕ ਆਉਣਗੇ, ਉੱਥੇ ਅੰਮ੍ਰਿਤਧਾਰੀ ਬੰਦੇ ਨੂੰ ਪਹਿਲ ਦਿੱਤੀ ਜਾਵੇਗੀ। ਉਹਦਾ ਕਾਰਨ ਆ, ਹੋ ਸਕਦਾ ਕਿ ਉਹ ਬੰਦਾ ਕਿਸੇ ਸਾਜ਼ਿਸ਼ਮਈ ਤਰੀਕੇ ਦੇ ਨਾਲ ਉਹਨੇ ਸਿਰਫ ਇੱਕ ਦੁਨਿਆਵੀ ਤੌਰ ਤੇ ਦਿਖਾਉਣ ਵਾਸਤੇ ਅੰਮ੍ਰਿਤ ਛਕਿਆ ਹੋਵੇ, ਉਹ ਗੁਰੂ ਦਾ ਦੇਣਦਾਰ ਆ, ਉਹ ਜਾਣੇ। ਪਰ ਅਸੀਂ ਜਦੋਂ ਉਸ ਅੰਮ੍ਰਿਤਧਾਰੀ ਨੂੰ ਦੇਖ ਰਹੇ ਹਾਂ, ਅਸੀਂ ਉਸ ਦੇ ਵਿੱਚ ਉਹ ਵਾਅਦਾ ਦੇਖਦੇ ਪਏ ਹਾਂ ਜੋ ਉਹਨੇ ਅੰਮ੍ਰਿਤ ਛਕਣ ਵੇਲੇ ਪੰਜ ਪਿਆਰਿਆਂ ਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਰੂਪ ਸਮਝਦੇ ਹੋਏ ਕੀਤਾ ਕਿ ਅੱਜ ਤੋਂ ਬਾਅਦ ਚੋਂ ਮੇਰਾ ਜੀਵਨ ਜਿਹੜਾ ਆ ਉਹ ਪੰਥ ਨੂੰ ਸਮਰਪਿਤ ਆ। ਸੋ ਜਿੱਥੇ ਤੱਕ ਇਹ ਵਾਅਦਾ ਉਹਨੇ ਗੁਰੂ ਨੂੰ ਕੀਤਾ, ਸਾਡੇ ਨਾਲ ਤਾਂ ਕੀਤਾ ਨਹੀਂ। ਇਹੀ ਵਾਅਦਾ ਬਾਦਲ ਸਾਹਿਬ ਨੇ ਕੀਤਾ ਆ, ਇਹੀ ਵਾਅਦਾ ਮੱਕੜ ਨੇ ਕੀਤਾ ਆ। ਅਗਰ ਅੱਜ ਉਹ ਗੁਰੂ ਤੋਂ ਮਨਮੁਖ ਹੋਏ ਨੇ, ਗੁਰੂ ਵੱਲ ਉਹਨਾਂ ਨੇ ਪਿੱਠ ਕੀਤੀ, ਉਹ ਗੁਰੂ ਦੇ ਦੇਣਦਾਰ ਨੇ, ਨਾ ਕਿ ਸੰਦੀਪ ਸਿੰਘ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਦੇ ਉੱਤੇ ਸਾਨੂੰ ਇੰਨਾ ਕੁ ਵਿਸ਼ਵਾਸ ਆ, ਸਾਨੂੰ ਇੰਨਾ ਭਰੋਸਾ ਆ ਕਿ ਉਸ ਦੇ ਵੱਲੋਂ ਛਕੇ ਹੋਏ ਅੰਮ੍ਰਿਤ ਦੇ ਨਾਲ ਕੋਈ ਗਿਰਦਾਰੀ ਨਹੀਂ ਕਰ ਸਕਦਾ। ਜਿਹੜਾ ਪਿੱਠ ਦਿਖਾਉਂਦਾ ਆ, ਉਹਦਾ ਕੱਖ ਨਹੀਂ ਰਹਿੰਦਾ, ਨਾ ਇਸ ਦੁਨੀਆ 'ਚ ਤੇ ਨਾ ਪਰਲੋਕ ਦੇ ਵਿੱਚ। ਸੋ ਉਹ ਲੋਕ ਆਪਣੇ ਜਵਾਬਦੇਹੀ ਦੇਣਗੇ। ਪਰ ਜਿੱਥੇ ਤੱਕ ਇਹ ਗੱਲ ਹੈ ਕਿ ਪ੍ਰਚਾਰ ਦੀ ਲੋੜ ਹੈ, ਜਾਂ ਉਹਨਾਂ ਦੀ ਲੋੜ ਆ, ਪ੍ਰਚਾਰ ਹੋਣਾ ਚਾਹੀਦਾ ਆ। ਔਰ ਅਸੀਂ ਉਹਨਾਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕਿ ਉਹ ਅੰਮ੍ਰਿਤ ਛਕਣ ਤੇ ਅੰਮ੍ਰਿਤ ਛਕ ਕੇ ਇਸ ਲਾਡਲੀ ਫੌਜ ਦੇ ਵਿੱਚ ਉਹ ਸ਼ਮੂਲੀਅਤ ਕਰਨ। ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਹੀ ਨਹੀਂ ਹੈਗਾ। ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜਾ ਅੰਦਰ ਤੇ ਬਾਹਰ ਦਾ ਦੋਨਾਂ ਦੀ ਜਿਹੜੀ ਰਹਿਣੀ ਸਹਿਣੀ ਆ, ਉਹ ਦੋਨੋਂ ਹੀ ਗੁਰੂ ਰੂਪ ਹੋਣੀ ਚਾਹੀਦੀ ਆ। ਪਰ ਅੰਦਰ ਲਈ ਸਾਡੇ ਕੋਲੇ ਕੋਈ ਥਰਮਾਮੀਟਰ ਨਹੀਂ, ਬਾਹਰ ਲਈ ਹੈਗਾ। ਜਰਮਨਜੀਤ ਸਿੰਘ ਜੀ ਨੂੰ ਕਾਫੀ ਟਾਈਮ ਤੋਂ ਜਰਮਨਜੀਤ ਸਿੰਘ ਜੀ ਕੋ ਹੈ। ਮੈਂ ਕਾਫੀ ਦੇਰ ਜਰਮਨਜੀਤ ਟਾਈਮ ਘੱਟ ਬਚਿਆ ਆਪਣੇ ਕੋਲ, ਆਪਣੇ ਵਿਊ ਦਿਓ ਹੁਣ ਤੇ ਪਲੀਜ਼ ਕੁਐਸਚਨ ਨਾ ਪੁੱਛੋ, ਟਾਈਮ ਘੱਟ ਬਚਿਆ ਆਪਣੇ ਕੋਲ। ਹਾਂਜੀ, ਮੈਂ ਇੱਥੇ ਇੱਕ ਇਹੀ ਕਹਾਂਗਾ ਕਿ ਜਿਹੜੇ ਹਿਸਾਬ ਨਾਲ ਸੰਦੀਪ ਜੀ ਕਹਿ ਰਹੇ ਨੇ ਕਿ
ਕਈ ਸਿੱਖ ਅੰਮ੍ਰਿਤਸਰ ਦੇ ਨੇ, ਉਹਨਾਂ ਦੀ ਰਹਿਣੀ ਤੇ ਬਹਿਣੀ 'ਚ ਫਰਕ ਹੁੰਦਾ ਹੈ। ਇਹੀ ਗੱਲ ਆ ਕਿ ਅੱਜ ਜੇਕਰ ਗੱਲ ਕੀਤੀ ਜਾਵੇ ਸਿੱਖ ਪਰਿਭਾਸ਼ਾ ਦੀ, ਤਾਂ ਇਹ ਮੇਰੇ ਹਿਸਾਬ ਨਾਲ ਆਪਾਂ ਜਿਹੜਾ ਮੇਨ ਮੁੱਦਾ ਸੀ ਇਹਨੂੰ ਛੱਡ ਕੇ ਆਪਾਂ ਸਿੱਖ ਪਰਿਭਾਸ਼ਾ ਤੇ ਆ ਗਏ ਹਾਂ। ਮੈਂ ਤਾਂ ਬਾਰ-ਬਾਰ ਕਹਿ ਰਿਹਾ ਸੀ ਜਰਮਨਜੀਤ ਸਿੰਘ ਜੀ, ਅਸੀਂ ਕੋਈ ਧਾਰਮਿਕ ਮੁੱਦਾ ਨਹੀਂ ਡਿਸਕਸ ਕਰ ਰਹੇ। ਇਹ ਗੱਲ ਹੈ ਕਿ ਹੁਣ ਇਹਨਾਂ ਨੇ ਸਿੱਖ ਧਰਮ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਇੱਕ ਹਿਸਾਬ ਦੇ ਨਾਲ। ਇੱਕ ਨੂੰ ਇਹ ਸਹਿਜਧਾਰੀ ਕਹਿ ਰਹੇ ਨੇ, ਇੱਕ ਨੂੰ ਅੰਮ੍ਰਿਤਧਾਰੀ ਕਹਿ ਰਹੇ ਨੇ, ਜਿਹੜੇ ਨੇ ਅੰਮ੍ਰਿਤ ਛਕਿਆ ਹੁੰਦਾ ਹੈ। ਹੁਣ ਇੱਥੇ ਇਹ ਸਵਾਲ ਉੱਠਦਾ ਆ ਕਿ ਜਿਹੜੇ ਤੇ ਅੰਮ੍ਰਿਤਧਾਰੀ ਆ ਉਹ ਤਾਂ ਆਪਣੀ ਕਮੇਟੀ ਚੁਣ ਲੈਣਗੇ, ਕੀ ਹੁਣ ਮੰਨ ਲਓ ਕਿ ਰੱਬ ਖੁਦਾ ਨਾ ਖਾਸਤਾ ਕਿ ਜਿਹੜੇ ਸਹਿਜਧਾਰੀ ਆ ਉਹ ਵੱਖਰੀ ਕਮੇਟੀ ਬਣਾ ਕੇ ਬੈਠ ਗਏ, ਫਿਰ ਇਹਨਾਂ ਨੇ ਹੀ ਬਾਦਲਾਂ ਨੇ ਕਹਿਣਾ ਹੈ ਕਿ ਇਹ ਸਿੱਖ ਕੌਮ ਨੂੰ ਪਾੜਨ ਦੀ ਸਾਜ਼ਿਸ਼ ਆ। ਪਹਿਲਾਂ ਸਾਜ਼ਿਸ਼ ਤਾਂ ਇਹਨਾਂ ਨੇ ਕਰ ਲਈ, ਬਾਅਦ ਨਾ ਉਹਨਾਂ ਦਾ ਲੱਗ ਜਾਣਾ। ਮੈਂ ਤਾਂ ਤੁਹਾਡੇ ਤੋਂ ਜਾਨਣਾ ਚਾਹ ਰਿਹਾ ਕਿ ਸਹਿਜਧਾਰੀ ਹੁੰਦੇ ਕੌਣ ਨੇ, ਮੈਨੂੰ ਇੰਨਾ ਤਾਂ ਦੱਸੋ ਕਿ ਕਿਸ ਕਦੋਂ ਆਇਆ ਲਫ਼ਜ਼, ਕਿੱਥੋਂ ਆਇਆ ਲਫ਼ਜ਼। ਪਲੀਜ਼ ਗੋ ਹੈਡ। ਰਾਜ ਜੀ, ਸੰਦੀਪ ਜੀ, ਜਖੀਜ ਕੁਝ ਕਹਿਣਾ ਚਾਹੁੰਦੇ 30 ਸੈਕਿੰਡ ਈਚ। ਸਿੰਪਲ ਜੀ ਗੱਲ ਹੈ ਹਰਪ੍ਰੀਤ ਜੀ, ਮੇਰੀਆਂ ਗੱਲਾਂ ਹੋ ਸਕਦਾ ਕੌੜੀਆਂ ਨੇ, ਹੋਰ ਕਿ ਨਾ ਮੈਂ ਸਿੰਪਲ ਸਿਧਾਂਤ ਇਹ ਆ ਕਿ ਕੋਈ ਵੀ ਪਰਿਵਾਰ ਹੋਵੇ ਉਹਦਾ ਇੱਕ ਡਿਸਪਲਿਨ ਹੁੰਦਾ ਆ। ਸਾਡਾ ਡਿਸਪਲਿਨ ਸਾਡੀ ਰਹਿਤ ਮਰਿਆਦਾ ਆ। ਜੋ ਰਹਿਤ ਮਰਿਆਦਾ 'ਚ ਲਿਖਿਆ ਆ ਉਹ ਅੱਖਾਂ ਮੀਟ ਕੇ ਵਿਦਆਊਟ ਕੁਐਸਚਨਿੰਗ ਇਟ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਫੋਲੋ ਕਰੀਏ, ਜਦ ਤੱਕ ਪੰਥ ਆਪਣੇ ਹੋਰ ਕੋਈ ਨਵੇਂ ਫੈਸਲੇ ਨਹੀਂ ਲੈਂਦਾ। ਜਦ ਤੱਕ ਪੰਥ ਦੇ ਫੈਸਲੇ ਆਏ ਹੋਏ ਨੇ ਉਹ ਸਿਰ ਮੱਥੇ ਪ੍ਰਵਾਨ ਨੇ। ਉਹ ਇਸ ਰਹਿਤ ਮਰਿਆਦਾ ਲਈ ਬਹੁਤ ਕੁਝ ਇਤਿਹਾਸਕ ਤੌਰ ਤੇ ਵਾਪਰਿਆ ਆ। ਕਿਸੇ ਵੀ ਬੰਦੇ ਕੋਲੇ ਅਧਿਕਾਰ ਨਹੀਂ, ਨਾ ਹੀ ਕਿਸੇ ਦੁਨਿਆਵੀ ਕਨਸਟੀਟਿਊਸ਼ਨਾਂ ਨੂੰ ਇਹ ਅਧਿਕਾਰ ਹੈ ਕਿ ਉਹ ਦੱਸਣ ਕਿ ਸਿੱਖਾਂ ਦੀ ਪਰਿਭਾਸ਼ਾ ਕੀ ਆ, ਸਿੱਖਾਂ ਦਾ ਕਨਸਟੀਟਿਊਸ਼ਨ ਕੀ ਆ। ਜਿੱਥੇ ਤੱਕ ਸਹਿਜਧਾਰੀ ਦੀ ਗੱਲ ਆ, ਸਿੱਖ ਇਤਿਹਾਸ ਦੇ ਵਿੱਚ ਇਹ ਲਫ਼ਜ਼ ਕਿਤੇ ਨਹੀਂ ਐਗਜ਼ਿਸਟ ਕਰਦਾ। ਅਗਰ ਕਰਦਾ ਤੇ ਮੈਨੂੰ ਗੁਰੂ ਕਾਲ ਦੇ ਵਿੱਚੋਂ ਜਾਂ ਪੁਰਾਤਨ ਸਿੱਖਾਂ ਦੇ ਸਮਿਆਂ ਦੇ ਵਿੱਚੋਂ ਦੀ ਇਸ ਸ਼ਬਦ ਦੀ ਖੋਜ ਕਰਕੇ ਦਿਖਾਓ ਤੇ ਮੈਨੂੰ ਦੱਸੋ ਕਿ ਕਿਹੜਾ ਉਹਨਾਂ ਸਮਿਆਂ ਦੇ ਉੱਤੇ ਸਹਿਜਧਾਰੀ ਸੀ। ਸਿੱਖਾਂ ਦੀ ਪਰਿਭਾਸ਼ਾ ਸਿੰਪਲ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ, ਰਹਿਤ ਮਰਿਆਦਾ ਦੇ ਵਿੱਚ ਯਕੀਨ ਕਰਦਾ, ਅਕਾਲ ਤਖਤ ਨੂੰ ਸੁਪਰੀਮ ਮੰਨਦਾ ਆ, ਉਹ ਸਿੱਖ ਆ। ਤੇ ਅਕਾਲ ਤਖਤ ਦੀ ਜਿਹੜੀ ਮਰਿਆਦਾ ਦੀ ਗੱਲ ਹੈਗੀ ਆ, ਉਹ ਇੱਕ ਤੁਹਾਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਮਰਿਆਦਾ ਮਿਲ ਜਾਂਦੀ ਆ ਜੋ ਕਿ ਉਹਦੀ ਪਰਿਭਾਸ਼ਾ ਬਹੁਤ ਚੰਗੀ ਤਰ੍ਹਾਂ ਡਿਫਾਈਨ ਕਰਦੀ ਹੈਗੀ ਆ। ਸੋ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਸਿੱਖ ਨੂੰ ਕੋਈ ਡਾਊਟ ਨਹੀਂ ਆ, ਕੋਈ ਕਨਫਿਊਜ਼ਨ ਨਹੀਂ ਆ। ਕੁਛ ਸ਼ਰਾਰਤੀ ਬੰਦੇ ਜਾਣ ਬੁੱਝ ਕੇ ਇਹਦੇ ਵਿੱਚ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਪਰ ਮੈਂ ਇਹ ਗੱਲ ਦੱਸ ਦੇਣਾ ਚਾਹੁੰਦਾ ਆ ਕਿ ਜਿਹੜੇ ਲੋਕ ਅਜੇ ਅੰਮ੍ਰਿਤਧਾਰੀ ਨਹੀਂ ਵੀ ਨੇ ਉਹ ਵੀ ਹੌਲੀ ਹੌਲੀ ਕਦਮ ਚੱਕ ਰਹੇ ਨੇ ਤੇ ਉਹਨਾਂ ਨੇ ਇੱਕ ਦਿਨ ਸਿੱਖ ਬਣਨਾ ਹੈ, ਸਿੰਘ ਬਣਨਾ ਆ, ਅੰਮ੍ਰਿਤਧਾਰੀ ਬਣਨਾ ਆ। ਤੇ ਉਹ ਇਸ ਗੱਲ ਨਾਲ ਖੁਸ਼ ਨੇ ਕਿ ਜਿਹੜਾ ਗੁਰਦੁਆਰਿਆਂ ਦੇ ਵਿੱਚ ਜਿਹੜਾ ਸਾਂਭ ਸੰਭਾਲ ਆ ਉਹ ਅੰਮ੍ਰਿਤਧਾਰੀਆਂ ਕੋਲੇ ਆਊਗੀ। ਅਗਰ ਆਊਗੀ ਤਾਂ ਹੀ ਉਹ ਇਹ ਬਾਦਲ ਕੇ ਹੁਣੀ ਬਾਹਰ ਹੋਣਗੇ, ਨਹੀਂ ਤਾਂ ਨਹੀਂ ਹੋਣਗੇ। ਕਿਉਂਕਿ ਪਿਛਲੇ ਸਮਿਆਂ ਜਦੋਂ ਸੰਦੀਪ ਸਿੰਘ ਜੀ ਟਾਈਮ ਘੱਟ ਬਚਿਆ ਆਪਣੇ ਕੋਲ। ਹਾਂ, ਉਹਦਾ ਬਾਦਲ ਕਹਿਣ ਨੂੰ ਫਾਇਦਾ ਹੋਇਆ। ਮੰਨਦੇ ਹੋ ਕਿ ਜਿਨ੍ਹਾਂ ਨੂੰ ਇਹ ਸਹਿਜਧਾਰੀ ਕਹਿ ਰਹੇ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੈ, ਉਹਨਾਂ ਨੇ ਜਿਹੜਾ ਬਿੱਲ ਦੀ ਸੂਟ ਕੀਤੀ ਉਹ ਸਹੀ ਕੀਤੀ ਹੈ, ਤੁਸੀਂ ਇਹ ਤੇ ਮੋਹਰ ਲਾ ਰਹੇ ਹੋ। ਮੈਂ ਤਾਂ ਕੋਈ ਹੈ ਹੀ ਨਹੀਂ ਜੀ ਜੋ ਸਹੀ ਜਾਂ ਗਲਤ ਨੂੰ ਡਿਫਾਈਨ ਕਰਾਂ। ਮੈਂ ਇਹ ਗੱਲ ਕਹਿ ਰਿਹਾ ਕਿ ਸਹਿਜਧਾਰੀ ਕੋਈ ਲਫ਼ਜ਼ ਹੀ ਨਹੀਂ ਹੈਗਾ, ਇਸ ਲਈ ਉਹਦੇ ਤੇ ਡਿਬੇਟ ਹੀ ਨਹੀਂ ਹੈਗੀ। ਜੋ ਵੀ ਆ ਡਿਬੇਟ ਨਹੀਂ ਹੈ, ਪਰ ਬਿੱਲ ਪਾਸ ਹੋ ਗਿਆ ਹੈ, ਵੱਡੀ ਗਿਣਤੀ ਸਿੱਖਾਂ ਨੂੰ ਖੋਲਿਆ ਗਿਆ ਹੈ। ਜਿਹੜਾ ਸਹਿਜਧਾਰੀ ਲਫ਼ਜ਼ ਹੀ ਨਹੀਂ ਉਹਨਾਂ ਸਿੱਖ ਕਿਵੇਂ ਲੱਗ ਗਿਆ? ਜਾਂ ਤਾਂ ਸਿੱਖ ਆ ਜਾਂ ਕੋਈ ਹੈ ਹੀ ਨਹੀਂ। ਸੋ ਸਹਿਜਧਾਰੀ ਕਿੱਥੋਂ ਆ ਗਏ? ਗੁਰੂ ਗੋਬਿੰਦ ਸਿੰਘ ਜੀ ਨਾਲ ਸੰਦੀਪ ਸਿੰਘ ਜੀ ਗੁਰੂ ਨੂੰ ਵੋਟ ਦੇ ਅਧਿਕਾਰ ਖੋਲਿਆ ਗਿਆ। ਉਹਨਾਂ ਦੀ ਜਿਹੜੀ ਸੁਪਰੀਮ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਚੁਣਨ ਦਾ ਅਧਿਕਾਰ ਉਹਨਾਂ ਦਾ ਖੋਲਿਆ ਗਿਆ। ਸਿਰਫ ਕੁਝ ਸੰਦੀਪ ਸਿੰਘ ਜੀ ਤੁਸੀਂ ਸੰਦੀਪ ਸਿੰਘ ਜੀ ਤੁਸੀਂ ਕਹਿੰਦੇ ਸਿੱਖ ਨਹੀਂ ਹੈਗੇ, ਤੁਸੀਂ ਆਪਣੇ ਵੋਟ ਨਾ ਏਦਾਂ ਨਾ ਲਓ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੇਲੇ ਵੀ ਕਈ ਬੰਦੇ ਉਹਨਾਂ ਨਾਲ ਏਦਾਂ ਦੇ ਜੁੜੇ ਹੋਏ ਸੀ ਜਿਨ੍ਹਾਂ ਨੇ ਅੰਮ੍ਰਿਤ ਕਦੀ ਵੀ ਨਹੀਂ ਛਕਿਆ। ਮੈਂ ਤੁਹਾਨੂੰ ਉਹੀ ਪੁੱਛ ਰਿਹਾ ਕਿ ਉਹਨਾਂ ਲਈ ਸਹਿਜਧਾਰੀ ਕਦੋਂ ਲਫ਼ਜ਼ ਯੂਜ਼ ਹੋਇਆ? ਸਿੱਖ ਹੀ ਨਹੀਂ ਹੈਗੇ। ਨਹੀਂ, ਤੁਸੀਂ ਫੇਰ ਉਸ ਗੱਲ ਨੂੰ ਗਲਤ ਤੋੜ ਮਰੋੜ ਰਹੇ ਹੋ। ਮੈਂ ਕਹਿ ਰਿਹਾ ਕਿ ਸਹਿਜਧਾਰੀ ਕੋਈ ਸ਼ਬਦ ਨਹੀਂ ਹੈਗਾ। ਜੀ ਆਈ ਥਿੰਕ ਟਾਈਮ ਨਹੀਂ ਬਚਿਆ, ਮੈਨੂੰ ਸ਼ੋਅ ਖਤਮ ਕਰਨਾ ਪਊਗਾ। ਤੁਸੀਂ ਸ਼ਬਦਾਂ ਨੂੰ ਤੋੜੋ ਮਰੋੜੋ ਨਾ। ਮੈਂ ਕਹਿ ਰਿਹਾ ਸਹਿਜਧਾਰੀ ਕੋਈ ਲਫ਼ਜ਼ ਨਹੀਂ। ਸਿੱਖ ਰਿਲੀਜਨ ਉੱਤੇ ਕੋਈ ਵੀ ਡਿਬੇਟ ਨਹੀਂ ਕਰ ਰਹੇ ਸੀ। ਬਾਰ-ਬਾਰ ਇਹਨੂੰ ਸਿੱਖੀ ਨਾਲ ਜੋੜਨਾ ਮੇਰੇ ਖਿਆਲ ਗਲਤ ਆ। ਇੱਕ ਪੋਲੀਟੀਕਲ ਮੁੱਦਾ ਸੀ, ਪੰਜਾਬ ਸਟੇਟ ਦਾ ਮੁੱਦਾ ਸੀ। ਪੰਜਾਬ 'ਚ ਇਲੈਕਸ਼ਨ ਆ ਰਹੀ ਆ, ਉਹਨੂੰ ਵੇਖਦੇ ਹੋਏ ਬਾਦਲ ਸਾਹਿਬ ਨੇ, ਬੀਜੇਪੀ ਨੇ ਆਪਣੇ ਜਿੱਤ ਵਾਸਤੇ, ਆਪਣੇ ਫਾਇਦੇ ਵਾਸਤੇ 2017 ਦੀ ਇਲੈਕਸ਼ਨ ਜਿੱਤਣ ਵਾਸਤੇ ਇਹ ਅਮੈਂਡਮੈਂਟ ਕੀਤੀ ਆ। ਉਹਨਾਂ ਦਾ ਇਹਦੇ ਪਿੱਛੇ ਕੋਈ ਹੋਰ
ਰੀਜ਼ਨ ਨਹੀਂ ਆ। ਸਿਰਫ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਕਿ 2017 ਦੀ ਇਲੈਕਸ਼ਨ ਵਿੱਚ ਸਾਨੂੰ ਜਿੱਤ ਪ੍ਰਾप्त ਹੋਵੇ ਜਾਂ ਫਿਰ ਐਸਜੀਪੀਸੀ ਦੀ ਇਲੈਕਸ਼ਨ ਵਿੱਚ ਜਿੱਤ ਪ੍ਰਾप्त ਹੋਵੇ। ਬਾਕੀ ਜੋ ਸੰਦੀਪ ਜੀ ਕਹਿ ਰਹੇ ਨੇ ਕਿ ਬਾਦਲ ਸਾਹਿਬ ਨੂੰ ਹਟਾਇਆ ਜਾਊਗਾ, ਸਹਿਜਧਾਰੀ ਖੁਸ਼ ਨੇ, ਇਹ ਤੁਸੀਂ ਸਾਰੇ ਜਾਣਦੇ ਹੋ ਕਿ ਜੇ ਸਹਿਜਧਾਰੀ ਖੁਸ਼ ਨੇ ਜਾਂ ਨਹੀਂ ਖੁਸ਼ ਨੇ, ਜਾਂ ਬਾਦਲ ਸਾਹਿਬ ਹਟਣਗੇ ਜਾਂ ਨਹੀਂ ਹਟਣਗੇ। ਜੇ ਬਾਦਲ ਸਾਹਿਬ ਹਟਦੇ ਤੇ ਬਾਦਲ ਸਾਹਿਬ ਨੇ ਲਾਅ ਕਦੀ ਨਹੀਂ ਬਣਾਉਣਾ ਸੀ, ਸਗੋਂ ਬਾਦਲ ਸਾਹਿਬ ਨੇ ਪੁੱਠਾ ਲਾਅ ਬਣਾਉਣਾ ਸੀ ਕਿ ਸਹਿਜਧਾਰੀ ਸਿੱਖ ਵੀ ਵੋਟਾਂ ਪਾਉਣ ਦੇ ਰਾਈਟਸ ਆ ਜਾਣ। ਪਰ ਕਿਤੇ ਨਾ ਕਿਤੇ ਬਾਦਲ ਸਾਹਿਬ ਐਂਡ ਮੋਦੀ ਸਾਹਿਬ ਆਪਣਾ ਫਾਇਦਾ ਚਾਹੁੰਦੇ ਸੀ, ਉਹਦੇ ਚੱਲਦੇ ਹੋਏ ਵੋਟ ਪਾਈ ਗਈ ਆ। ਪਰ ਮੈਂ ਜਾਂ ਸੰਦੀਪ ਸਿੰਘ ਹਰਪ੍ਰੀਤ ਜੀ ਅਗਰ ਇਹ ਤੁਹਾਡੀ ਪਰਿਭਾਸ਼ਾ ਹੋ ਸਕਦੀ ਆ, ਹਰਪ੍ਰੀਤ ਜੀ ਇਹ ਤੁਹਾਡੀ ਪਰਿਭਾਸ਼ਾ ਹੋ ਸਕਦੀ, ਪਰ ਮੈਂ ਜਾਨਣਾ ਚਾਹੁੰਦਾ ਹਾਂ ਕਿ ਅਗਰ ਸ਼੍ਰੋਮਣੀ ਕਮੇਟੀ ਇਲੈਕਸ਼ਨ ਬਾਦਲ ਸਾਹਿਬ ਹਾਰਦੇ ਨੇ ਫਿਰ ਤੁਹਾਡਾ ਕੀ ਸਟੈਂਡ ਹੋਵੇਗਾ? ਫਿਰ ਤੁਸੀਂ ਜੋ ਕਹੋਗੇ ਮੈਂ ਮੰਨੂਗਾ। ਪਰ ਜੇ ਬਾਦਲ ਸਾਹਿਬ ਜਿੱਤਦੇ ਨੇ ਐਸਜੀਪੀਸੀ ਇਲੈਕਸ਼ਨ ਫਿਰ ਕੀ ਸਟੈਂਡ ਹੋਊਗਾ ਤੁਹਾਡਾ? ਹਾਂਜੀ, ਜੇ ਬਾਦਲ ਸਾਹਿਬ ਇਲੈਕਸ਼ਨ ਜਿੱਤਦੇ ਨੇ ਐਸਜੀਪੀਸੀ ਦਾ ਫਿਰ ਤੁਹਾਡਾ ਕੀ ਸਟੈਂਡ ਹੋਊਗਾ ਸੰਦੀਪ ਸਿੰਘ ਜੀ? ਮੇਰਾ ਸਟੈਂਡ ਫੇਰ ਵੀ ਇਹੀ ਹੋਏਗਾ ਕਿ ਜਿਹੜਾ ਅੰਮ੍ਰਿਤਧਾਰੀ ਆ ਉਹਦੇ ਕੋਲ ਹੀ ਗੁਰਦੁਆਰਿਆਂ ਦਾ ਅਧਿਕਾਰ ਆ। ਸੰਦੀਪ ਸਿੰਘ ਜੀ ਜੇ ਬਾਦਲ ਸਾਹਿਬ ਜਿੱਤਦੇ ਨੇ ਤੁਹਾਡਾ ਕੀ ਸਟੈਂਡ ਹੋਊਗਾ? ਫਿਰ ਮੈਂ ਤੁਹਾਨੂੰ ਦੱਸ ਰਿਹਾ ਕਿ ਉਹੀ ਸਟੈਂਡ ਹੋਵੇਗਾ ਜੋ ਮੇਰਾ ਅੱਜ ਹੈ। ਫਿਰ ਤੁਸੀਂ ਬਾਦਲ ਸਾਹਿਬ ਨੂੰ ਇਹ ਨਹੀਂ ਕਹੋਗੇ ਕਿ ਬਾਦਲ ਸਾਹਿਬ ਦੀ ਮੈਨੇਜਮੈਂਟ ਗਲਤ ਹੈਗੀ ਆ? ਜੇ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਮੈਂ ਇਸ ਚੀਜ਼ ਦੀ ਸ਼ੋਰਿਟੀ ਦੇਣ ਨੂੰ ਤਿਆਰ ਹਾਂ ਕਿ ਅਗਰ ਸ਼੍ਰੋਮਣੀ ਕਮੇਟੀ ਇਲੈਕਸ਼ਨ ਪੂਰੀ ਇਮਾਨਦਾਰੀ ਨਾਲ ਹੋਈਆਂ ਤੇ ਸਿਰਫ ਅਗਰ ਅੰਮ੍ਰਿਤਧਾਰੀ ਸਿੱਖ ਵੋਟ ਪਾਣਗੇ ਤੇ ਬਾਦਲ ਹੁਣੀ ਬੁਰੀ ਤਰ੍ਹਾਂ ਹਾਰਨਗੇ। ਇੱਕ ਕਾਲਰ ਜੁੜ ਚੁੱਕੇ ਨੇ ਜੀ, 15 ਮਿੰਟ ਦਾ ਟਾਈਮ ਆਪਾਂ ਹੋ ਰਿਹਾ ਸ਼ੋਅ ਵਾਸਤੇ। ਇੱਥੇ ਮੈਂ ਕਾਲ ਲੈਣਾ ਚਾਹੂੰਗਾ, ਲਾਸਟ ਚਾਰ ਨੰਬਰ ਨੇ 7275। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋਗੇ ਸਰ ਪਹਿਲਾਂ? ਹਾਂਜੀ, ਮੈਂ ਇੱਥੋਂ ਡਾਕਟਰ ਬੋਲ ਰਿਹਾ ਜੀ। ਮੇਰਾ ਨਾਮ ਹਰੀ ਸਿੰਘ ਹੈ ਤੇ ਮੈਂ ਬਹਿਸ ਹੋ ਰਹੀ ਸੀ ਇਹਨਾਂ ਦੀ ਸਿੰਘਾਂ ਬਾਰੇ ਤੇ ਨਹੀਂ ਸਰ, ਬਹਿਸ ਹੋ ਰਹੀ ਸੀ ਐਸਜੀਪੀਸੀ ਦੇ ਵੋਟਿੰਗ ਰਾਈਟਸ ਬਾਰੇ। ਲੇਕਿਨ ਮੈਂ ਦੱਸਦਾ ਮੁਨੀਆ ਜੋਗੀ के पीछे दारू यदि कोई पहचान कर सकता? जैसे गुरु गोबिंद सिंह जी ने सिंह सजे क्यों सजाए? लखन की तादाद से एक आदमी खड़ा हो पता लग सकता उसकी पहचान सिंह है। कि मुनिया जोगी भावे मुसलमान हुए चाहे कोई होवे, जैनी कोई भी होवे, अंग्रेज हो जो योदा की पता लग सकता है कौन है? जिन्हें बहस कर रहे हैं भी सिंह होने सिख होने केसधारी तो बगैर जड़े होने और सिख नहीं हैं, तो कितना हो सकते हैं सिख? ਤੁਸੀਂ ਫਿਰ ਕਹਿ ਰਹੇ ਹੋ ਸ਼ਾਇਦ ਭਾਈ ਸਿੱਖ ਨਹੀਂ ਹੈ? सिख हैं, गुरु ਨੂੰ ਮੰਨਦੇ ਨੇ, लेकिन वो ये नहीं पहचान से नहीं होना भी सभी लखन में खड़ा हो की पता लगता वो हिंदू है, मुसलमान है, ईसाई है। पर साहिधारी भाई तो जिन्हें अमृत नहीं छकिया, पगड़ी रखी है, सारा दाढ़ी रखी है, दाड़ा रखिया वा, सारा कुछ रखिया वा, वो भी साहिधारी इन्होंने पाता जी। मैं कहना अमृतधारी ਦਾ मैं नहीं सवाल कहता, मैंने दाढ़ी रखी हुए, पगड़ी सजाई हुए ते लखन दे विच खड़ा हुए तो पता लगेगा भी सिख है, भावे भी रूपये हुए। लेकिन मुनिया जोगी के पीछे दारू तो की पता लग सकता है? थैंक यू सर, थैंक यू फॉर द कॉल। थैंक यू। संदीप सिंह अपने को टाइम नहीं बचा। आई थिंक ये बहस काफी लंबी चलती आ रही है ते सारे ने अपने अपने पक्ष रखे। उम्मीद यही करते हैं कि साडी कौम च पाड़ा ना पवे। संदीप सिंह जी ने जिस तरह अपने पक्ष रखे ते कई इंपॉर्टेंट गल्लां भी ने जिहड़ियां सानू सोच लेनी चाहिए ने, खास करके जे जो संदीप सिंह जी ने कुछ पॉइंट रखे कि बाद विच वो पोजीशनस ते जे सहजधारी होने का दावा करेंगे तो शायद वो गल गलत होगी। ਇਹਦੇ ਨਾਲ ਹੀ ਅਸੀਂ ਸਾਰੇ ਲੈਨੇ ਆ ਤੁਹਾਡੇ ਤੋਂ ਇਜਾਜ਼ਤ। ਧੰਨਵਾਦ।